शेयर करके शेयर करनी थी। हाँ स्क्रीन शेयर कर रहे सर। ठीक है एक मिनट कुलदीप आज दो तक अभी कर दे तो ओके कर दे। पीपीटी खोलने जो सुना हाँ पीपीटी कर पीपीटी कर दे सर। होने लगी सर, ऑडियो आ रही है मेरी सर? ऑडियो आ रही है, स्क्रीन नहीं आ रही फिलहाल। स्क्रीन पे जूम वाली आ रही बस। सर स्क्रीन शो होगी सर। स्क्रीन शो तो होगी, और ਜਿਹੜੀ ਸਾਡੀ ਪੀਪੀਟੀ ਉਹ ਨਹੀਂ ਸ਼ੋ ਹੋ ਰਹੀ। होली शेयर भी पूछिए पीपीटी नहीं शो हो रही है। होली हम शेयर देखिए पूछिए सर ਹੁਣ ਹੋ ਰਹੀ ਹੈ? ਹਾਂਜੀ ਹਾਂ ਸਰ ਹੁਣ ਹੋ ਰਹੀ ਹੈ ਸ਼ੇਅਰ? ਉਹਨੂੰ ਸਰ ਉਹਨੂੰ ਪਤਾ ਕੀ ਕਰੋ, ਉਹਨੂੰ ਓਪਨ ਕਰ ਦਿਓ। ਜਦੋਂ ਓਪਨ ਕਰੋਗੇ, ਜਦੋਂ ਸ਼ੇਅਰ ਕਰੋਗੇ ਉੱਥੇ ਦਿਖਾਈ ਦੇਊਗੀ, ਉੱਥੇ ਕਲਿੱਕ ਕਰ ਦਿਓ। ਓਪਨ ਕਰੋ ਸਰ ਇਹਨਾਂ ਦੀ ਸ਼ੇਅਰ ਉਹਦਾ ਕਿ ਸ਼ੇਅਰ ਕਰ ਦਿਓ। ਕਿੱਥੋਂ ਅੱਛੇ ਸਕਰੀਨ ਤੇ ਹੁਣ ਹੋ ਰਹੀ ਸਰ ਹੁਣ ਹੋ ਰਹੀ ਹੈ ਸ਼ੇਅਰ ਜੀ? नहीं सर हेलो खाली होगी जूम वाले हो रही, जूम जूम शो वाली कल जूम शो हो रहा है कल हाँ जी होगी शेयर सर? सर इतना करो ना, हाँ जी सर जेडी फाइल हैगी ਉਹਨੂੰ ਖੋਲ ਦੋ, ਪਹਿਲਾਂ ਉਹਨੂੰ ਓਪਨ ਕਰ ਦੋ। हेलो ठीक है, फिर ਇਹਨੂੰ ਬੰਦ ਕਰਕੇ ਦੁਬਾਰਾ ਸ਼ੇਅਰ ਕਰੋ। ਫਿਰ ਉਹ ਤੁਹਾਡੇ ਜਦੋਂ ਵੀ ਸ਼ੋ ਕਰੋਗੇ ਨਾ, ਵਿੱਚੇ ਸ਼ੋ ਹੋਣ ਲੱਗ ਪੈਣੇ, ਉੱਥੇ ਕਲਿੱਕ ਕਰ ਦਿਓ। ठीक है हाँ सर जी होगी हो शेयर गई। ओके सर। हाँ जी हाँ जी सर ऑडियो भी आ रही है सर? मैं जरा एडमिट करा लीजिए, फिर शुरू कर दे, है ना? ठीक है हाँ जी सर एडमिट करवा लो एक बारी। ठीक है करके देखिए चलते नहीं कोई कॉपी करिए सर। करके खोलिए ना फिर पहले मेरी फोटो मिस कोई नहीं
ਕਰ ਲਓ ਸਰ ਸਟਾਰਟ ਤੁਸੀਂ ਪਲੀਜ਼, ਆਪੇ ਜੁਆਇਨ ਹੋ ਜਾਣਾ ਹੈ। ਸਰ ਸਟਾਰਟ ਕਰਦਾ ਸਰ? ਹਾਂਜੀ ਹਾਂਜੀ ਸਰ। ਓਕੇ ਸਰ, ਓਕੇ ਕਰ ਦਿਓ start। मैं शिव कुमार, ਰੈਫਰੀਜਰੇਸ਼ਨ ਐਂਡ ਏਸੀ ਇੰਸਟ੍ਰਕਟਰ, ਗਵਰਨਮੈਂਟ ਆਈਟੀ ਬੁਢਲਾਡਾ। ਅੱਜ ਦੇ ਲੈਕਚਰ ਵਿੱਚ ਤੁਹਾਡਾ ਮੈਂ ਸਭ ਦਾ ਸਵਾਗਤ ਕਰਦਾ ਹਾਂ। ਗਵਰਨਮੈਂਟ ਆਈਟੀ ਬੁਢਲਾਡਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ। ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਟਾਈਪਸ ਆਫ ਰੈਫਰੀਜਰੇਸ਼ਨ ਸਿਸਟਮ, ਜਿਹੜਾ ਆਪਣਾ ਵੀਕ ਨੰਬਰ ਹੈ ਉਹ 1617। ਮੇਰਾ ਜਿਹੜਾ ਮੋਬਾਈਲ ਨੰਬਰ ਹੈ 98763 19347, 9876319347। ਮੇਰਾ ਮੇਲ ਆਈਡੀ ਵੀ ਉੱਤੇ ਆਈ ਜਾਂਦਾ, ਤੁਹਾਨੂੰ ਸਭ ਦੇਖ ਹੀ ਰਹੇ ਹੋ ਤੁਸੀਂ ਸਕਰੀਨ ਦੇ ਉੱਤੇ। ਜਿਹੜਾ ਆਪਾਂ ਨੂੰ ਅੱਜ ਜ਼ੂਮ ਐਪ ਦੀਆਂ ਕਲਾਸਾਂ ਲਾਣੀਆਂ ਪੈ ਰਹੀਆਂ ਨੇ, ਆਨਲਾਈਨ ਕਲਾਸਿਸ ਲਾ ਰਹੇ ਹਾਂ, ਇਹਦਾ ਇੱਕ ਬਹੁਤ ਵੱਡਾ ਕਾਰਨ ਕੋਵਿਡ-19, ਜਿਹੜੀ ਇੱਕ ਮਹਾਮਾਰੀ ਫੈਲੀ ਹੋਈ ਹੈ ਸਾਰੇ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ। ਇਹਦੇ ਇੱਕ ਤਰ੍ਹਾਂ ਦਾ ਮਤਲਬ ਸਾਰੇ ਸਿਸਟਮ ਨੂੰ ਹੈਕ ਕਰਕੇ ਰੱਖਤਾ, ਹੈਂਗ ਹੋ ਗਿਆ ਸਾਰਾ ਸਿਸਟਮ ਆਪਣਾ। ਉਹ ਤੋਂ ਬਾਅਦ ਡਿਪਾਰਟਮੈਂਟ ਵਧਾਈ ਦਾ ਪਾਤਰ ਹੈ ਜਿਹਨੇ ਐਡਾ ਵੱਡਾ ਵਧੀਆ ਉਪਰਾਲਾ ਕੀਤਾ ਤੇ ਸਾਰੇ ਸਟੂਡੈਂਟਸ ਨੂੰ ਇੱਕ ਲਾਈਨ ਨਾਲ ਜੋੜਿਆ। ਜਦੋਂ ਕਿ ਲਾਈਨ ਉਹ ਕੱਟ ਆਫ ਹੋ ਗਈ ਸੀਗੀ, 5 ਮਹੀਨਿਆਂ ਦਾ ਦਾਇਰਾ ਡਿਪਾਰਟਮੈਂਟ ਨੇ ਜਿਹੜਾ ਜ਼ੂਮ ਐਪ ਦੇ ਜ਼ਰੀਏ ਕਲਾਸਿਸ ਦਾ ਸਿਸਟਮ ਸ਼ੁਰੂ ਕੀਤਾ ਤੇ ਬੱਚਿਆਂ ਨੂੰ ਆਪਣੇ ਸਿਲੇਬਸ ਮੁਤਾਬਕ ਜੋੜਿਆ। ਬਹੁਤ ਵੱਡਾ ਉਪਰਾਲਾ ਹੈ, ਬਹੁਤ ਵਧਾਈ ਦਾ ਪਾਤਰ ਹੈ ਆਪਣਾ ਡਿਪਾਰਟਮੈਂਟ। ਜਿਹੜੀ ਸਮੁੱਚੀ ਟੀਮ ਹੈ ਇਸ ਡਿਪਾਰਟਮੈਂਟ ਦੀ, ਸਾਰੇ ਆ ਗਏ, ਇੰਸਟ੍ਰਕਟਰ ਆ ਗਏ, ਸਟੂਡੈਂਟਸ ਆ ਗਏ ਜਿਹੜੇ ਜੁੜ ਰਹੇ ਨੇ, ਜਿਨ੍ਹਾਂ ਨੇ ਇੰਨਾ ਐਪਰੀਸ਼ੀਏਟ ਕਰ ਰਹੇ ਇਸ ਸਿਸਟਮ ਨੂੰ, ਵੀ ਮਤਲਬ ਲਾਈਕਸ ਕਰ ਰਹੇ ਨੇ ਵੀ ਬਹੁਤ ਵੱਡਾ ਉਪਰਾਲਾ ਵਧੀਆ ਕੀਤਾ ਗਿਆ। ਸਾਰੇ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਹੁਤ ਵੱਡਾ ਉਪਰਾਲਾ ਉਹਨਾਂ ਦਾ। ਤੇ YouTube ਚੈਨਲ ਚਲਾਏ ਗਏ ਨੇ ਨਿੰਮੀ ਦੇ ਉੱਤੇ, ਪੰਜਾਬੀ ਚੈਨਲ ਚਲਾਇਆ ਗਿਆ ਤਾਂ ਕਿ ਬੱਚੇ ਚੰਗੀ ਤਰ੍ਹਾਂ ਸਮਝ ਸਕਣ। ਜੇ ਮਤਲਬ ਕਿ ਪਹਿਲਾਂ ਜਿਹੜਾ ਨਿੰਮੀ ਚੈਨਲ ਚੱਲਦਾ ਸੀ ਉਹਦੇ ਉੱਤੇ ਅਲੱਗ-ਅਲੱਗ ਲੈਂਗੁਏਜ ਦੇ ਵਿੱਚ ਮਤਲਬ ਕਿ ਪੜ੍ਹਾਇਆ ਜਾਂਦਾ ਸੀ, ਕਲਾਸਿਸ ਲਾਈਆਂ ਜਾਂਦੀਆਂ ਸੀਗੀਆਂ। ਹੁਣ ਉਹਨਾਂ ਨੇ ਪੰਜਾਬੀ ਦੇ ਵਿੱਚ ਵੀ ਸ਼ੁਰੂ ਕੀਤਾ ਹੈ। ਉਹ ਤੋਂ ਬਾਅਦ ਇੱਕ ਆਪਣਾ ਚੈਨਲ ਹੈ ਜਿਹੜਾ YouTube ਚੈਨਲ ਬਣਾਇਆ ਹੈ IT ਪੰਜਾਬ ਸਕਿੱਲ। ਸਾਰਿਆਂ ਨੇ ਇਸ ਚੈਨਲ ਉੱਤੇ ਸਬਸਕ੍ਰਾਈਬ ਕਰਨਾ ਹੈ ਤੇ ਲਾਈਕ ਕਰਨੀਆਂ ਵੀਡੀਓਜ਼। ਇਹਦੇ ਉੱਤੇ ਮਤਲਬ ਕਿ ਸਿਲੇਬਸ ਅਨੁਸਾਰ ਡਿਪਾਰਟਮੈਂਟ ਨੇ ਦੇਖੋ ਕਿੱਡਾ ਵਧੀਆ ਉਪਰਾਲਾ ਕੀਤਾ, ਸਿਲੇਬਸ ਮੁਤਾਬਕ ਚੈਨਲ ਉੱਤੇ ਸ਼ੇਅਰ ਕੀਤਾ। ਬਾਕੀ ਜਿਹੜੇ ਨਿੰਮੀ ਦੇ ਮਤਲਬ ਕਿ ਆਪਾਂ ਲੈਕਚਰ ਲੈ ਰਹੇ ਹਾਂ ਉਹ ਵੀ ਸਾਰੇ ਪ੍ਰਵਾਹੀ ਦੇ ਕਾਰਨ ਹੋ ਰਿਹਾ। ਗੌਰਮੈਂਟ ਆਪਾਂ ਨੂੰ ਸਤਰਕ ਕਰ ਰਹੀ ਹੈ, ਫਤਿਹ ਮਿਸ਼ਨ ਐਪ ਚਲਾ ਰਹੀ ਹੈ, ਬਹੁਤ ਚੀਜ਼ਾਂ ਲਈ ਆਪਾਂ ਨੂੰ ਕ੍ਰੀਏਟੀਵਿਟੀ ਕਰ ਰਹੀ ਹੈ ਵੀ ਭਾਈ ਤੁਸੀਂ ਸਮਝੋ ਸਾਰੇ ਬੰਦੇ ਤੇ ਸਹੀ ਢੰਗ ਨਾਲ ਮਤਲਬ ਕਿ ਇਸ ਬਿਮਾਰੀ ਤੋਂ ਨਿਜਾਤ ਪਾਣੀ ਆਪਾਂ ਨੇ, ਇਸ ਕਰੋਨਾ ਬਿਮਾਰੀ ਤੋਂ ਜਿੱਤ ਹਾਸਲ ਕਰਨੀ ਹੈ। ਉਹ ਕਿਵੇਂ ਕਰ ਸਕਦੇ ਆ? ਫੇਸ ਮਾਸਕ ਪਾ ਕੇ, ਹੈਂਡ ਸੈਨੀਟਾਈਜ਼ਰ ਨਾਲ ਹੱਥ ਵਾਰੀ-ਵਾਰੀ ਧੋ ਕੇ, ਤੇ ਆਪਾਂ ਆਪਣੀ ਫੈਮਿਲੀ ਨੂੰ ਵੀ ਬਚਾਉਣਾ ਤੇ ਸਮਾਜ ਨੂੰ ਬਚਾਉਣਾ ਤੇ ਦੁਬਾਰਾ ਸਰਵਾਈਵ ਹੋ ਕੇ ਆਪਾਂ ਨੇ ਇਸ ਸਿਸਟਮ ਦੇ ਵਿੱਚ ਦੁਬਾਰਾ ਫੇਰ ਆਣਾ ਤੇ ਆਪਾਂ ਫੇਰ ਆਪਣੀ ਜਿੱਤ ਹਾਸਲ ਕਰਨੀ ਹੈ ਇਸ ਕਰੋਨਾ ਮਹਾਮਾਰੀ ਤੋਂ। ਆਪਾਂ ਅੱਜ ਦੇ ਟੌਪਿਕ ਬਾਰੇ ਡਿਸਕਸ ਕਰਾਂਗੇ। ਆਪਣਾ ਅੱਜ ਦਾ ਟੌਪਿਕ ਹੈ ਟਾਈਪਸ ਆਫ ਰੈਫਰੀਜਰੇਸ਼ਨ ਸਿਸਟਮ। ਟਾਈਪਸ ਆਫ ਰੈਫਰੀਜਰੇਸ਼ਨ ਸਿਸਟਮ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। What is refrigeration? Refrigeration ਕੀ ਹੈ? ਜੇ ਆਪਾਂ ਰੈਫਰੀਜਰੇਸ਼ਨ ਦੀ ਗੱਲ ਕਰੀਏ, ਰੈਫਰੀਜਰੇਸ਼ਨ ਕੀ ਹੈ? Refrigeration process means to cool, that is to reduce the temperature of the body. When the heat energy is removed from the body, it gets cooled. ਤਾਂ ਰੈਫਰੀਜਰੇਸ਼ਨ ਇੱਕ ਉਹ ਪ੍ਰੋਸੈਸ ਹੈ ਜਿਹਦੇ ਦੁਆਰਾ ਅਸੀਂ ਚੀਜ਼ਾਂ ਨੂੰ ਠੰਡੀਆਂ ਕਰ ਸਕਦੇ ਹਾਂ। that ਉਹਦਾ ਟੈਂਪਰੇਚਰ ਘਟਾ ਕੇ ਬੋਡੀ ਦਾ ਟੈਂਪਰੇਚਰ ਕਿਵੇਂ ਘਟੂਗਾ? when the heat energy is removed, ਜਿਹੜੀ ਉਹਦੀ ਅੰਦਰਲੀ ਹੀਟ એનર્ਜੀ ਆ ਰਿਮੂਵਡ ਹੋ ਜੂ, ਖਤਮ ਹੋ ਜੂ, that's it gets cooled, ਉਹ ਠੰਡੀ ਹੋ ਜੂਗੀ।
ਰੈਫਰੀਜਰੇਸ਼ਨ ਦਾ ਮਕਸਦ ਇਹੀ ਹੈ, ਕਿਸੇ ਵਸਤੂ ਨੂੰ ਠੰਡਾ ਕਰਨਾ, ਇਹ ਪ੍ਰੋਸੈਸ ਹੈ, ਉਹਦੀ ਜਿਹੜੀ ਹੀਟ એનર્ਜੀ ਹੈ ਉਹਨੂੰ ਮਤਲਬ ਕਿ ਕਿਸੇ ਚੀਜ਼ ਦੇ ਵਿੱਚ ਟ੍ਰਾਂਸਫਰ ਕਰਨਾ। ਥਰੂ ਰੈਫਰੀਜਰੇਸ਼ਨ ਪ੍ਰੋਸੈਸ ਵੀ ਕੈਨ ਕੀਪ ਆਵਰ ਫੂਡ ਮਟੀਰੀਅਲ ਅਨਸਪੋਇਲਡ। ਵੀ ਰੈਫਰੀਜਰੇਸ਼ਨ ਦੀ ਮਦਦ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਆਪਣੇ ਜਿਹੜੇ ਖਾਣ ਪੀਣ ਦੇ ਸਮਾਨ ਨੇ, ਖਾद्य ਪਦਾਰਥ ਨੇ, ਉਹਨੂੰ ਆਪਾਂ ਖਰਾਬ ਹੋਣ ਤੋਂ ਬਚਾ ਸਕਦੇ ਹਾਂ। ਇਹ ਆਪਣੀ ਰੈਫਰੀਜਰੇਸ਼ਨ ਹੈ। ਇਹ ਰੈਫਰੀਜਰੇਸ਼ਨ ਦੀ ਕਿਰਿਆ, ਇਹਦੀ ਕਿਉਂ ਲੋੜ ਪਈ? ਜਿਹੜਾ ਆਪਣਾ ਖਾਣ ਪੀਣ ਦਾ ਸਮਾਨ ਖਰਾਬ ਹੋ ਜਾਂਦਾ ਸੀ, ਉਹ ਸਾਰੇ ਸਮਾਨ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਆਪਾਂ ਕਿਹਦੀ ਵਰਤੋਂ ਕਰਨੀ ਹੈ? ਰੈਫਰੀਜਰੇਸ਼ਨ ਸਿਸਟਮ ਦੀ ਵਰਤੋਂ ਕਰਨੀ ਹੈ। ਆਪਾਂ ਥੋੜੀ ਜਿਹੀ ਹਿਸਟਰੀ ਬਾਰੇ ਜਾਣਦੇ ਹਾਂ। ਇਹਦੀ ਹਿਸਟਰੀ ਕੀ ਹੈ, ਇਹਦੀ ਕਿਉਂ ਲੋੜ ਪਈ ਰੈਫਰੀਜਰੇਸ਼ਨ ਦੀ? ਜੇ ਰੈਫਰੀਜਰੇਸ਼ਨ ਨਾ ਹੁੰਦਾ ਤਾਂ ਕੀ ਹੁੰਦਾ? ਦੇਖੋ ਵੀ ਪਹਿਲੇ ਜ਼ਮਾਨਿਆਂ ਦੇ ਵਿੱਚ ਜਦੋਂ ਇਹ ਸਿਸਟਮ ਆਪਣਾ ਹੈ ਨਹੀਂ ਸੀਗਾ, ਦੇਖੋ ਵੀ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ ਪੈਂਦੀ ਸੀਗੀ, ਉੱਥੋਂ ਬਰਫ਼ ਨੂੰ ਜਿਹੜਾ ਹਾਇਰ ਕਰਕੇ ਲਿਆਉਣਾ ਬਹੁਤ ਔਖਾ ਸੀਗਾ। ਪਤਾ ਸੀ ਵੀ ਬਰਫ਼ ਦੇ ਵਿੱਚ ਰੱਖ ਕੇ ਸਮਾਨ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ। ਤੇ ਇੱਕ ਹੋਰ ਸਿਸਟਮ ਸੀਗਾ, ਜਿਹੜਾ ਆਪਣਾ ਸਮਾਜ ਹੈ, ਜਿਹੜਾ ਸਿਸਟਮ ਹੈ, 17ਵੀਂ ਸਦੀ 18ਵੀਂ ਸਦੀ ਜਦੋਂ ਡਿਵੈਲਪ ਹੋਣ ਦੇ ਸਿਸਟਮ ਦੇ ਵਿੱਚ ਆਈ, ਡਿਵੈਲਪ ਹੋਣ ਲੱਗੀ, ਤਾਂ ਉਹਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੇਖੋ ਵੀ ਜਦੋਂ ਇਨਸਾਨ ਕੋਈ ਫਸਲ ਪੈਦਾ ਕਰਦਾ ਹੈ, ਕੋਈ ਚੀਜ਼ ਪੈਦਾ ਕਰਦਾ, ਉਹ ਐਕਸੈਸ ਦੇ ਵਿੱਚ ਪੈਦਾਵਾਰ ਹੁੰਦੀ ਹੈ। ਕਈ ਇਲਾਕਿਆਂ ਦੇ ਵਿੱਚ ਉਹ ਚੀਜ਼ ਹੁੰਦੀ ਹੈ, ਕਈ ਇਲਾਕਿਆਂ ਦੇ ਵਿੱਚ ਉਹ ਐਕਸੈਸ ਦੇ ਵਿੱਚ ਹੁੰਦੀ ਹੈ। ਤਾਂ ਆਪਾਂ ਨੂੰ ਉਹਨਾਂ ਇਲਾਕਿਆਂ ਦੇ ਵਿੱਚ ਉਹ ਸਮਾਨ ਪਹੁੰਚਾਉਣਾ ਔਖਾ ਹੋ ਗਿਆ। ਜਦੋਂ ਜਾਂਦਾ ਸੀ ਤਾਂ ਖਰਾਬ ਹੋ ਜਾਂਦਾ ਸੀਗਾ, ਜਦੋਂ ਖਰਾਬ ਹੋ ਜਾਂਦਾ ਸੀ ਉਹਨੂੰ ਬਾਹਰ ਸਿੱਟਦੇ ਸੀ। ਬਾਹਰ ਸਿੱਟਦੇ ਸੀ, ਕੀ ਹੁੰਦਾ ਸੀਗਾ? ਉਹਦੇ ਵਿੱਚ ਜਰਮਸ ਤੇ ਬੈਕਟੀਰੀਆ ਪੈਦਾ ਹੋ ਜਾਂਦਾ ਸੀਗਾ। ਜਦੋਂ ਬੈਕਟੀਰੀਆ ਪੈਦਾ ਹੋ ਗਿਆ ਤਾਂ ਸਮਾਜ ਦੇ ਵਿੱਚ ਬਿਮਾਰੀਆਂ, ਹੋਰ ਚੀਜ਼ਾਂ ਆਪਾਂ ਦੇਖ ਹੀ ਰਹੇ ਹਾਂ ਵੀ ਗੰਦਗੀ ਦੇ ਨਾਲ ਕੀ ਹੁੰਦਾ, ਬਿਮਾਰੀਆਂ ਹੀ ਫੈਲਦੀਆਂ। ਠੀਕ ਹੈ। ਉਹ ਸਾਰੇ ਸਿਸਟਮ ਨੂੰ ਬਚਾਉਣ ਦੇ ਵਿੱਚ ਕੀ ਹੋਇਆ ਵੀ ਦੁਨੀਆ ਇੱਕ ਸਿਸਟਮ ਦੇ ਖੋਜ ਦੇ ਵਿੱਚ ਲੱਗ ਗਈ ਵੀ ਆਪਾਂ ਇਹਨਾਂ ਸਮਾਨ ਨੂੰ ਜਿਹੜਾ ਆਪਣੇ ਕੋਲ ਹੁੰਦਾ, ਜਿਹੜਾ ਖਰਾਬ ਹੁੰਦਾ, ਆਪਾਂ ਦੂਜੀ ਜਗ੍ਹਾ ਤੇ ਪਹੁੰਚਾ ਕੇ ਨਾਲ ਤਾਂ ਪੈਸਾ ਮਿਲੂਗਾ ਆਪਾਂ ਨੂੰ, ਨਾਲੇ ਆਪਾਂ ਕੀ ਹੈ ਮਸ਼ੀਨਰੀ ਵਿੱਚ ਪ੍ਰੋਡਕਸ਼ਨ ਜਿਹੜੀ ਹੁੰਦੀ ਸੀਗੀ, ਪ੍ਰੋਡਕਸ਼ਨ ਲਾਸ। ਦੇਖੋ ਗਰਮੀਆਂ ਦੇ ਵਿੱਚ ਧਾਤਾਂ ਫੈਲਦੀਆਂ ਨੇ, ਸੁੰਗੜਦੀਆਂ ਨੇ, ਉਹ ਕੁਆਲਿਟੀ ਨਹੀਂ ਬਣ ਪਾਉਂਦੀ ਸੀਗੀ। ਰੈਫਰੀਜਰੇਸ਼ਨ ਦੀ ਮਦਦ ਦੇ ਨਾਲ ਫਿਰ ਕੀ ਹੋਇਆ, ਸਾਰਾ ਸੰਸਾਰ, ਸਾਰਾ ਸਮਾਜ ਇੱਕ ਸਿਸਟਮ ਦੇ ਵਿੱਚ, ਕ੍ਰੀਏਟੀਵਿਟੀ ਦੇ ਵਿੱਚ ਜੁੜ ਗਿਆ ਵੀ ਆਪਾਂ ਰੈਫਰੀਜਰੇਸ਼ਨ ਸਿਸਟਮ ਦੀ ਖੋਜ ਕਰਨੀ ਹੈ। ਜਿਵੇਂ ਅੱਜ ਦਾ ਲਾ ਕੇ ਚੱਲੀਏ ਆਪਾਂ, ਅੱਜ ਕੀ ਹੋ ਰਿਹਾ? ਸਾਰਾ ਸੰਸਾਰ ਇੱਕ ਲੋਕਡਾਊਨ ਦੇ ਵਿੱਚ ਬੰਦ ਹੈ। ਤਾਂ ਕੀ ਹੋ ਰਿਹਾ? ਕਰੋਨਾ ਮੈਡੀਸਨ ਦੀ ਖੋਜ ਦੇ ਵਿੱਚ ਸੰਸਾਰ ਲੱਗਿਆ ਪਿਆ ਵੀ ਦਵਾ ਦਵ ਆਪਾਂ ਕਰੋਨਾ ਮੈਡੀਸਨ ਤਿਆਰ ਕਰੀਏ ਤੇ ਆਪਣੇ ਮਤਲਬ ਦੇਸ਼ ਨੂੰ ਬਚਾਈਏ, ਆਪਣੇ ਵਰਲਡ ਨੂੰ ਬਚਾਈਏ। ਜੇ ਵਰਲਡ ਬਚੂਗਾ ਤਾਂ ਹੀ ਆਪਾਂ ਬਚਾਂਗੇ। ਦੇਖੋ ਵੀ ਕਿੰਨੀ ਕ੍ਰੀਏਟੀਵਿਟੀ ਹੋ ਰਹੀ ਹੈ। ਕੋਵਿਡ-19 ਸਾਰਾ ਦੇਸ਼, ਸਾਰੀਆਂ ਕੰਟਰੀਆਂ ਜੂਝ ਰਹੀਆਂ ਨੇ ਵੀ ਦਵਾ ਦਵੀ ਸਿਸਟਮ ਲਾਂਚ ਹੋਵੇ ਤੇ ਆਪਾਂ ਆਪਣੇ ਸਮਾਜ ਨੂੰ ਦੁਬਾਰਾ ਡਿਵੈਲਪ ਕਰ ਸਕੀਏ। ਦੇਖੋ ਲੋਕ ਐਂਡ ਕੀ ਦੇ ਵਿੱਚ ਸਾਰਾ ਸਿਸਟਮ ਹੋ ਗਿਆ ਸੀ, ਆਪਾਂ ਦੇਖਿਆ ਹੀ ਹੈ। ਉਹ ਤੋਂ ਬਾਅਦ ਸਰਵਾਈਵ ਦੇ ਕਰਨ ਦੇ ਵਿੱਚ ਮੀਡੀਆ ਨੇ ਕਿੱਡਾ ਵੱਡਾ ਯੋਗਦਾਨ ਪਾਇਆ। ਜਿਹੜੀ ਆਪਣੀ ਐਡਵਾਂਸ ਟੈਕਨੋਲੋਜੀ ਜਿਹੜੀ ਚੱਲ ਰਹੀ ਹੈ, ਉਹਨੇ ਕਿੱਡਾ ਵੱਡਾ ਯੋਗਦਾਨ ਪਾਇਆ ਅੱਜ ਇਸ ਸਮਾਜ ਦੇ ਵਿੱਚ। ਆਪਾਂ ਕਲਾਸਿਸ ਲਾ ਰਹੇ ਹਾਂ ਆਨਲਾਈਨ, ਤਾਂ ਹੀ ਸੰਭਵ ਹੋਇਆ ਪਾਇਆ। ਜੇ ਆਪਾਂ ਘਰਾਂ ਦੇ ਵਿੱਚ ਹੀ ਬੰਦ ਰਹਿ ਜਾਂਦੇ ਤਾਂ ਆਪਾਂ ਘਰਾਂ ਦੇ ਵਿੱਚ ਹੀ ਘੁੱਟਣ ਮਹਿਸੂਸ ਕਰਨ ਲੱਗ ਜਾਂਦੇ ਵੀ ਆਹ ਕੀ ਹੋ ਰਿਹਾ। ਪਹਿਲਾਂ ਦੇਖੋ ਆਪਾਂ ਜਿਹੜੀ ਹੁਣ ਸਦੀ ਚੱਲ ਰਹੀ ਹੈ, 21ਵੀਂ ਸਦੀ ਚੱਲ ਰਹੀ ਹੈ, ਇਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ? ਆਪਾਂ ਇੱਕ ਸਿਸਟਮ ਦੇ ਵਿੱਚ ਬਿਜ਼ੀ ਹੋ ਰਹੇ ਹਾਂ। ਆਪਣੀ ਲਾਈਫ ਇੰਨੀ ਬਿਜ਼ੀ ਹੋ ਗਈ ਵੀ ਆਪਾਂ ਕਿਸੇ ਨੂੰ ਕੋਲ ਟਾਈਮ ਹੀ ਨਹੀਂ ਹੈਗਾ ਕਿਸੇ ਨੂੰ ਦੇਣ ਦਾ। ਆਪਣੇ ਬੱਚਿਆਂ ਨੂੰ, ਆਪਣੇ ਪੇਰੈਂਟਸ ਨੂੰ ਟਾਈਮ ਹੀ ਖਤਮ ਹੋ ਗਿਆ। ਮਾਲਕ ਨੇ ਉਹ ਟਾਈਮ ਲਿਆਤਾ ਵੀ ਤੁਸੀਂ ਜਿਹੜੇ ਬੱਚਿਆਂ ਨੂੰ ਟਾਈਮ ਦਿਓ ਤੇ ਆਪਣੇ ਘਰਾਂ ਦੇ ਵਿੱਚ ਰਹੋ। ਬਹੁਤ ਮਤਲਬ ਕਿ ਜਿਹੜੀ ਇਹ ਚੀਜ਼ ਹੁੰਦੀ ਹੈ, ਜਦੋਂ ਇਹੋ ਜਿਹੀ ਕੋਈ ਆਪਦਾ ਆਉਂਦੀ ਹੈ, ਉਹਦੇ ਵਿੱਚ ਕੁਝ ਥੋੜੇ ਜਿਹੇ ਨੈਗੇਟਿਵ ਪੁਆਇੰਟ ਵੀ ਹੁੰਦੇ ਆ, ਕੁਝ ਪੋਜ਼ਿਟਿਵ ਵੀ ਹੁੰਦੇ। ਦੇਖੋ ਅੱਜ ਆਪਾਂ ਇਸ ਸਿਸਟਮ ਨਾਲ ਜੁੜੇ ਹਾਂ ਤਾਂ ਕਰੋਨਾ ਦੀ ਵਜ੍ਹਾ ਨਾਲ ਜੁੜੇ ਹਾਂ, ਜਿਹੜੀ ਕੋਵਿਡ-19 ਬਿਮਾਰੀ ਹੈ। ਨਹੀਂ ਆਪਾਂ ਇਸ ਮੀਡੀਆ ਦਾ ਇਸਤੇਮਾਲ ਨਹੀਂ ਕਰਨਾ, ਕਿਸੇ ਨੂੰ ਪਤਾ ਨਹੀਂ ਸੀ ਕਿਹੜੀ ਜ਼ੂਮ ਐਪ ਹੈ, ਕੀ ਸਿਸਟਮ ਹੈ। ਉਸੇ ਤਰ੍ਹਾਂ ਜਿਹੜਾ ਰੈਫਰੀਜਰੇਸ਼ਨ ਸਿਸਟਮ ਹੈ, ਜਦੋਂ ਇਹਦੀ ਖੋਜ ਸ਼ੁਰੂ ਹੋਈ ਸਾਲੋਂ ਪਹਿਲਾਂ 17ਵੀਂ ਦੇ ਵਿੱਚ ਵਿਲੀਅਮ ਕੈਲੇ ਨੇ ਕੀਤੀ। 1755 ਈਸਵੀ ਦੇ ਵਿੱਚ ਯੂਰਪ ਦਾ ਇਹ ਸਾਇੰਟਿਸਟ ਸੀਗੇ। ਇਹਨਾਂ ਨੇ ਇੱਕ ਰੈਫਰੀਜਰੇਸ਼ਨ ਮਸ਼ੀਨ ਬਣਾਈ। ਉਹ ਤੋਂ ਬਾਅਦ ਕੀ ਹੋਇਆ? ਮਾਈਕਲ ਫੈਰਾਡੇ 1824 ਈਸਵੀ ਵਿੱਚ ਇਸ ਨੇ ਇੱਕ ਪ੍ਰਿੰਸੀਪਲ ਤਿਆਰ ਕੀਤਾ ਵੀ ਅਬਜ਼ੋਰਪਸ਼ਨ ਰੈਫਰੀਜਰੇਸ਼ਨ ਸਿਸਟਮ ਦਾ ਇੱਕ ਪ੍ਰਿੰਸੀਪਲ ਸਿਧਾਂਤ ਤਿਆਰ ਕੀਤਾ ਵੀ ਆਪਾਂ ਇਹਦੇ ਨਾਲ ਕੀ ਕਰ ਸਕਦੇ ਹਾਂ ਵੀ ਸਿਸਟਮ ਨੂੰ ਜਿਹੜਾ ਮਤਲਬ ਕਿ ਖਾद्य ਪਦਾਰਥਾਂ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ। ਬਹੁਤ ਮਕੈਨਿਕਾਂ ਨੇ, ਬਹੁਤ ਮਤਲਬ ਕਿ ਇੰਜੀਨੀਅਰਸ ਨੇ ਇਹਦੇ ਉੱਤੇ ਰਿਸਰਚ ਕਰਕੇ ਮਤਲਬ ਕਿ ਰੈਫਰੀਜਰੇਟਰ ਤਿਆਰ ਕੀਤੇ, ਬਹੁਤ ਚੀਜ਼ਾਂ ਤਿਆਰ ਕੀਤੀਆਂ। ਤਾਂ ਪਰ ਇਹ ਪ੍ਰਿੰਸੀਪਲ ਥੋੜਾ ਜਿਹਾ ਜ਼ਿਆਦਾ ਕਾਮਯਾਬ ਨਹੀਂ ਹੋਇਆ ਕਿਉਂਕਿ ਇਹਦੀ ਮਤਲਬ ਕਿ ਜਿਹੜੀ ਕੂਲਿੰਗ ਸੀ ਥੋੜੀ ਸਲੋ ਸੀ। ਉਸ ਤੋਂ ਬਾਅਦ ਜੈਕੇ ਪਾਰਕਿਨ 1834 ਈਸਵੀ ਦੇ ਵਿੱਚ ਅਮਰੀਕਾ ਦਾ ਸਾਇੰਟਿਸਟ, ਜਿਹਨੇ ਇੱਕ ਕੰਪਰੈਸ਼ਨ ਸਿਸਟਮ ਤਿਆਰ ਕੀਤਾ ਜਿਹੜਾ ਆਪਾਂ ਯੂਜ਼ ਕਰ ਰਹੇ ਹਾਂ, ਜਿਹੜਾ ਰੈਫਰੀਜਰੇਟਰ ਯੂਜ਼ ਕਰ ਰਹੇ ਹਾਂ। ਇਹਨੇ ਕੀ ਕੀਤਾ?
ਆਰਟੀਫੀਸ਼ੀਅਲ ਬਰਫ਼ ਤਿਆਰ ਕੀਤੀ, ਆਈਸ ਤਿਆਰ ਕੀਤੀ। ਜਿਹੜੀ ਆਪਾਂ ਅੱਜ ਘਰਾਂ ਦੇ ਵਿੱਚ ਬਰਫ਼ ਯੂਜ਼ ਕਰ ਰਹੇ ਹਾਂ, ਆਈਸ ਫੈਕਟਰੀਆਂ ਦੇ ਵਿੱਚ ਬਰਫ਼ ਆ ਰਹੀ ਹੈ, ਉਹ ਸਾਰੀ ਕੀ ਹੈ? ਆਰਟੀਫੀਸ਼ੀਅਲ ਬਰਫ਼ ਹੈ। ਉਹ ਸਾਰੀ ਆਰਟੀਫੀਸ਼ੀਅਲ ਆਈਸ ਹੈ। ਜਿਹੜੀ ਬਰਫ਼ ਕੁਦਰਤ ਵੱਲੋਂ ਡਿੱਗੀ ਜਾਂਦੀ ਹੈ, ਆਪਾਂ ਉਹਨਾਂ ਨੂੰ ਨੈਚੁਰਲ ਕਹਿੰਦੇ ਹਾਂ। ਜਿਹੜੀ ਮਤਲਬ ਆਪਾਂ ਆਪ ਤਿਆਰ ਕਰਦੇ ਹਾਂ, ਉਹਨੂੰ ਆਪਾਂ ਆਰਟੀਫੀਸ਼ੀਅਲ ਕਹਿੰਦੇ ਹਾਂ। ਇਹਨੇ ਇੱਕ ਆਰਟੀਫੀਸ਼ੀਅਲ ਬਰਫ਼ ਦੀ ਖੋਜ ਕੀਤੀ, ਕਿਉਂਕਿ ਪਹਾੜਾਂ ਦੇ ਵਿੱਚੋਂ ਜਦੋਂ ਇਹ ਬਰਫ਼ ਲੈ ਕੇ ਆਉਂਦੇ ਸੀ ਤਾਂ ਉਹ ਬਰਫ਼ ਲਿਆਉਣ ਲਈ ਬਹੁਤ ਸਟਰਕਚਰ ਖਰਚ ਕਰਨਾ ਪੈਂਦਾ ਸੀ, ਬਹੁਤ ਮਤਲਬ ਸਿਸਟਮ ਨੂੰ, ਮਤਲਬ ਕਿ ਬਰਫ਼ ਲਿਆਏ, ਉਹਦੇ ਕੈਰੀਜ ਖਰਚਾ ਪੈ ਗਿਆ, ਉਹਨੂੰ ਸਾਂਭ ਸੰਭਾਲ। ਜਦੋਂ ਜਿੱਥੇ ਗਰਮੀ, ਜਿੱਥੇ ਗਰਮ ਚੀਜ਼ਾਂ ਦੀ ਇੱਥੇ ਲੋੜ ਸੀ ਆਪਾਂ ਨੂੰ ਬਰਫ਼ ਦੀ, ਜਦੋਂ ਆਪਾਂ ਉੱਥੇ ਯੂਜ਼ ਕਰਦੇ ਸੀਗੇ ਤਾਂ ਇਹ ਬਰਫ਼ ਆ ਕੇ ਖੁਰ ਜਾਂਦੀ ਸੀ। ਆਪਣਾ ਟਾਈਮ ਵੀ ਇੰਨਾ ਹੋ ਗਿਆ ਤੇ ਆਪਾਂ ਚੀਜ਼ ਨੂੰ ਸਪੋਇਲ ਹੋਣ ਤੋਂ, ਖਰਾਬ ਹੋਣ ਤੋਂ ਬਚਾ ਵੀ ਨਹੀਂ ਪਾਏ ਹੈਗੇ। ਫਿਰ ਇਹਨੇ ਇੱਕ ਰੈਫਰੀਜਰੇਟਰ ਤਿਆਰ ਕੀਤਾ, ਆਰਟੀਫੀਸ਼ੀਅਲ ਬਰਫ਼ ਤਿਆਰ ਕੀਤੀ। ਅੱਜ ਇਹਦੀ ਦੇਣ ਹੈ 1819 ਈਸਵੀ ਵਿੱਚ ਕੈਲਵਿਨੇਟ ਮਤਲਬ ਕਿ ਕੰਪਨੀ ਨੇ, ਅਮਰੀਕਾ ਦੀ ਨੇ, ਡੋਮੈਸਟਿਕ ਘਰੇਲੂ ਰੈਫਰੀਜਰੇਟਰ ਤਿਆਰ ਕੀਤਾ, ਜਿਹੜਾ ਅੱਜ ਆਪਾਂ ਸਾਰੇ ਆਪਣੇ ਘਰਾਂ ਦੇ ਵਿੱਚ ਦੇਖ ਰਹੇ ਹਾਂ। ਦੇਖੋ ਵੀ ਜਦੋਂ ਰੈਫਰੀਜਰੇਸ਼ਨ ਸਿਸਟਮ ਦੀ ਖੋਜ ਹੋਈ, ਉਹ ਤੋਂ ਬਾਅਦ 20ਵੀਂ ਸਦੀ ਦੇ ਵਿੱਚ ਕਿੰਨੀ ਡਿਵੈਲਪਮੈਂਟ ਆਈ, ਕਿੰਨਾ ਆਪਣਾ ਸਿਸਟਮ ਚੇਂਜ ਹੋਇਆ, ਕਿੰਨਾ ਆਪਣਾ ਸਟਰਕਚਰ ਚੇਂਜ ਹੋਇਆ, ਆਪਣੀ ਲਾਈਫ ਦੀ ਲਾਈਬਿਲਿਟੀ ਦੀ ਚੇਂਜ ਹੋ ਗਈ, ਆਪਣਾ ਸਟੈਂਡਰਡ ਹੀ ਹਾਈ ਹੋ ਗਿਆ ਰੈਫਰੀਜਰੇਸ਼ਨ ਦੀ ਮਦਦ ਦੇ ਨਾਲ। ਤੁਸੀਂ ਕੀ ਸੋਚ ਸਕਦੇ ਹੋ? ਜਿਹੜੀ ਆਪਾਂ ਅੱਜ ਲਗਜ਼ਰੀ ਲਾਈਫ ਜਿਉ ਰਹੇ ਹਾਂ, ਉਹ ਰੈਫਰੀਜਰੇਸ਼ਨ ਸਿਸਟਮ ਦੀ ਮਦਦ ਦੇ ਨਾਲ ਜਿਉ ਰਹੇ ਹਾਂ। ਏਸੀਆਂ 'ਚ ਬੈਠੇ ਹਾਂ, ਏਸੀ ਹੋਟਲਾਂ 'ਚ ਬੈਠੇ ਹਾਂ, ਸ਼ਾਪਿੰਗ ਮਾਲਾਂ ਵਿੱਚ ਸ਼ਾਪਿੰਗ ਕਰ ਰਹੇ ਹਾਂ, ਕਿਹਦੀ ਦੇਣ ਹੈ? ਸਭ ਰੈਫਰੀਜਰੇਸ਼ਨ ਸਿਸਟਮ ਦੀ ਦੇਣ ਹੈ। ਜਿਹੜੀ ਮਸ਼ੀਨਰੀ ਹੈ ਜਿਹਦੇ ਵਿੱਚ ਕੁਆਲਿਟੀ ਭਾਲ ਰਹੇ ਹਾਂ ਆਪਾਂ, ਉਹ ਕਿਹਦੀ ਦੇਣ ਹੈ? ਜਿਹੜੀ ਕਿਤੇ ਕੋਈ ਪ੍ਰੋਡਕਸ਼ਨ ਹੁੰਦੀ ਹੈ, ਜਿੱਥੇ ਰੈਫਰੀਜਰੇਸ਼ਨ ਦੀ ਮਦਦ ਹੁੰਦੀ ਹੈ, ਜਿਹੜੀ ਉੱਥੇ ਕੁਆਲਿਟੀ ਤਿਆਰ ਕੀਤੀ ਜਾਂਦੀ ਹੈ, ਉਹ ਰੈਫਰੀਜਰੇਸ਼ਨ ਦੀ ਮਦਦ ਦੇ ਨਾਲ ਤਿਆਰ ਕੀਤੀ ਜਾਂਦੀ ਹੈ, ਹਾਈ ਲੈਵਲ ਦੀ ਕੁਆਲਿਟੀ। ਉਹ ਸਾਰਾ ਸਿਸਟਮ ਅੱਜ ਰੈਫਰੀਜਰੇਸ਼ਨ ਦੀ ਦੇਣ ਹੈ। ਇਹ ਸਿਸਟਮ ਹਜੇ ਬੰਦ ਨਹੀਂ ਹੋਇਆ ਹੈਗਾ, ਇਸ ਸਿਸਟਮ ਉੱਤੇ ਖੋਜ ਹਜੇ ਵੀ ਚੱਲ ਰਹੀ ਹੈ, ਪੂਰੇ ਲਾਰਜ ਸਕੇਲ ਤੇ ਚੱਲ ਰਹੀ ਹੈ। ਦੇਖੋ ਪਹਿਲਾਂ ਕੀ ਸਿਸਟਮ ਸੀ, ਪਹਿਲਾਂ ਸਲੋ ਸਪੀਡ ਸਿਸਟਮ ਸੀ, ਫਿਰ ਉਹ ਤੋਂ ਬਾਅਦ ਹਾਈ ਸਪੀਡ ਸਿਸਟਮ ਆ ਗਿਆ, ਫਿਰ ਸਟਾਰ ਰੇਟਿੰਗ ਆ ਗਿਆ, ਫਿਰ BRF ਤੇ BRV ਆ ਗਿਆ, ਇਨਵਰਟਰ ਟੈਕਨੋਲੋਜੀ ਹੋ ਗਈ। ਜਿਵੇਂ ਜਿਵੇਂ ਆਪਣੀ ਰਿਕੁਆਇਰਮੈਂਟ ਹੈ, ਉਸ ਹਿਸਾਬ ਨਾਲ ਇਹ ਸਿਸਟਮ ਡਿਵੈਲਪ ਹੋ ਰਿਹਾ ਹੈ, ਦੁਨੀਆ ਦੇ ਵਿੱਚ ਡਿਵੈਲਪ ਹੋ ਰਿਹਾ ਹੈ, ਦੁਨੀਆ ਦੇ ਵਿੱਚ ਇੱਕ ਅਲੱਗ ਹੀ ਨਾਮ ਕਮਾ ਰਿਹਾ। ਇਹਦਾ ਮਤਲਬ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਰੈਫਰੀਜਰੇਸ਼ਨ ਸਿਸਟਮ ਦਾ। ਜੇ ਆਪਾਂ ਸੋਚ ਕੇ ਚੱਲੀਏ, ਇਹ ਰੈਫਰੀਜਰੇਸ਼ਨ ਸਿਸਟਮ ਕੋਈ ਮਾੜੀ ਮੋਟੀ ਗੱਲਬਾਤ ਨਹੀਂ ਹੈਗੀ। ਜਿਵੇਂ ਆਪਾਂ ਸੋਚਦੇ ਹਾਂ ਵੀ ਦੇਸ਼ ਦੀ ਤਰੱਕੀ, ਵਰਲਡ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਹੱਥ ਰੈਫਰੀਜਰੇਸ਼ਨ ਸਿਸਟਮ ਦਾ। ਆਪਾਂ ਅੱਗੇ ਪੜ੍ਹਦੇ ਹਾਂ, ਇਹ ਤਾਂ ਆਪਣੀ ਹਿਸਟਰੀ ਹੋ ਗਈ ਰੈਫਰੀਜਰੇਸ਼ਨ ਦੀ, ਵੀ ਕਿਹੜੀ ਮਸ਼ੀਨਰੀ ਵਰਤੀ ਜਾਂਦੀ ਹੈ, ਜਿਹੜੀ ਮਸ਼ੀਨਰੀ ਦੁਆਰਾ ਅਸੀਂ ਠੰਡਕ ਪੈਦਾ ਕਰਦੇ ਹਾਂ, ਉਹ ਮਸ਼ੀਨਰੀ ਕਿਹੜੀ ਹੈ ਜਿਹਦੇ ਦੁਆਰਾ ਅਸੀਂ ਫੂਡ ਮਟੀਰੀਅਲ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ। ਡੋਮੈਸਟਿਕ ਰੈਫਰੀਜਰੇਟਰ, ਘਰੇਲੂ ਫ੍ਰਿਜ ਸਾਰੀ ਯੂਜ਼ ਕਰਦੇ ਹਾਂ। ਦੇਖੋ ਵੀ ਆਪਣੇ ਘਰਾਂ ਦੇ ਵਿੱਚ ਫ੍ਰਿਜ ਹੈ। ਅੱਜ ਕੱਲ੍ਹ ਆਪਾਂ ਜੇ ਫ੍ਰਿਜ ਲੈਣ ਜਾਂਦੇ ਹਾਂ ਮਾਰਕੀਟ ਦੇ ਵਿੱਚੋਂ, ਘੱਟੋ ਘੱਟ 40-50 ਲੱਖ ਦੇ ਕਰੀਬ ਫ੍ਰਿਜ ਖਰੀਦਦੇ ਹਾਂ, ਵੀ ਸਾਡੇ ਘਰ ਦੀ ਸ਼ੋਭਾ ਵਧਾਵੇ। ਕਿਹਦੀ ਦੇਣ ਹੈ? ਰੈਫਰੀਜਰੇਸ਼ਨ ਸਿਸਟਮ ਦੀ। ਮਿਲਕ ਕੂਲਰ ਹੈ, ਦੁੱਧ ਵਾਲੇ ਕੂਲਰ ਜਿਹਦੇ ਵਿੱਚ ਦੁੱਧ ਨੂੰ ਸਟੋਰ ਕੀਤਾ ਜਾਂਦਾ ਹੈ। ਏਅਰ ਕੰਡੀਸ਼ਨ ਆਪਾਂ ਦੇਖ ਹੀ ਰਹੇ ਹਾਂ। ਅੱਜ ਕੱਲ੍ਹ ਜੇ ਪਹਿਲਾਂ ਕਾਰ ਲੈਣੀ ਹੋਵੇ, ਪਹਿਲਾਂ ਆਪਾਂ ਕਾਰ ਵਾਲੀ ਜਗ੍ਹਾ ਤੇ ਜਾਂਦੇ ਹਾਂ ਵੀ ਹਾਂਜੀ ਏਅਰ ਕੰਡੀਸ਼ਨ ਕਾਰ ਦਿਖਾ। ਪਹਿਲਾਂ ਆਪਾਂ ਲੈਂਦੇ ਸੀ ਨੌਨ ਏਅਰ ਕੰਡੀਸ਼ਨ ਗੱਡੀਆਂ, ਅੱਜ ਕਿਹੜੀਆਂ ਲੈ ਰਹੇ ਹਾਂ? ਏਅਰ ਕੰਡੀਸ਼ਨ ਗੱਡੀਆਂ ਯੂਜ਼ ਕਰ ਰਹੇ ਹਾਂ ਆਪਾਂ ਸਾਰੀਆਂ ਰੈਫਰੀਜਰੇਸ਼ਨ ਦੀਆਂ। ਆਈਸ ਫੈਕਟਰੀ, ਬਰਫ਼ ਵਾਲੇ ਕਾਰਖਾਨਿਆਂ ਬਾਰੇ ਸਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ। ਬੋਟਲ ਕੂਲਰ, ਜਿਹਦੇ ਵਿੱਚ ਬੋਟਲਾਂ ਠੰਡੀਆਂ ਕੀਤੀਆਂ ਜਾਂਦੀਆਂ, ਕੋਲਡ ਡਰਿੰਕ ਦੀਆਂ, ਦੁੱਧ ਦੀਆਂ, ਉਹਨੂੰ ਆਪਾਂ ਬੋਟਲ ਕੂਲਰ ਬੋਲਦੇ ਹਾਂ। ਕੋਲਡ ਸਟੋਰੇਜ ਪਲਾਂਟ, ਜਿੱਥੇ ਮਤਲਬ ਫਲਾਂ ਤੇ ਸਬਜ਼ੀਆਂ ਨੂੰ ਸਟੋਰ ਕੀਤਾ ਜਾਂਦਾ ਹੈ, ਉਹਨੂੰ ਆਪਾਂ ਕੋਲਡ ਸਟੋਰੇਜ ਪਲਾਂਟ ਬੋਲਦੇ ਹਾਂ। ਡੀਪ ਫਰੀਜ਼ਰ, ਜਿੱਥੇ ਮਤਲਬ ਡੀਪ ਕੂਲਿੰਗ ਕੀਤੀ ਜਾਂਦੀ ਆ, ਮਾਈਨਸ ਦੇ ਵਿੱਚ ਕੂਲਿੰਗ ਕੀਤੀ ਜਾਂਦੀ ਹੈ, ਜਿੱਥੇ ਆਈਸਕ੍ਰੀਮ ਵਗੈਰਾ, ਜਿੱਥੇ ਮਤਲਬ ਕਿ ਮਾਸ ਮੱਛੀ ਜੋ ਵੀ ਯੂਜ਼ ਕਰਦੇ ਆਪਾਂ, ਉਹਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਲੰਬੇ ਸਮੇਂ ਤੱਕ। ਵਾਟਰ ਕੂਲਰ ਯੂਜ਼ ਕਰਦੇ ਹਾਂ ਆਪਾਂ ਠੰਡਾ ਪਾਣੀ ਪੀਣ ਦੇ ਲਈ, ਕਮਰਸ਼ੀਅਲ ਵੀ ਯੂਜ਼ ਕਰਦੇ ਹਾਂ, ਡੋਮੈਸਟਿਕ ਵੀ ਯੂਜ਼ ਕਰਦੇ ਹਾਂ। ਆਈਸ ਕੈਂਡੀ ਪਲਾਂਟ, ਜਿੱਥੇ ਆਈਸਕ੍ਰੀਮ ਨੂੰ ਤਿਆਰ ਕੀਤਾ ਜਾਂਦਾ ਹੈ। ਦੇਖੋ ਠੰਡੀ ਠੰਡੀ ਆਈਸਕ੍ਰੀਮ ਖਾ ਰਹੇ ਹਾਂ, ਕਿਹਦੀ ਦੇਣ ਹੈ? ਰੈਫਰੀਜਰੇਸ਼ਨ ਸਿਸਟਮ ਦੀ ਦੇਣ ਹੈ। ਪਹਿਲੇ ਜ਼ਮਾਨੇ 'ਚ ਕਿਹੜੀ ਆਈਸਕ੍ਰੀਮ ਪੈਦਾ ਹੁੰਦੀ, ਮਤਲਬ ਕਿ ਤਿਆਰ ਕੀਤੀ ਜਾਂਦੀ ਸੀ। ਅੱਜ ਆਪਾਂ ਆਈਸਕ੍ਰੀਮ ਖਾ ਰਹੇ ਹਾਂ, ਸਾਰੇ ਯੂਜ਼ ਕਰ ਰਹੇ ਹਾਂ। ਦੇਖੋ ਵੀ ਡਿਸਪਲੇ ਕੇਸ ਹੈ। ਅੱਜ ਕੱਲ੍ਹ ਆਪਾਂ ਦੇਖ ਹੀ ਰਹੇ ਹਾਂ, ਜਿੰਨੇ ਮਤਲਬ ਵੈਰਾਈਟੀ ਸਟੋਰ ਨੇ, ਜਿੰਨੇ ਸਵੀਟ ਸ਼ਾਪ ਨੇ, ਸਭ ਤੇ ਡਿਸਪਲੇ ਕੇਸ ਲੱਗੇ ਹੋਏ ਨੇ। ਤੇ ਡਿਸਪਲੇ ਵਿੱਚ ਆਪਾਂ ਆਸਾਨੀ ਨਾਲ ਦੱਸ ਸਕਦੇ ਹਾਂ ਸਾਨੂੰ ਆਹ ਚੀਜ਼ ਚਾਹੀਦੀ ਹੈ, ਆਹ ਰਿਕੁਆਇਰਮੈਂਟ ਹੈ। ਤੇ ਜਿਹੜਾ ਦੁਕਾਨਦਾਰ ਹੈ ਵੀ ਉਹ ਵੀ ਚੀਜ਼ ਡਿਸਪਲੇ 'ਚ ਲਾ ਸਕਦਾ ਹੈ ਵੀ ਸਾਨੂੰ ਸਾਡੇ ਕੋਲੇ ਆਹ ਚੀਜ਼ ਅਵੇਲੇਬਲ ਹੈ, ਤਾਂ ਕਿ ਆਪਾਂ ਡਿਸਪਲੇ ਵਿੱਚ ਦੇਖ ਕੇ ਉਤੋਂ ਡਿਮਾਂਡ ਕਰ ਸਕੀਏ। ਵਾਕਿੰਗ ਕੂਲਰ ਕੀ ਹੈ? ਵਾਕਿੰਗ ਕੂਲਰ ਕੀ ਹੈ? ਇੱਕ ਤੁਰਦਾ ਫਿਰਦਾ ਕੂਲਰ ਹੈ, ਠੰਡਾ ਕੂਲਰ ਹੈ, ਜਿਹੜਾ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਉਂਦਾ ਹੈ। ਇਹ ਆਪਣੇ ਰੈਫਰੀਜਰੇਸ਼ਨ ਦੀ ਮਸ਼ੀਨਰੀ ਹੈ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਹੋਰ ਵੀ ਬਹੁਤ ਤਰ੍ਹਾਂ ਦੀ ਮਸ਼ੀਨਰੀ ਹੈ ਜਿਹੜੀ ਆਪਾਂ ਇਹਦੇ ਵਿੱਚ ਵਰਤਦੇ ਹਾਂ। ਇਸ ਤਰ੍ਹਾਂ ਮੇਨ ਮਸ਼ੀਨਰੀ ਬਾਰੇ ਦੱਸਿਆ ਗਿਆ ਹੈ, ਠੀਕ ਹੈ ਵੀ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਟਾਈਪਸ ਆਫ ਰੈਫਰੀਜਰੇਸ਼ਨ ਸਿਸਟਮ।
ਕਿਹੜੇ ਟਾਈਪਸ ਨਾਲ ਠੰਡਕ ਪੈਦਾ ਕੀਤੀ ਜਾ ਸਕਦੀ ਹੈ। ਵੈਸੇ ਤਾਂ ਕੋਈ ਸਿਸਟਮ ਵੀ ਹੋ ਸਕਦਾ ਹੈ ਜਿਹਦੇ ਦੁਆਰਾ ਆਪਾਂ ਠੰਡਕ ਪ੍ਰੋਡਿਊਸ ਕਰਦੇ ਹਾਂ, ਜਾਂ ਆਪਾਂ ਹਵਾ ਨੂੰ ਠੰਡਾ ਕਰਦੇ ਹਾਂ, ਜਾਂ ਕਿਸੇ ਸਮਾਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਯੂਜ਼ ਕਰਦੇ ਹਾਂ, ਉਹ ਸਾਰਾ ਰੈਫ੍ਰਿਜਰੇਸ਼ਨ ਸਿਸਟਮ ਹੈ, ਉਹਦੇ ਨਾਲ ਹੀ ਖੋਜ ਹੋਈ ਇਹ। ਜੇ ਪਹਿਲਾਂ ਕੋਈ ਮਸ਼ੀਨਰੀ ਨਹੀਂ ਸੀ ਤਾਂ ਕਿਸੇ ਦੁਆਰਾ ਕਿਸੇ ਚੀਜ਼ ਨੂੰ ਠੰਡਾ ਰੱਖ ਕੇ ਬਚਾਇਆ ਜਾ ਸਕਦਾ ਸੀ, ਉਹ ਰੈਫ੍ਰਿਜਰੇਸ਼ਨ ਦੀ ਦੇਣ ਸੀ। ਸਾਨੂੰ ਪਹਿਲਾਂ ਕੀ ਗੱਲ ਕਰੀਏ ਆਪਾਂ, ਪਹਿਲੇ ਸਿਸਟਮ ਦੀ ਆਈਸ ਰੈਫ੍ਰਿਜਰੇਸ਼ਨ ਸਿਸਟਮ, ਬਰਫ਼ ਦੁਆਰਾ ਠੰਡਕ ਪੈਦਾ ਕਰਨ ਵਾਲੇ ਸਿਸਟਮ ਨੂੰ ਆਪਾਂ ਕੀ ਬੋਲਦੇ ਹਾਂ, ਆਈਸ ਰੈਫ੍ਰਿਜਰੇਸ਼ਨ ਸਿਸਟਮ ਬੋਲਦੇ ਹਾਂ। ਨੰਬਰ 2 ਨੰਬਰ ਤੇ ਕਿਹੜਾ ਜੀ, ਵਾਟਰ ਵੇਪਰ ਸਿਸਟਮ, ਪਾਣੀ ਦੇ ਦੁਆਰਾ ਠੰਡਕ ਪੈਦਾ ਕਿਵੇਂ ਕੀਤੀ ਜਾ ਸਕਦੀ ਹੈ। ਤੀਜਾ ਆਪਣਾ ਹੈਗਾ ਅਬਜ਼ੋਰਪਸ਼ਨ ਰੈਫ੍ਰਿਜਰੇਸ਼ਨ ਸਿਸਟਮ। ਚੌਥਾ ਹੈਗਾ ਵੇਪਰ ਕੰਪਰੈਸ਼ਨ ਜਾਂ ਮਕੈਨੀਕਲ ਰੈਫ੍ਰਿਜਰੇਸ਼ਨ ਸਿਸਟਮ, ਜਿਹੜਾ ਅੱਜ ਸੰਸਾਰ ਦੇ ਵਿੱਚ ਚੱਲ ਰਿਹਾ ਵੇਪਰ ਕੰਪਰੈਸ਼ਨ ਜਾਂ ਮਕੈਨੀਕਲ ਰੈਫ੍ਰਿਜਰੇਸ਼ਨ ਸਿਸਟਮ ਚੱਲ ਰਿਹਾ ਸਾਰਾ। ਇਹਦੇ ਦੁਆਰਾ ਹੀ ਆਪਾਂ ਠੰਡਕ ਪੈਦਾ ਕਰ ਰਹੇ ਹਾਂ ਸਾਰੀ। ਜਿਹੜਾ ਹੁਣ ਦਾ ਡਿਵੈਲਪਮੈਂਟ ਵਾਲਾ ਸਿਸਟਮ ਹੈ, ਜਿਹੜਾ ਆਪਣਾ ਅੱਜ ਆਪਾਂ ਵੇਪਰ ਕੰਪਰੈਸ਼ਨ ਸਿਸਟਮ ਦੀ ਵਰਤੋਂ ਕਰਦੇ ਹਾਂ, ਕਿਹਦੀ ਦੇਣ ਹੈ, ਜੈਕੋਬ ਪਾਰਕਿਨ ਦੀ ਦੇਣ ਹੈ। ਜਿਹੜਾ ਆਪਾਂ ਸਿਸਟਮ ਯੂਜ਼ ਕਰ ਰਹੇ ਹਾਂ ਉਹਨੇ ਤਿਆਰ ਕੀਤਾ ਸੀ 1834 ਈਸਵੀ ਦੇ ਵਿੱਚ। ਥਰਮੋਇਲੈਕਟ੍ਰਿਕ ਰੈਫ੍ਰਿਜਰੇਸ਼ਨ ਸਿਸਟਮ ਹੈਗਾ ਆਪਣਾ, ਡਰਾਈ ਸਾਈਜ਼ ਰੈਫ੍ਰਿਜਰੇਸ਼ਨ ਸਿਸਟਮ ਹੈਗਾ ਆਪਣਾ, ਸਟੀਮ ਜੈਟ ਰੈਫ੍ਰਿਜਰੇਸ਼ਨ ਸਿਸਟਮ ਹੈ, ਲਿਕੁਇਡ ਰੈਫ੍ਰਿਜਰੇਸ਼ਨ ਸਿਸਟਮ ਹੈ, ਗੈਸ ਥ੍ਰੋਟਲਿੰਗ ਰੈਫ੍ਰਿਜਰੇਸ਼ਨ ਸਿਸਟਮ ਹੈ। ਬਹੁਤ ਤਰ੍ਹਾਂ ਦੇ ਰੈਫ੍ਰਿਜਰੇਸ਼ਨ ਸਿਸਟਮ ਨੇ ਜਿਹੜੇ ਆਪਾਂ ਆਪਦੇ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ ਰੈਫ੍ਰਿਜਰੇਸ਼ਨ ਸਿਸਟਮ। ਹੁਣ ਆਪਾਂ ਇਕੱਲੇ ਰੈਫ੍ਰਿਜਰੇਸ਼ਨ ਸਿਸਟਮ ਬਾਰੇ ਡਿਸਕਸ ਕਰਾਂਗੇ ਜਿੱਦਾਂ ਆਪਣੇ ਤੋਂ ਅੱਜ ਹੋਏ। ਪਹਿਲਾਂ ਆਪਾਂ ਆਈਸ ਰੈਫ੍ਰਿਜਰੇਸ਼ਨ ਸਿਸਟਮ ਦੀ ਗੱਲ ਕਰਾਂਗੇ ਵੀ ਆਈਸ ਰੈਫ੍ਰਿਜਰੇਸ਼ਨ ਸਿਸਟਮ ਕੀ ਹੈ। ਦੇਖਦੇ ਹਾਂ ਆਪਾਂ ਅੱਗੇ। ਦੇਖੋ ਵੀ ਜਿਹੜਾ ਆ ਤੁਹਾਨੂੰ ਸ਼ੋ ਹੋਈ ਹੈ ਪਿਕਚਰ, ਇਹ ਆਈਸ ਰੈਫ੍ਰਿਜਰੇਸ਼ਨ ਸਿਸਟਮ ਹੈ। ਦੇਖੋ ਇੱਕ ਬੰਦ ਬੋਡੀ ਹੈ। ਅੱਜ ਵੀ ਆਪਾਂ ਆਈਸ ਸਿਸਟਮ ਤੋਂ ਦੇਖੋ ਵੀ ਆਪਣੀ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ ਤਾਂ ਆਪਾਂ ਇਹ ਤੋਂ ਇਨਕਾਰ ਨਹੀਂ ਕਰ ਸਕਦੇ ਵੀ ਅੱਜ ਵੀ ਆਪਾਂ ਆਈਸ ਰੈਫ੍ਰਿਜਰੇਸ਼ਨ ਸਿਸਟਮ ਵਰਤ ਰਹੇ ਹਾਂ, ਯੂਜ਼ ਕਰ ਰਹੇ ਹਾਂ। ਬਰਫ਼ ਦੇ ਟੁਕੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਵੀ ਇੱਕ ਦੂਜੀ ਚੀਜ਼ ਨੂੰ ਸ਼ਿਫਟ ਕਰਨ ਦੇ ਲਈ ਆਪਾਂ ਦੇਖਦੇ ਹਾਂ ਆਪਦੇ ਸਿਸਟਮ ਦੇ ਵਿੱਚ, ਜਦੋਂ ਆਪਾਂ ਮਤਲਬ ਕਿਸੇ ਰੇੜੀ ਜਾਂ ਕਿਸੇ ਉੱਤੇ ਚੀਜ਼ ਜਾਂਦੇ ਹਾਂ, ਜਿਵੇਂ ਸਕੰਜਮੀ ਵਾਲਾ ਹੋ ਰਿਹਾ, ਉਹਨੇ ਆਈਸ ਬਾਕਸ ਦੇ ਵਿੱਚ ਬਰਫ਼ ਪਾਈ ਹੋਈ। ਬਹੁਤ ਮਤਲਬ ਕਿ ਹਜੇ ਵੀ ਆਈਸ ਰੈਫ੍ਰਿਜਰੇਸ਼ਨ ਸਿਸਟਮ ਦਾ ਇਸਤੇਮਾਲ ਕਰਦੇ ਹਾਂ। ਇਹਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਆਪਾਂ ਆਈਸ ਰੈਫ੍ਰਿਜਰੇਸ਼ਨ ਸਿਸਟਮ ਬਾਰੇ ਪੜ੍ਹਦੇ ਹਾਂ। ਸਾਨੂੰ ਪਹਿਲਾਂ ਆਪਾਂ ਰੈਫ੍ਰਿਜਰੇਸ਼ਨ ਸਿਸਟਮ ਦੇਖੀਏ ਵੀ ਜਿਹੜੀ ਹੀਟ ਹੈ 1 ਕਿਲੋ ਆਈਸ ਹੈ ਜੀ 80 ਕਿਲੋ ਕੈਲੋਰੀ ਹੀਟ ਰਿਮੂਵ ਕਰਦੀ ਹੈ। ਸਾਨੂੰ ਪਹਿਲਾਂ ਇਹ ਸਮਝਣਾ ਹੈ ਵੀ ਜਿਹੜੀ ਮਤਲਬ 1 ਕਿਲੋ ਆਈਸ ਹੈ, 1 ਕਿਲੋਗ੍ਰਾਮ ਬਰਫ਼ ਹੈ, ਉਹ 80 ਕਿਲੋ ਕੈਲੋਰੀ ਹੀਟ ਰਿਮੂਵ। ਜਿਹੜੀ ਆਪਣੀ ਇਹ ਬੋਡੀ ਹੈ ਆਪਾਂ ਦੇਖ ਰਹੇ ਹਾਂ ਸਾਰਾ, ਇਹਦੇ ਵਿੱਚ ਕੀ ਲੱਗਿਆ ਹੋਇਆ ਹੈ, ਇੱਕ ਇਹਦੇ ਵਿੱਚ ਕੀਪ ਲੱਗੀ ਹੋਈ ਹੈ, ਇੱਕ ਇਹਦੇ ਉੱਤੇ ਟਰੇ ਰੱਖੀ ਹੋਈ ਹੈ। ਟਰੇ ਦੇ ਉੱਤੇ ਆਪਾਂ ਆਈਸ ਰੱਖ ਸਕਦੇ ਹਾਂ। ਇਹ ਇੱਕ ਤਰ੍ਹਾਂ ਦਾ ਆਈਸ ਬਾਕਸ ਦੀ ਤਰ੍ਹਾਂ ਹੀ ਬੰਦ ਬੋਡੀ ਹੁੰਦੀ ਹੈ, ਲੋਹੇ ਦੀ ਲਾ ਲਓ, ਮਤਲਬ ਕਿ ਲੱਕੜ ਦੀ ਲਾ ਲਓ, ਜੋ ਵੀ ਆਪਾਂ ਮਤਲਬ ਯੂਜ਼ ਕਰਨੀ ਹੈ ਆਪਾਂ ਕਰ ਸਕਦੇ ਹਾਂ। ਉਹਦੇ ਵਿੱਚ ਆਪਾਂ ਸਪੇਸ ਜਿਹੜਾ ਰੱਖਿਆ ਹੋਇਆ ਸਰਾਊਂਡਿੰਗ ਏਰੀਆ, ਇਹਦੇ ਵਿੱਚ ਜਿਹੜਾ ਟੈਂਪਰੇਚਰ ਆਪਾਂ 0 ਡਿਗਰੀ ਤੱਕ ਹੀ ਲੈ ਸਕਦੇ ਹਾਂ। 0 ਡਿਗਰੀ ਤੱਕ ਹੀ ਆਪਾਂ ਟੈਂਪਰੇਚਰ ਨੂੰ ਲੈ ਕੇ ਸਮਾਨ ਨੂੰ ਖਰਾਬ ਹੋਣ ਤੋਂ ਬਚਾ ਸਕਦੇ। ਇਹ ਤੋਂ ਬਾਅਦ ਕੀ ਕੀਤਾ, ਟਰੇ ਦੇ ਵਿੱਚ ਆਪਾਂ ਬਰਫ਼ ਰੱਖਤੀ ਜਿੰਨੀ ਆਪਾਂ ਨੂੰ ਏਰੀਆ ਰਿਕੁਆਇਰ ਹੈ। ਇਹ ਸਾਰਾ ਜਿਹੜਾ ਮਤਲਬ ਕਿ ਆਹ ਸਿਸਟਮ ਹੈ ਸਾਰਾ, ਇਹ ਕੀ ਹੈ, ਸਾਰੀ ਬੋਡੀ ਸੀਲਡ ਹੈ। ਇਹਦੇ ਅੰਦਰ ਪੰਪ ਵਗੈਰਾ ਭਰੀ ਹੋਈ ਹੈ ਜਾਂ ਕੋਰਕ ਸ਼ੀਟ ਭਰੀ ਹੋਈ ਹੈ, ਜੋ ਵੀ ਕੀ ਹੈ ਇਹਨੂੰ ਮਤਲਬ ਕਿ ਇਹ ਰਜਿਸਟਰ ਬਣਾਇਆ ਗਿਆ ਵੀ ਇਹਦੇ ਅੰਦਰ ਜਿਹੜੀ ਹਵਾ ਹੈ ਕ੍ਰੋਸ ਨਹੀਂ ਹੋ ਸਕਦੀ, ਬਾਹਰਲੀ ਹਵਾ ਇਹਦੇ ਅੰਦਰ ਕ੍ਰੋਸ ਨਹੀਂ, ਅੰਦਰਲਾ ਟੈਂਪਰੇਚਰ ਅੰਦਰ ਹੀ ਰਹੂਗਾ। ਕੀ ਹੋਇਆ ਵੀ ਜਿਹੜਾ ਆਹ ਸਮਾਨ ਹੈ ਆਪਾਂ ਇਹਦੇ ਅੰਦਰ ਜਿੰਨਾ ਆਪਣਾ ਹੀਟ ਵਾਲਾ ਸਮਾਨ ਹੈ, ਗਰਮ ਸਮਾਨ ਹੈ, ਇਹਦੇ ਅੰਦਰ ਰੱਖਤਾ। ਉਹ ਤੋਂ ਬਾਅਦ ਸਮਾਨ ਰੱਖਣ ਤੋਂ ਬਾਅਦ ਆਪਾਂ ਕੀ ਕੀਤਾ, ਜਿਹੜਾ ਆਪਾਂ ਸਮਾਨ ਹੈ ਇਹਦੇ ਅੰਦਰ ਰੱਖਤਾ। ਉਹ ਤੋਂ ਬਾਅਦ ਬਰਫ਼ ਰੱਖਤੀ, ਇਹ ਸਿਸਟਮ ਨੂੰ ਸਾਰੇ ਨੂੰ ਬੰਦ ਕਰਤਾ। ਉਹਦੀ ਕੁਆਂਟੀਟੀ ਦੇ ਮੁਤਾਬਕ ਜਿੰਨਾ ਸਪੇਸ ਹੈ, ਜਿੰਨੀ ਇਹਦੇ ਵਿੱਚ ਆਈਸ ਆਪਾਂ ਪ੍ਰੋਵਾਈਡ ਕਰ ਸਕਦੇ ਹਾਂ। ਉਹ ਤੋਂ ਬਾਅਦ ਕੀ ਹੋਊਗਾ, ਇਹਦੇ ਅੰਦਰ ਇਹ ਵਰਕਿੰਗ ਕਿਵੇਂ ਕਰਦਾ, ਕੰਮ ਕਿਵੇਂ ਕਰਦਾ। ਦੇਖੋ ਵੀ ਜਿਹੜਾ ਆਹ ਸਮਾਨ ਹੈ ਆਪਾਂ ਇੱਥੇ ਖਰਾਬ ਹੋਣ ਤੋਂ ਬਚਾਉਣ ਲਈ ਰੱਖਿਆ ਹੋਇਆ ਸਮਾਨ, ਠੀਕ ਹੈ ਵੀ। ਇੱਧਰੋਂ ਆਹ ਸਮਾਨ ਰੱਖਿਆ ਹੋਇਆ ਇਹਦੇ ਵਿੱਚ, ਜਿਹੜਾ ਗਰਮ ਸਮਾਨ ਹੈ, ਕੋਈ ਵੀ ਹੈ, ਫਲ ਹੈ, ਸਬਜ਼ੀ ਹੈ, ਜੋ ਵੀ 0 ਡਿਗਰੀ ਤੱਕ ਆਪਾਂ ਰੱਖ ਸਕਦੇ ਹਾਂ। ਇਹ ਆਪਣੀ ਆਈਸ ਹੈ। ਜਦੋਂ ਜਿਹੜਾ ਇਹਦੇ ਅੰਦਰ ਸਮਾਨ ਪਿਆ, ਇਹਦੇ ਅੰਦਰ ਹਵਾ ਵੀ ਮੌਜੂਦ ਹੈ। ਜਦੋਂ ਉਹ ਹਵਾ ਬਰਫ਼ ਨੂੰ ਟੱਚ ਕਰੂਗੀ ਤਾਂ ਕੀ ਹੋਊਗੀ, ਹਵਾ ਉਹ ਠੰਡੀ ਹੋ ਜਾਊਗੀ। ਠੰਡੀ ਹੋ ਕੇ ਕੀ ਹੋਊਗਾ, ਉਹ ਜਿਹੜਾ ਸਮਾਨ ਪਿਆ ਉਹਦੇ ਨਾਲ ਟਕਰਾਊਗੀ ਤਾਂ ਉਹ ਸਮਾਨ ਦੀ ਹੀਟ ਲੈ ਲੂਗੀ ਤੇ ਦੁਬਾਰਾ ਫਿਰ ਜਿਹੜਾ ਹਵਾ ਦਾ ਮਤਲਬ ਕਿ ਸਰਕਲ ਹੈ ਇਹਦੇ ਵਿੱਚ ਹੀ ਘੁੰਮੀ ਜਾਂਦਾ ਹੈ। ਜਦੋਂ ਆਪਾਂ ਕੋਈ ਚੀਜ਼ ਨੂੰ ਬੰਦ ਕਰਕੇ ਰੱਖਾਂਗੇ ਤਾਂ ਹਵਾ ਆਪੇ ਨੇ ਆਪ ਹੀ ਸਰਕੂਲੇਟ ਕਰੀ ਜਾਂਦੀ ਹੈ ਤੇ ਜਿਹੜਾ ਸਮਾਨ ਹੈ ਅੰਦਰ ਪਿਆ ਉਹਨੂੰ ਠੰਡਾ ਕਰੀ ਜਾਂਦੀ ਹੈ। ਜਿਹੜੀ ਆਪਣੀ ਆਹ ਕੀਪ ਹੈ, ਕੀਪ ਦੇ ਵਿੱਚ ਕੀ ਹੋਊਗਾ, ਜਦੋਂ ਬਰਫ਼ ਖੁਰੂਗੀ, ਜਦੋਂ ਟੈਂਪਰੇਚਰ ਮਤਲਬ ਕਿ ਗਰਮ ਹਵਾ ਇਹਦੇ ਨਾਲ ਟਕਰਾਊਗੀ ਤਾਂ ਆਟੋਮੈਟਿਕ ਹੀ ਬਰਫ਼ ਖੁਰੂਗੀ। ਜਦੋਂ ਬਰਫ਼ ਖੁਰੀ
ਤਾਂ ਕੀ ਹੈ ਜਿਹੜੀ ਕੀਪ ਲੱਗੀ ਹੋਈ ਹੈ, ਡਰੇਨ ਪਾਈਪ ਲੱਗੀ ਹੋਈ ਹੈ, ਤਾਂ ਇਹਦੇ ਵਿੱਚ ਕੀ ਹੋਊਗਾ, ਜਿਹੜਾ ਮਤਲਬ ਪਾਣੀ ਆਪਣਾ ਡਰੇਨ ਹੋ ਕੇ ਥੱਲੇ ਟਰੇ ਦੇ ਵਿੱਚ ਆ ਜਾਊਗਾ। ਤੇ ਜਿਹੜੀ ਡਰੇਨ ਵਾਲੀ ਪਾਈਪ ਹੈ ਇਹ ਵੀ ਮਤਲਬ ਕਿ ਠੰਡੀ ਹੋ ਜਾਊਗੀ ਪੂਰੀ ਪ੍ਰੋਪਰ। ਤਾਂ ਜਿਹੜੀ ਹਵਾ ਇਹਦੇ ਨਾਲ ਟਕਰਾਊਗੀ ਤਾਂ ਉਹ ਵੀ ਸਮਾਨ ਠੰਡਾ ਹੋਣ ਲੱਗ ਜਾਊਗਾ। ਇਸੇ ਤਰ੍ਹਾਂ ਜਿਹੜੀ ਹਵਾ ਇਹ ਸਰਕੂਲੇਟ ਕਰੀ ਜਾਂਦੀ ਹੈ ਆਲੇ ਦੁਆਲੇ ਦੇ, ਘੁੰਮੀ ਜੀ ਹੈ। ਘੁੰਮਣ ਤੋਂ ਬਾਅਦ ਕੀ ਹੁੰਦਾ ਹੈ, ਇਹ ਹਵਾ ਜਿਹੜੀ ਸਾਰੇ ਸਮਾਨ ਨੂੰ ਖਰਾਬ ਹੋਣ ਤੋਂ ਬਚਾ ਸਕਦੀ ਹੈ। ਪਰ ਆਪਾਂ ਇੱਕ ਲਿਮਿਟਡ ਟਾਈਮ ਦੇ ਮੁਤਾਬਕ ਹੀ ਇਸ ਨੂੰ ਰੱਖ ਸਕਦੇ ਹਾਂ। ਕਹਿੰਦਾ ਭਾਵ ਕੀ ਹੈ, ਸਾਨੂੰ ਕੇਅਰ ਕਰਨੀ ਪਊਗੀ, ਧਿਆਨ ਰੱਖਣਾ। ਜੇ ਆਪਾਂ ਸੋਚੀਏ ਵੀ ਇਹ ਕੈਬਨਿਟ ਦੇ ਵਿੱਚ ਆਪਾਂ ਰੱਖ ਕੇ ਬਰਫ਼ ਵਗ ਗਏ ਤੇ ਮੁੜ ਕੇ 5-7 ਘੰਟੇ ਆਪਾਂ ਗੇੜਾ ਹੀ ਨਹੀਂ ਮਾਰੀਏ ਹੈਗੀ, ਤਾਂ ਕੀ ਹੋਊਗਾ, ਜਿਹੜਾ ਬਰਫ਼ ਹੈ ਸਾਰੀ ਖੁਰ ਕੇ ਪਾਣੀ ਬਣ ਜੂਗੀ। ਉਹ ਤੋਂ ਬਾਅਦ ਅੰਦਰਲਾ ਜਿਹੜਾ ਐਟਮੋਸਫੀਅਰ ਹੈ ਫਿਰ ਇਹਦਾ ਗਰਮ ਹੋ ਜਾਊਗਾ। ਤਾਂ ਜਿਹੜੀ ਮਤਲਬ ਕਿ ਸਬਜ਼ੀਆਂ ਜਿਹੜੇ ਫਲ ਰੱਖੇ ਹੋਏ ਨੇ ਉਹ ਖਰਾਬ ਵੀ ਹੋ ਸਕਦੇ ਨੇ ਡੀਹਾਈਡਰੇਸ਼ਨ ਦੇ। ਇਹ ਆਈਸ ਰੈਫਰਿੰਗ ਸਿਸਟਮ ਹੈ। ਇਹ ਥੋੜਾ ਜਿਹਾ ਕੀ ਹੈ ਵੀ ਕੰਮ ਤਾਂ ਆਪਾਂ ਅੱਜ ਲੈ ਰਹੇ ਹਾਂ ਇਹ ਤੋਂ। ਜੇ ਕਿਸੇ ਚੀਜ਼ ਤੇ ਕੋਈ ਟਰਾਂਸਪੋਰਟੇਸ਼ਨ ਕਰਨੀ ਹੈ, ਕੋਈ ਆਈਸਕ੍ਰੀਮ ਹੈ ਕਿਸੇ ਜਗ੍ਹਾ ਤੇ ਪੈਲਸ ਤੇ ਛੱਡ ਕੇ ਆਣੀ ਹੈ, ਤਾਂ ਆਪਾਂ ਸਿਸਟਮ ਦੀ ਵਰਤੋਂ ਕਰਦੇ ਹਾਂ। ਮਤਲਬ 2-4 ਘੰਟਿਆਂ ਤੱਕ ਜਿਹੜੀ ਮਤਲਬ ਕਿ ਆਈਸਕ੍ਰੀਮ ਆਪਣੀ ਸੇਫ ਰਹਿ ਸਕੇ। ਇਹ ਮਤਲਬ ਸਿਸਟਮ ਇਸ ਢੰਗ ਨਾਲ ਵਰਕਿੰਗ ਕਰਦਾ ਹੈ। ਤੁਹਾਨੂੰ ਇੰਟਰਨਲ ਦਿਖਾਇਆ ਗਿਆ ਵੀ ਇਹ ਕਿਵੇਂ ਹੀਟ ਲੈਂਦਾ ਹੈ। 0 ਡਿਗਰੀ ਤੱਕ ਹੀ ਟੈਂਪਰੇਚਰ ਹੀ ਕਾਂਸਟੈਂਟ ਕਰ ਸਕਦਾ ਹੈ, ਇਹਦਾ ਸਥਿਰ ਕਰ ਸਕਦਾ। ਜੇ ਆਪਾਂ ਮਾਈਨਸ 'ਚ ਚਾਹੀਏ ਤਾਂ ਮਾਈਨਸ ਕੱਲੀ ਬਰਫ਼ ਨਹੀਂ ਲੈ ਕੇ ਜਾ ਸਕਦੇ। ਇਹ ਆਪਣਾ ਕੀ ਹੈ, ਆਈਸ ਰੈਫ੍ਰਿਜਰੇਸ਼ਨ ਸਿਸਟਮ। ਕੁਛ ਇਹਦੀਆਂ ਐਡਵਾਂਟੇਜ ਨੇ, ਕੁਛ ਇਹਦੀਆਂ ਡਿਸਐਡਵਾਂਟੇਜ ਨੇ। ਕੈਨ ਸੇਵ ਫੂਡ ਆਈਟਮਸ ਫॉर ਡੀਹਾਈਡਰੇਸ਼ਨ, ਮਤਲਬ ਕਿ ਇਹ ਜਿਹੜੇ ਫਲਾਂ ਤੇ ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਉਂਦਾ। ਡਿਸਐਡਵਾਂਟੇਜ ਕੀ ਨੇ, ਇਹਦੇ ਨੁਕਸਾਨ ਕੀ ਨੇ। ਹੈ ਸਮ ਲਿਮਿਟ ਫॉर ਅਟੈਂਡਿੰਗ ਕੂਲਿੰਗ, ਕੁਝ ਲਿਮਿਟ ਦੇ ਵਿੱਚ ਹੀ ਕੂਲਿੰਗ ਪੈਦਾ ਕਰ ਸਕਦੇ ਹਾਂ। ਕਿੰਨੀ ਲਿਮਿਟ ਦੇ ਵਿੱਚ ਕੂਲਿੰਗ ਪੈਦਾ ਕਰ ਸਕਦੇ ਹਾਂ, 0 ਡਿਗਰੀ ਸੈਂਟੀਗ੍ਰੇਡ ਤੋਂ 32 ਡਿਗਰੀ ਫਾਰਨਹੀਟ ਤੱਕ। ਠੀਕ ਹੈ ਵੀ। ਕੈਨਟ ਗੈਟ ਔਨ ਆਫ, ਅਸੀਂ ਇਹਨੂੰ ਔਨ ਆਫ ਨਹੀਂ ਕਰ ਸਕਦੇ। ਜਿਵੇਂ ਫ੍ਰਿਜ ਹੈ, ਫ੍ਰਿਜ ਨੂੰ ਤਾਂ ਆਫ ਕਰਤਾ, ਲਾਈਟ ਗਈ ਹੋਈ ਆ ਬੰਦ ਕਰਤਾ, ਜਿੰਨੀ ਆਪਾਂ ਨੂੰ ਕੂਲਿੰਗ ਰਿਕੁਆਇਰਮੈਂਟ ਆਪਾਂ ਬੰਦ ਕਰਤਾ ਵੀ ਸਾਨੂੰ ਇਹ ਤੋਂ ਬਾਅਦ ਲੋੜ ਨਹੀਂ ਹੈਗੀ, ਤਾਂ ਆਪਾਂ ਇਹਨੂੰ ਔਨ ਆਫ ਨਹੀਂ ਕਰ ਸਕਦੇ। ਬਰਫ਼ ਤਾਂ ਖੁਰ ਕੇ ਹੀ ਸਾਹ ਲਊਗੀ। ਠੀਕ ਹੈ ਵੀ। ਮੋਰ ਕੋਸਟਲੀ, ਜ਼ਿਆਦਾ ਮਹਿੰਗਾ ਪੈਂਦਾ ਹੈ। ਪਹਿਲਾਂ ਬਰਫ਼ ਲਿਆਵਾਂਗੇ, ਫਿਰ ਇਹਦੇ ਵਿੱਚ ਰੱਖਾਂਗੇ, ਤੇ ਜਿੰਨੀ ਯੂਜ਼ ਕਰਨੀ ਆ ਉਹ ਤੋਂ ਬਾਅਦ ਕੁਝ ਟਾਈਮ ਲਿਮਿਟ ਹੈ, ਉਸ ਤੋਂ ਬਾਅਦ ਇਹ ਸਿਸਟਮ ਆਪਾਂ ਨੂੰ ਕੋਸਟਲੀ ਪਊਗਾ, ਮਹਿੰਗਾ ਪਊਗਾ ਆਈਸ ਰੈਫਰਿਜਰੇਸ਼ਨ ਸਿਸਟਮ। ਤਾਂ ਕਰਕੇ ਇਹਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਥੋੜੇ ਜਿਹੇ ਮਤਲਬ ਕਿ ਜਿੱਥੇ ਆਪਾਂ ਨੂੰ ਜ਼ਿਆਦਾ ਰਿਕੁਆਇਰਮੈਂਟ ਹੈ ਕਿਸੇ ਚੀਜ਼ ਲਈ, ਆਪਾਂ ਕੰਮ ਕਰਨਾ 2-4 ਘੰਟੇ ਲਈ, ਆਪਾਂ ਇਸ ਚੀਜ਼ ਦੀ ਵਰਤੋਂ ਕਰਦੇ ਹਾਂ ਆਈਸ ਰੈਫ੍ਰਿਜਰੇਸ਼ਨ ਸਿਸਟਮ। ਹੁਣ ਆਪਾਂ ਇੱਕ ਹੋਰ ਪਿਕਚਰ 'ਚ ਦੇਖਦੇ ਹਾਂ ਵੀ ਇਹ ਕਿਵੇਂ ਪ੍ਰੋਪਰ ਢੰਗ ਨਾਲ ਵਰਕ ਕਰਦਾ। ਦੇਖੋ ਵੀ ਇਹਦੇ ਵਿੱਚ ਆਈਸ ਦਿਖਾਈ ਗਈ ਹੈ ਸਾਨੂੰ। ਪਹਿਲਾਂ ਆਪਾਂ ਦੇਖੀਏ, ਆ ਬਰਫ਼ ਹੈ, ਬਰਫ਼ ਦਾ ਟੁਕੜਾ ਰੱਖਿਆ ਗਿਆ, ਇਹਦੇ ਨਾਲ ਕੀਪ ਦਿੱਤੀ ਹੋਈ ਹੈ ਟ੍ਰੇਨ ਵਾਲੀ। ਆ ਆਪਣੀ ਫੂਡ ਰੈਕ ਹੈ ਜਿਹਦੇ ਵਿੱਚ ਆਪਾਂ ਸਮਾਨ ਰੱਖਿਆ ਹੋਇਆ, ਸਟੋਰੇਜ ਏਰੀਆ। ਠੀਕ ਹੈ ਵੀ। ਉਹ ਤੋਂ ਬਾਅਦ ਕੀ ਕੀਤਾ, ਇਹ ਆਪਣਾ ਕੈਬਨਿਟ ਆਪਾਂ ਬੰਦ ਕਰਤੀ। ਉਹ ਤੋਂ ਬਾਅਦ ਜਿਹੜਾ ਰੈੱਡ ਰੰਗ ਦੀ ਦਿਖਾਈ ਗਈ ਹੈ ਹੌਟ ਏਅਰ ਹੈ, ਗਰਮ ਹਵਾ ਹੈ, ਤਾਂ ਕੀ ਹੈ ਬਰਫ਼ ਨਾਲ ਟਕਰਾਈ। ਜੋ ਬਰਫ਼ ਨਾਲ ਟਕਰਾਈ ਤਾਂ ਦੁਬਾਰਾ ਰਿਵਰਸ ਹੋ ਕੇ ਇਹ ਫੂਡ ਮਟੀਰੀਅਲ ਨਾਲ ਟਕਰਾਈ, ਫੂਡ ਮਟੀਰੀਅਲ ਨੂੰ ਇਹਨੇ ਠੰਡਾ ਕਰਤਾ। ਇਹ ਅਸੀਂ ਜਿਵੇਂ ਰੈਫ੍ਰਿਜਰੇਸ਼ਨ ਦਾ ਸਾਈਕਲ ਹੈ, ਇਹ ਵੀ ਸਾਈਕਲ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਤੇ ਫੂਡ ਮਟੀਰੀਅਲ ਨੂੰ ਆਪਾਂ ਖਰਾਬ ਹੋਣ ਤੋਂ ਥੋੜੇ ਸਮੇਂ ਲਈ ਬਚਾ ਕੇ ਆਈਸ ਸਿਸਟਮ ਨਾਲ ਰੱਖ ਸਕਦੇ ਹਾਂ। ਸਾਰੇ ਇਹ ਆਈਸ ਸਿਸਟਮ ਨੂੰ ਭਲੀ ਭਾਂਤੀ ਜਾਣਦੇ ਨੇ, ਕਿਸੇ ਤੋਂ ਕੋਈ ਲੁਕੋ ਨਹੀਂ ਹੈਗਾ ਵੀ ਰੈਫ੍ਰਿਜਰੇਸ਼ਨ ਆਈਸ ਰੈਫ੍ਰਿਜਰੇਸ਼ਨ ਕੋਈ ਸਪੈਸ਼ਲੀ ਚੀਜ਼ ਹੈ। ਅੱਜ ਵੀ ਆਪਾਂ ਇਸ ਚੀਜ਼ ਦੀ ਵਰਤੋਂ ਕਰਦੇ ਹਾਂ। ਬਾਕੀ ਆਪਾਂ ਜਿਹੜੇ ਆ ਵੀ ਇਹਦੀ ਮਤਲਬ ਕਿ ਹਾਊ ਟੂ ਇਨਕਰੀਜ਼ ਦਾ ਐਫੀਸ਼ੀਐਂਸੀ, ਆਪਾਂ ਇਹਦੀ ਐਫੀਸ਼ੀਐਂਸੀ ਕਿਵੇਂ ਵਧਾ ਸਕਦੇ ਹਾਂ, ਇਹਦੀ ਕੂਲਿੰਗ ਕਿਵੇਂ ਵਧਾ ਸਕਦੇ ਹਾਂ। ਇਹਦੀ ਕੂਲਿੰਗ ਵਧਾਉਣ ਦਾ ਵੀ ਤਰੀਕਾ ਹੈਗਾ। ਪਹਿਲਾਂ 0 ਡਿਗਰੀ ਆਪਾਂ ਕਿਹਾ ਸੀਗਾ, ਹੁਣ ਆਪਾਂ ਇਹਦੇ ਵਿੱਚ ਜੇ ਕੋਈ ਚੀਜ਼ ਐਡ ਕਰ ਦਾਂਗੇ ਤਾਂ ਆਪਾਂ ਇਹਦਾ ਸਿਸਟਮ ਵੀ ਵਧਾ ਸਕਦੇ ਹਾਂ। ਬਾਈ ਟੇਕਿੰਗ ਕੈਲਸ਼ੀਅਮ ਕਲੋਰਾਈਡ ਐਂਡ ਐਲੂਮੀਨੀਅਮ ਸਲਫੇਟ, ਸੋਡੀਅਮ ਕਲੋਰਾਈਡ ਇਜ਼ ਯੂਜ਼ਿੰਗ ਕੂਲਿੰਗ ਟੈਂਪਰੇਚਰ ਮੋਰ ਦੈਨ। ਕਹਿੰਦਾ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਆਪਾਂ -6 ਡਿਗਰੀ ਤੱਕ ਟੈਂਪਰੇਚਰ ਲੈ ਕੇ ਆ ਸਕਦੇ ਹਾਂ। ਕੈਲਸ਼ੀਅਮ ਕਲੋਰਾਈਡ, ਅਮੋਨੀਅਮ ਸਲਫੇਟ ਤੇ ਸੋਡੀਅਮ ਕਲੋਰਾਈਡ ਆਪਾਂ ਇਹਦੇ ਵਿੱਚ ਵਰਤੋਂ ਕਰਕੇ ਜਾਂ -6 ਡਿਗਰੀ ਤੱਕ ਟੈਂਪਰੇਚਰ ਲੈ ਕੇ ਸਮਾਨ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ। ਕੀ ਹੈ ਇਹਦੀਆਂ ਇਹ ਐਡਵਾਂਟੇਜ ਨੇ, ਲਾ ਲਓ ਵੀ ਮਤਲਬ ਕਿ ਮਾਈਨਸ ਤੱਕ ਵੀ ਟੈਂਪਰੇਚਰ ਲੈ ਕੇ ਜਾ ਸਕਦਾ। ਆਪਾਂ ਦੇਖ ਹੀ ਰਹੇ ਹਾਂ ਜਿਹੜੇ ਕੁਲਫੀਆਂ ਵਾਲੇ ਨੇ, ਕੁਲਫੀਆਂ ਦੇ ਰੇੜੀਆਂ ਲੈ ਕੇ ਜਾਂਦੇ ਨੇ, ਉਹਦੇ ਵਿੱਚ ਕੀ ਪਾਉਂਦੇ ਨੇ, ਉਹ ਬਰਾਈਨ ਪਾਉਂਦੇ ਨੇ, ਲੂਣ ਤੇ ਪਾਣੀ ਦਾ ਘੋਲ ਪਾ ਕੇ ਬਰਫ਼ ਨੂੰ ਕੁੱਟ ਦਿੰਦੇ ਨੇ। ਜਿਹੜਾ ਆਪਣੀ ਆਈਸਕ੍ਰੀਮ ਰੱਖੀ ਹੋਈ ਹੈ ਉਹ 0 ਡਿਗਰੀ ਤੱਕ ਟੈਂਪਰੇਚਰ ਮਾਈਨਸ ਦੇ ਵਿੱਚ ਹੈ। ਤਾਂ ਜੋ ਟੈਂਪਰੇਚਰ ਮਾਈਨਸ ਹੋ ਜਾਂਦਾ ਤਾਂ ਉਹਨਾਂ ਬੰਦਿਆਂ ਨੂੰ ਪਤਾ ਹੁੰਦਾ ਵੀ ਅਸੀਂ 5 ਤੋਂ 6 ਘੰਟਿਆਂ ਦੀ ਫੇਰੀ ਕਰਕੇ ਵਾਪਸ ਆਉਣਾ, ਤੇ ਜਿਹੜਾ ਸਾਡਾ ਮਤਲਬ ਅੰਦਰ ਮਟੀਰੀਅਲ ਹੈ ਉਹ ਖੁਰੇ ਨਾ, ਸਹੀ ਢੰਗ ਨਾਲ ਰਹੇ। ਇਸ ਕਰਕੇ ਉਹ ਮਤਲਬ ਇਹਦੇ ਵਿੱਚ ਬਰਾਈਨ ਦਾ ਇਸਤੇਮਾਲ ਕਰਦੇ ਨੇ, ਤਾਂ ਕਿ ਆਪਾਂ ਨਾਲੇ ਤਾਂ ਉਹ ਸਮਾਨ ਅਲੱਗ ਜਗ੍ਹਾ ਤੇ ਡਿਲੀਵਰ ਕਰ ਸਕਦੇ ਨੇ। ਪਿੰਡਾਂ ਵਿੱਚ ਤੁਸੀਂ ਦੇਖਿਆ ਹੀ ਆਮ ਰੇੜੀਆਂ, ਆਪਾਂ ਰੇੜੀਆਂ ਤੋਂ ਕੁਲਫੀਆਂ ਲੈ ਕੇ ਖਾਂਦੇ ਹੀ ਰਹੇ। ਤੇ ਇਸ ਸਿਸਟਮ ਦੇ ਵਿੱਚ ਆਈਸ ਰੈਫ੍ਰਿਜਰੇਸ਼ਨ ਸਿਸਟਮ ਦਾ ਪ੍ਰਯੋਗ ਕੀਤਾ ਜਾਂਦਾ ਹੈ, ਲੇਕਿਨ ਕੁਝ ਘੰਟਿਆਂ ਦੇ ਲਈ ਦੁਬਾਰਾ ਰਿਵਰਸ ਆਉਣਾ ਪਊਗਾ।
ਜੇ ਬਰਫ਼ ਸਾਰੀ ਖੁਰ ਗਈ, ਬ੍ਰਾਈਨ ਖੁਰ ਗਿਆ ਤਾਂ ਕੀ ਹੋਊਗਾ? ਸਾਰਾ ਜਿਹੜਾ ਅੰਦਰਲਾ ਮਟੀਰੀਅਲ ਹੈ ਉਹਦਾ ਟੇਸਟ ਖਰਾਬ ਹੋ ਜਾਊਗਾ ਤੇ ਉਹ ਸਾਰਾ ਪਿਘਲ ਜਾਊਗਾ। ਇਹ ਆਈਸ ਰੈਫ੍ਰਿਜਰੇਸ਼ਨ ਸਿਸਟਮ ਹੈ। ਜੇ ਕਿਸੇ ਦੀ ਆਈਸ ਰੈਫ੍ਰਿਜਰੇਸ਼ਨ ਸਿਸਟਮ ਦੀ ਕੋਈ ਕੁਐਰੀ ਹੈ ਤਾਂ ਆਪਾਂ ਲਾਸਟ ਵਿੱਚ ਡਿਸਕਸ ਕਰਾਂਗੇ। ਇਹ ਆਪਣਾ ਆਈਸ ਰੈਫ੍ਰਿਜਰੇਸ਼ਨ ਸਿਸਟਮ ਹੈ, ਮੈਨੂੰ ਲੱਗਦਾ ਸਾਰਿਆਂ ਨੂੰ ਸਮਝ ਆ ਗਈ ਹੋਣੀ ਹੈ ਕਿਉਂਕਿ ਇਹ ਨੋਰਮਲੀ ਹੈ, ਆਪਾਂ ਲੋਕ ਸਾਰੇ ਦੇਖ ਹੀ ਰਹੇ ਹਾਂ। ਠੀਕ ਹੈ ਵੀ, ਆਪਾਂ ਅੱਗੇ ਚੱਲਦੇ ਹਾਂ। ਵਾਟਰ ਵੇਪਰ ਸਿਸਟਮ। ਇਹ ਵਾਟਰ ਵੇਪਰ ਸਿਸਟਮ ਕੀ ਹੈ? ਸਾਰੇ ਬੰਦੇ ਜਾਣਦੇ ਨੇ ਵੀ ਇਹ ਸਾਰੇ ਜਾਣਦੇ ਨੇ ਵੀ ਇਹ ਕੂਲਰ ਹੈ। ਇਹਦੇ ਦੁਆਰਾ ਵੀ ਠੰਡਕ ਪੈਦਾ ਕੀਤੀ ਜਾਂਦੀ ਹੈ ਕੁਝ ਲਿਮਟ ਦੇ ਵਿੱਚ, ਕੁਝ ਮਹੀਨਿਆਂ ਦੇ ਵਿੱਚ, ਕੁਝ ਮੰਥ ਮੇਨ ਨੇ ਜਿਨ੍ਹਾਂ ਦੇ ਵਿੱਚ ਆਪਾਂ ਕੂਲਰ ਦਾ ਪ੍ਰੋਪਰ ਢੰਗ ਨਾਲ ਇਸਤੇਮਾਲ ਕਰਦੇ ਹਾਂ। ਉਹ ਕਦੋਂ ਇਸਤੇਮਾਲ ਕਰਦੇ ਹਾਂ? ਜਦੋਂ ਹਵਾ ਸਾਡੀ ਖੁਸ਼ਕ ਹੁੰਦੀ ਹੈ। 3 ਮਹੀਨਿਆਂ ਦਾ 3 ਮਹੀਨਿਆਂ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਅਪ੍ਰੈਲ ਮਈ ਜੂਨ ਦੇ ਵਿੱਚ, ਕਿਉਂਕਿ ਉਦੋਂ ਜਿਹੜਾ ਮਤਲਬ ਕਿ ਹਵਾ ਹੈ ਉਹ ਖੁਸ਼ਕ ਹੁੰਦੀ ਹੈ, ਉਦੋਂ ਹਵਾ ਨੂੰ ਮੋਇਸਚਰ ਦੀ ਲੋੜ ਹੁੰਦੀ ਹੈ, ਉਦੋਂ ਆਪਾਂ ਕੂਲਰ ਦਾ ਇਸਤੇਮਾਲ ਕੀਤਾ ਜਾਂਦਾ। ਜਿਹੜਾ ਕੂਲਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਆਪਾਂ ਲਾ ਕੇ ਚੱਲੀਏ, ਇਹ ਖੁਸ਼ਕ ਏਰੀਆ ਦੇ ਵਿੱਚ ਹੀ ਕੀਤਾ ਜਾਂਦਾ ਹੈ। ਜਿੱਥੇ ਮੋਇਸਚਰ ਜ਼ਿਆਦਾ ਐਕਸੈਸ ਦੇ ਵਿੱਚ ਹੈ ਉੱਥੇ ਕੂਲਰ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ, ਕਿਉਂ ਮੋਇਸਚਰ ਐਕਸੈਸ ਦੇ ਵਿੱਚ ਇਹਦਾ ਸਹੀ ਢੰਗ ਨਾਲ ਆਪਦਾ ਵਰਕਿੰਗ ਪ੍ਰੋਵਾਈਡ ਨਹੀਂ ਕਰ ਸਕਦਾ। ਰਾਜਸਥਾਨ ਏਰੀਆ ਵਿੱਚ ਕੂਲਰ ਪ੍ਰੋਵਾਈਡ ਕੀਤਾ ਜਾ ਸਕਦਾ, ਸਾਡੇ ਏਰੀਆ ਦੇ ਵਿੱਚ ਕੂਲਰ ਪ੍ਰੋਵਾਈਡ ਕੀਤਾ ਜਾ ਸਕਦਾ। ਜਿੱਥੇ ਖੁਸ਼ਕ ਹਵਾ ਚੱਲਦੀ ਹੈ ਉੱਥੇ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਸਮੁੰਦਰੀ ਏਰੀਆ ਦੇ ਵਿੱਚ ਬਹੁਤ ਘੱਟ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਉੱਥੇ ਸਮੁੰਦਰ ਦੇ ਵਿੱਚ ਪਹਿਲੇ ਹੀ ਮੋਇਸਚਰ ਜ਼ਿਆਦਾ ਹੁੰਦਾ, ਉਸ ਕਰਕੇ ਉੱਥੇ ਇਸਤੇਮਾਲ ਨਹੀਂ ਕੀਤਾ ਜਾਂਦਾ। ਜੇ ਆਪਾਂ ਹੁਣ ਕੂਲਰ ਦੀ ਗੱਲ ਕਰੀਏ ਵੀ ਇਹ ਕਿਵੇਂ ਕੰਮ ਕਰਦਾ, ਸਾਰੇ ਬੰਦੇ ਸਾਰੇ ਜਿਹੜੇ ਮਤਲਬ ਸਟੂਡੈਂਟਸ ਨੇ ਕੂਲਰ ਬਾਰੇ ਸਭ ਦੇ ਘਰੇ ਹੋਣਗੇ, ਸਭ ਜਾਣਦੇ ਆ, ਚਲੋ ਫਿਰ ਵੀ ਆਪਾਂ ਦੱਸ ਦਿੰਦੇ ਹਾਂ। ਸਾਰਿਆਂ ਨਾਲੋਂ ਪਹਿਲਾਂ ਇਹ ਕੂਲਰ ਦਾ ਸਟੈਂਡ ਹੈ ਜੀ, ਦੂਜਾ ਇਹ ਵਾਟਰ ਟੈਂਕ ਹੈ, ਇਹ ਗ੍ਰਿਲ ਹੈ, ਇਹ ਇਹਦੀਆਂ ਨੋਬਸ ਨੇ, ਇੱਕ ਪੰਪ ਦੀ ਹੈ, ਇੱਕ ਜਿਹੜਾ ਫੈਨ ਮੋਟਰ ਹੈ ਇਹਨੂੰ ਕੰਟਰੋਲ ਕਰਦੀ ਹੈ ਪੱਖੇ ਦੀ ਸਪੀਡ। ਉਹ ਤੋਂ ਬਾਅਦ ਕੀ ਆ ਗਿਆ, ਇਹ ਜਾਲੀ ਆ ਗਈ ਫੂਸ ਜਿਹਦੇ ਵਿੱਚ ਇਹ ਆਪਣਾ ਕੀ ਹੈ ਵਾਟਰ ਵੇਪਰ ਸਿਸਟਮ ਹੈ। ਹੁਣ ਆਪਾਂ ਡੀਪਲੀ ਇਹਨੂੰ ਅੱਗੇ ਸਟੱਡੀ ਕਰਦੇ ਹਾਂ ਵੀ ਅੱਗੇ ਵਰਕਿੰਗ ਪ੍ਰੋਸੈਸ ਕੀ ਹੈ, ਇਹ ਕਿਵੇਂ ਕੰਮ ਕਰਦਾ। ਦੇਖੋ ਵੀ ਇੰਟਰਨਲ ਵਿਊ ਤੇ ਆ ਗਿਆ, ਆਪਾਂ ਅੰਦਰਲੀ ਬੋਡੀ ਤੇ ਆ ਗਏ। ਅੰਦਰ ਕੀ ਦਿੱਤਾ ਗਿਆ ਇਹਦੇ ਵਿੱਚ? ਸਾਰਿਆਂ ਨਾਲੋਂ ਪਹਿਲਾਂ ਕੀ ਦਿੱਤੇ ਗਏ ਨੇ? ਇਹ ਪੈਡਸ ਦਿੱਤੇ ਗਏ। ਇਹ ਪੈਡਸ ਕੀ ਨੇ? ਜਿਹਦੇ ਉੱਤੇ ਪਾਣੀ ਸਿੱਟਿਆ ਜਾਂਦਾ ਹੈ। ਪਾਣੀ ਸਿੱਟ ਕੇ ਇਹਨਾਂ ਪੈਡਸ ਨੂੰ ਠੰਡਾ ਕੀਤਾ ਜਾਂਦਾ ਹੈ। ਠੀਕ ਹੈ ਵੀ, ਇਹ ਪੈਡਸ ਨੇ, ਕੂਲਿੰਗ ਪੈਡ ਬੋਲਦੇ ਆਪਾਂ ਇਹਨਾਂ ਨੂੰ। ਤੇ ਉਹ ਤੋਂ ਬਾਅਦ ਹੈਗਾ ਬਲੋਰ। ਇਹ ਫੈਨ ਮੋਟਰ ਆ ਗਈ ਜਿਹੜੀ ਆਪਾਂ ਨੂੰ ਪੱਖਾ ਹਵਾ ਸਿੱਟਦਾ ਆਪਣੇ ਤੱਕ ਸਪਲਾਈ ਕਰਦਾ ਹੈ ਗ੍ਰਿਲ ਦੇ ਵਿੱਚ। ਜੇ ਗ੍ਰਿਲ ਨਹੀਂ ਲੱਗੀ ਹੋਊਗੀ, ਕਹਿੰਦਾ ਭਾਵ ਹੈ ਜੇ ਮੂਹਰੇ ਬੋਡੀ ਤੇ ਗ੍ਰਿਲ ਨਹੀਂ ਹੋਊਗੀ ਤਾਂ ਹਵਾ ਸਾਨੂੰ ਸੂਟੇਬਲ ਡਾਇਰੈਕਸ਼ਨ ਦੇ ਵਿੱਚ ਨਹੀਂ ਮਿਲੂਗੀ, ਉਹ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਮਿਲੂਗੀ। ਇਸ ਕਰਕੇ ਉਹਦੇ ਮੂਹਰੇ ਇੱਕ ਪੱਖਾ ਲਾਇਆ ਜਾਂ ਮਤਲਬ ਕਿ ਗ੍ਰਿਲ ਲਾਈ ਜਾਂਦੀ ਹੈ ਜੋ ਪੱਖੇ ਨੂੰ ਆਪਦੀ ਮੁਤਾਬਕ ਆਪਾਂ ਰਿਕੁਆਇਰਮੈਂਟ ਦੇ ਮੁਤਾਬਕ ਹਵਾ ਉਸੇ ਡਾਇਰੈਕਸ਼ਨ ਦੇ ਵਿੱਚ। ਆ ਕੀ ਹੈ? ਫਲੋਟ ਵਾਲਵ। ਫਲੋਟ ਵਾਲਵ ਹੈ ਜਿਹੜਾ ਮਤਲਬ ਵਾਟਰ ਟੈਂਕ ਹੈ ਉਹਦੇ ਲੈਵਲ ਨੂੰ ਮੇਨਟੇਨ ਕਰਦਾ, ਜਿੰਨਾ ਸਾਨੂੰ ਪਾਣੀ ਮਾਤਰਾ 'ਚ ਰਿਕੁਆਇਰ ਹੈ, ਜਿੰਨਾ ਸਾਨੂੰ ਪਾਣੀ ਚਾਹੀਦਾ। ਆ ਕੀ ਹੈ? ਵਾਟਰ ਟੈਂਕ ਹੈ। ਆ ਮਤਲਬ ਵਾਟਰ ਪੰਪ ਹੈ ਆਪਣਾ, ਜਿਹੜਾ ਪਾਣੀ ਸਪਲਾਈ ਕਰਦਾ ਹੈ ਫੂਸ ਪੈੜਾਂ ਉੱਤੇ ਪੈਣ ਦੇ। ਇਹਨੂੰ ਆਪਾਂ ਵਾਟਰ ਪੰਪ ਬੋਲਦੇ ਹਾਂ। ਜਾਂ ਆਪਾਂ ਅੱਜ ਕੱਲ੍ਹ ਯੂਜ਼ ਕੀ ਕਰ ਰਹੇ ਹਾਂ, ਆਪਾਂ ਛੋਟੇ ਛੋਟੇ ਜਿਹੜੇ ਪੰਪ ਆਪਣੇ ਚਲਾ ਰਹੇ ਨੇ, ਸਮਝ ਉਹਨੂੰ ਕੀ ਬੋਲਦੇ ਆ, ਪੰਪ ਹੀ ਕਹਾਂਗੇ। ਚਲੋ ਅੱਗੇ ਦੇਖਦੇ ਹਾਂ। ਉਹ ਤੋਂ ਬਾਅਦ ਵਾਟਰ ਸਪਲਾਈ ਵਾਲਵ ਹੈ, ਇਹਦੇ ਨਾਲ ਆਪਾਂ ਪਾਣੀ ਸਪਲਾਈ ਕਰਦੇ, ਇਹਦੇ ਅੰਦਰ ਫਲੋਟ ਵਾਲਵ ਨਾਲ ਪਾਣੀ ਸਪਲਾਈ ਹੁੰਦਾ। ਉਹ ਤੋਂ ਬਾਅਦ ਕੀ ਹੈ? ਵਾਟਰ ਡਿਸਟਰੀਬਿਊਟਰ ਹੈ ਜਿਹੜਾ ਮਤਲਬ ਪਾਣੀ ਨੂੰ ਪੈਡਸ ਦੇ ਉੱਤੇ ਪੈਂਦਾ ਹੈ ਜਦੋਂ ਉਸ ਨੂੰ ਸਪਲਾਈ ਕਰਦਾ ਹੈ। ਇਹਨੂੰ ਆਪਾਂ ਕੀ ਬੋਲਦੇ ਹਾਂ? ਵਾਟਰ ਡਿਸਟਰੀਬਿਊਟਰ ਬੋਲਦੇ ਆ। ਇਹ ਡਿਸਟਰੀਬਿਊਟ ਕਰਦਾ, 3 ਪੱਲੇ ਨੇ, ਇੱਕ ਗ੍ਰਿਲ ਹੈ, ਤਿੰਨੇ ਪੱਲਿਆਂ ਦੇ ਵਿੱਚ ਫੂਸ ਲੱਗਿਆ ਹੋਇਆ। ਇਹ ਪਾਣੀ ਨੂੰ ਡਿਸਟਰੀਬਿਊਟ ਕਰਦਾ ਹੈ, ਪਾਣੀ ਨੂੰ ਉਹਨਾਂ ਪੱਲਿਆਂ ਤੱਕ ਪਹੁੰਚਾਉਂਦਾ। ਪੱਲਿਆਂ ਦੇ ਉੱਤੇ ਕੀ ਹੈ? ਕੀਪ ਲੱਗੀ ਹੁੰਦੀ ਹੈ, ਜਿਹੜਾ ਮਤਲਬ ਕਿ ਫੂਸ ਹੈ ਸਾਰੇ ਮਤਲਬ ਪੱਲਿਆਂ ਦੇ ਵਿੱਚ ਛੋਟੇ ਛੋਟੇ ਸੁਰਾਖ ਹੁੰਦੇ ਉਹਦੇ ਵਿੱਚ, ਸਾਰੇ ਮਤਲਬ ਕਿ ਜਿਹੜਾ ਮਤਲਬ ਆਪਣਾ ਫੂਸ ਹੈ ਉਹਦੇ ਉੱਤੇ ਮਤਲਬ ਕਿ ਪਾਣੀ ਚੰਗੀ ਤਰ੍ਹਾਂ ਸਰਕੂਲੇਟ ਹੋ ਸਕੇ। ਇਹ ਆਪਣਾ ਇੰਟਰਨਲ ਡਾਇਗਰਾਮ ਹੈ ਜਿਹੜੇ ਕੂਲਰ ਦੀ ਹੈ, ਜਿਹੜੀ ਤੁਹਾਨੂੰ ਦਿਖਾਈ ਹੈ ਵੀ ਇਹਦੇ ਅੰਦਰ ਆਹ ਸਮਾਨ ਹੈ, ਆਹ ਫੀਚਰ ਲੱਗੇ ਹੁੰਦੇ ਨੇ ਤੇ ਆਹ ਇਹਦੇ ਪ੍ਰੋਡਕਟ। ਹੁਣ ਪੰਪ ਦੀ ਗੱਲ ਕਰੀਏ, ਇਹ ਸਾਹਮਣੇ ਵਾਟਰ ਪੰਪ ਹੈ ਜਿਹੜਾ ਆਪਾਂ ਅੱਜ ਕੱਲ੍ਹ ਲੇਟੈਸਟ ਯੂਜ਼ ਕਰ ਰਹੇ ਹਾਂ। ਪਹਿਲਾਂ ਆਪਾਂ ਲੰਬੇ ਪੰਪ ਯੂਜ਼ ਕਰਦੇ ਸੀ, ਅੱਜ ਕੱਲ੍ਹ ਇਹ ਮੱਛੀ ਮੋਟਰ ਟਾਈਪ ਦੀ ਪੰਪ ਆ ਗਏ, ਇਹਨੂੰ ਪਾਣੀ ਦੇ ਵਿੱਚ ਹੀ ਸਿੱਟਿਆ ਜਾਂਦਾ। ਉਹ ਤੋਂ ਬਾਅਦ ਇਹ ਕੂਲਰ ਮੋਟਰ ਹੈ ਆਪਣੀ। ਜਿਹੜੀ ਕੂਲਰ ਮੋਟਰ ਹੈ ਇਹਦੇ ਨਾਲ ਕੀ ਹੈ? ਲੈਗਸ ਲੱਗੀਆਂ ਹੁੰਦੀਆਂ ਨੇ, ਜਿਹਨੂੰ ਮਤਲਬ ਕਿ ਮੂਹਰਲੇ ਬਾਟਮ ਦੇ ਜਿਹੜੇ ਗ੍ਰਿਲ ਹੈ ਉਹਦੇ ਨਾਲ ਇਹਨੂੰ ਫਿੱਟ ਕੀਤਾ ਜਾਂਦਾ ਹੈ। ਠੀਕ ਹੈ ਵੀ, ਇਹ ਫੈਨ ਮੋਟਰ ਦੇ ਪੰਪ ਹੋ ਗਏ ਤੇ ਅੱਗੇ ਚੱਲਦੇ ਹਾਂ। ਇਹਦੀ ਵਾਇਰਿੰਗ ਡਾਇਗਰਾਮ, ਵਾਇਰਿੰਗ ਦੇਖ ਲਓ। ਇਹਦੀ 3 ਸਪੀਡ ਮੋਟਰ ਹੈ, ਇਹਦੀ ਵਾਇਰਿੰਗ ਕਿਵੇਂ ਕੀਤੀ ਹੋਈ ਹੈ? ਆ ਆਪਣੀ ਮੋਟਰ ਹੈ ਜੀ, 3 ਤਾਰਾਂ ਨੇ, 3 ਸਪੀਡਾਂ ਲੱਗੀਆਂ ਹੋਈਆਂ ਨੇ। ਪਹਿਲੀ ਜਿਹੜੀ ਹੈਗੀ ਹੈ ਬਲੂ ਹੈ, ਬਲੂ ਲਾਈਨ ਹੈ, ਇਹ ਕੀ ਹੈ? ਇਹ ਆਪਣੀ
ਸਪਲਾਈ ਲਾਈਨ ਹੈ ਜਿਹਨੂੰ ਆਪਾਂ ਸਪਲਾਈ ਦੇਣੀ ਹੈ। ਹਮੇਸ਼ਾ ਲਈ ਜਿਹੜੇ ਰੰਗ ਨੇ ਇਹੀ ਯੂਜ਼ ਕੀਤੇ ਜਾਂਦੇ ਨੇ 3 ਸਪੀਡ ਮੋਟਰਾਂ ਦੇ ਵਿੱਚ, ਠੀਕ ਹੈ ਵੀ। ਬਲੂ ਤਾਰ ਕੀ ਹੋਗੀ, ਮੇਨ ਸਪਲਾਈ ਦੀ 220 ਵੋਲਟ ਸਪਲਾਈ ਆ ਰਹੀ ਹੈ। ਜਿਹੜੀ ਮਤਲਬ ਕਿ ਬਲੈਕ ਤਾਰ ਹੈ ਉਹ ਆਪਣੀ ਫਸਟ ਸਪੀਡ ਹੈ, ਜਿਹੜੀ ਰੈੱਡ ਤਾਰ ਹੈ ਉਹ ਆਪਣੀ ਸੈਕੰਡ ਸਪੀਡ ਹੈ, ਤੇ ਯੈਲੋ ਤਾਰ ਹੈ ਆਪਣੀ ਸਲੋ ਸਪੀਡ ਹੈ। ਤਿੰਨੇ ਸਪੀਡਾਂ ਆ ਰੈਗੂਲੇਟਰ ਲੱਗਿਆ ਹੋਇਆ। ਦੇਖੋ ਵੀ ਕਿਵੇਂ ਕਨੈਕਸ਼ਨ ਕੀਤੇ ਹੋਏ ਨੇ। ਪਹਿਲੀ ਤਾਰ ਜਿਹੜੀ ਮੇਨ ਸਪਲਾਈ ਦੀ ਆ ਰਹੀ ਹੈ, ਜੇ ਆਪਾਂ ਕੱਲੀ ਮੋਟਰ ਚਲਾਣੀ ਹੈ, ਕੱਲੀ ਮੋਟਰ ਵਰਕਿੰਗ ਦੇ ਵਿੱਚ ਲਿਆਣੀ ਤਾਂ ਕਿਵੇਂ ਕੰਮ ਕਰੂਗੀ। ਪਹਿਲੀ ਸਪਲਾਈ ਆਪਾਂ ਕੀ ਕਰਾਂਗੇ, ਯੈਲੋ ਨੂੰ ਦੇਵਾਂਗੇ, ਇਹਨੂੰ ਬਲੂ ਨੂੰ ਦੇਤੀ ਆਪਣੇ ਮੇਨ ਸਪਲਾਈ ਆਪਾਂ ਨੇ। ਉਸ ਤੋਂ ਬਾਅਦ ਕੀ ਹੈ, ਜਿਹੜੀਆਂ ਤਿੰਨੇ ਸਪੀਡਾਂ ਨੇ ਰੈਗੂਲੇਟਰ ਦੇ ਨਾਲ ਲਾਤੀਆਂ, ਆਹ ਸਪੀਡ ਲਾਤੀ ਫਸਟ ਸਪੀਡ, ਸੈਕੰਡ ਸਪੀਡ ਤੇ ਥਰਡ ਸਪੀਡ, ਚੌਥੀ ਆਪਾਂ ਰੈਗੂਲੇਟਰ ਨੂੰ ਲਾਤੀ। ਜੇ ਆਪਾਂ ਰੈਗੂਲੇਟਰ ਨੂੰ ਨਾ ਲਾਈਏ, ਸਿੱਧੀ ਸਪਲਾਈ ਫਸਟ ਸਪੀਡ ਨੂੰ ਦੇ ਦਈਏ ਤਾਂ ਕੀ ਹੋਊਗਾ, ਮੋਟਰ ਆਪਣੀ ਪਹਿਲੀ ਸਪੀਡ ਤੇ ਚੱਲਣ ਲੱਗ ਜੂਗੀ। ਜੇ ਆਪਾਂ ਦੂਜੀ ਸਪੀਡ ਤੇ ਲਾਣੀ ਹੈ ਤਾਂ ਦੂਜੀ ਸਪੀਡ ਤੇ ਵੀ ਲਾ ਸਕਦੇ ਹਾਂ। ਹੁਣ ਰੈਗੂਲੇਟਰ ਤੋਂ ਆਪਾਂ ਤਿੰਨੇ ਸਪੀਡਾਂ ਮਤਲਬ ਕਿ ਲੈਣੀਆਂ ਨੇ, ਇਸ ਕਰਕੇ ਆਪਾਂ ਰੈਗੂਲੇਟਰ ਦੇ ਪੁਆਇੰਟ ਦੇ ਨਾਲ ਹੀ ਇਹ ਮਤਲਬ ਸਪਲਾਈ ਦੀ ਵਾਇਰ ਟੱਚ ਕਰਾਂਗੇ। ਜਿਵੇਂ ਰੈਗੂਲੇਟਰ ਨੂੰ ਘੁਮਾਵਾਂਗੇ ਤਾਂ ਮਤਲਬ ਕੰਟੈਕਟ ਪੁਆਇੰਟ ਆਪਸ ਵਿੱਚ ਜੁੜ ਜਾਣਗੇ ਤੇ ਜਿਹੜੀ ਸਾਡੀ ਕੂਲਰ ਮੋਟਰ ਹੈ ਉਹ ਸਪੀਡ ਨਾਲ ਆਪਣੀ ਰਨਿੰਗ ਕਰਨੀ ਸ਼ੁਰੂ ਕਰ ਦੂ, ਕੰਮ ਕਰਨਾ ਸ਼ੁਰੂ ਕਰ ਦੂ। ਇਹ ਮਤਲਬ ਕਿ ਮੋਟਰ ਦੇ ਆਪਣੇ ਕਨੈਕਸ਼ਨ ਨੇ। ਪੰਪ ਡਾਇਰੈਕਟ ਲਾਇਆ ਜਾਂਦਾ ਹੈ, ਸਿਲੈਕਟਰ ਸਵਿਚ ਇੱਕ ਮਤਲਬ ਸਵਿਚ ਲਾਈ ਜਾਂਦੀ ਹੈ। ਅਸੀਂ ਇੱਥੋਂ ਸਪਲਾਈ ਚੱਕ ਕੇ ਆਪਾਂ ਦੋਨੇ ਸਪਲਾਈਆਂ ਅਲੱਗ-ਅਲੱਗ ਦੇ ਸਕਦੇ ਹਾਂ। ਇੱਥੋਂ ਸਪਲਾਈ ਚੱਕੀ, ਇੱਕ ਸਪਲਾਈ ਪੰਪ ਨੂੰ ਦੇਤੀ, ਦੂਜੀ ਸਵਿਚ ਦੇ ਥਰੂ ਦੇਤੀ। ਦੋ ਸਵਿਚ ਲੱਗੇ ਸੀ ਨਾ, ਇੱਕ ਰੈਗੂਲੇਟਰ ਸਵਿਚ ਲੱਗਿਆ ਸੀਗਾ, ਇੱਕ ਪੰਪ ਦਾ ਸਵਿਚ ਲੱਗਿਆ ਸੀਗਾ। ਪੰਪ ਨੂੰ ਆਪਾਂ ਜਦੋਂ ਮਰਜ਼ੀ ਔਨ ਆਫ ਕਰ ਸਕਦੇ ਹਾਂ। ਇਹ ਆਪਣੇ ਪੈਡ ਆ ਗਏ। ਇਹ ਬਹੁਤ ਤਰ੍ਹਾਂ ਦੇ ਪੈਡ ਚੱਲ ਰਹੇ ਨੇ ਅੱਜ ਕੱਲ੍ਹ, ਜਿਵੇਂ ਜਿਵੇਂ ਟੈਕਨੋਲੋਜੀ ਡਿਵੈਲਪ ਹੋਈ ਜਾਂਦੀ ਹੈ ਉਸ ਤਰ੍ਹਾਂ ਹੀ ਮਤਲਬ ਕਿ ਇਹ ਵੁਡਨ ਗਰਾਸ ਪੈਡ ਹੈ, ਲੱਕੜ ਦਾ ਭੂਸਾ ਭਰਿਆ ਹੋਇਆ। ਇਹਦੇ ਵਿੱਚ ਮੂਹਰੇ ਹੋਲਡ ਕਰਨ ਲਈ ਇਹਨੂੰ ਜਾਲੀ ਰੱਖੀ ਗਈ ਹੈ। ਤਾਂ ਕਿ ਜਾਲੀ ਕਿਉਂ ਲਾਈ ਜਾਂਦੀ ਹੈ, ਇਹ ਜਾਲੀ ਇਸ ਕਰਕੇ ਲਾਈ ਜਾਂਦੀ ਹੈ ਕਿ ਜਿਹੜਾ ਫੂਸ ਹੈ ਜਦੋਂ ਇੱਥੇ ਪਾਣੀ ਪੈਂਦਾ ਹੈ ਤਾਂ ਫੂਸ ਭਾਰਾ ਹੋ ਜਾਂਦਾ ਹੈ। ਭਾਰਾ ਹੋਣ ਤੋਂ ਬਾਅਦ ਕੀ ਹੋਊਗਾ, ਇਹ ਥੱਲੇ ਡਿੱਗ ਜੂਗਾ। ਇਹਨੂੰ ਰੋਕਣ ਦੇ ਲਈ ਸਪੋਰਟਿੰਗ ਤੌਰ ਤੇ ਇਹਦੇ ਉੱਤੇ ਵਾਇਰ ਲਾਈ ਜਾਂਦੀ ਹੈ, ਯਾਨੀ ਕਿ ਇਹਦੇ ਮਤਲਬ ਕਿ ਤਾਰਾਂ ਦਾ ਇੱਕ ਲੱਛਾ ਜਿਹਾ ਬਣਾ ਕੇ ਮਤਲਬ ਕਿ ਲਾਇਆ ਜਾਂਦਾ। ਜਾਂ ਆਪਾਂ ਪਹਿਲਾਂ ਮੁਰਗਾ ਜਾਲੀ ਵੀ ਲਾਉਂਦੇ ਸੀਗੇ। ਇਹ ਦੂਜਾ ਦੇਖੋ ਟੈਕਨੋਲੋਜੀ ਐਡਵਾਂਸ ਚੱਲ ਰਹੀ ਹੈ। ਹਨੀ ਪੈਡ, ਮਧੂਮੱਖੀ ਦੀ ਛੱਤੇ ਦੀ ਤਰ੍ਹਾਂ ਇਹਦੇ ਵਿੱਚ ਇੱਕ ਪੈਡ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹਨੂੰ ਅੱਜ ਕੱਲ੍ਹ ਏਸੀ ਕੂਲਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵੀ ਏਸੀ ਦੇ ਮੁਤਾਬਕ ਕੂਲਰ ਕਰਦਾ ਹੈ। ਜਿੰਨੀ ਏਸੀ ਕੂਲਿੰਗ ਕਰਦਾ ਉਸ ਹਿਸਾਬ ਨਾਲ ਇਹ ਟੈਂਪਰੇਚਰ ਮੇਨਟੇਨ ਕਰਦਾ। ਅੱਜ ਕੱਲ੍ਹ ਬਹੁਤ ਚੱਲ ਰਹੇ ਏਸੀ ਕੂਲਰ। ਇਹ ਹਨੀ ਪੈਡ ਹੈ, ਇਹ ਮਧੂਮੱਖੀ ਦੀ ਛੱਤੇ ਦੀ ਤਰ੍ਹਾਂ ਹੈ। ਜਦੋਂ ਇੱਥੇ ਪਾਣੀ ਡਿੱਗਦਾ ਹੈ ਤਾਂ ਪਾਣੀ ਇਸ ਢੰਗ ਨਾਲ ਸਰਕੂਲੇਟ ਹੁੰਦਾ ਹੈ ਵੀ ਪਾਣੀ ਜਿਹੜਾ ਟੋਟਲ ਮਤਲਬ ਕਿ ਸਾਰੇ ਮਤਲਬ ਕਿ ਵਿੱਚ ਦੀ ਜਿਵੇਂ ਆਪਾਂ ਕੋਈ ਨਾਲੀਆਂ ਬਣਾ ਦਈਏ, ਪਹਿਲਾਂ ਦੂਜੀ ਫਿਰ ਤੀਜੀ ਫਿਰ ਚੌਥੀ ਜਦੋਂ ਡਿੱਗਦਾ ਇਸ ਹਿਸਾਬ ਨਾਲ ਇਹ ਜਿਹੜਾ ਸਾਰਾ ਮਤਲਬ ਸਾਡਾ ਪੈਡ ਹੈ ਇਹ ਗਿੱਲਾ ਹੋ ਜਾਂਦਾ ਹੈ ਤੇ ਸਾਰਾ ਪਾਣੀ ਠੰਡਾ ਹੋ ਜਾਂਦਾ ਹੈ। ਜਦੋਂ ਇਹ ਨਾਲ ਠੰਡੀ ਮਤਲਬ ਗਰਮ ਹਵਾ ਟੱਚ ਕਰੂ ਤਾਂ ਆਟੋਮੈਟਿਕਲੀ ਸਾਨੂੰ ਕੂਲਿੰਗ ਇਫੈਕਟ ਜ਼ਿਆਦਾ ਮਿਲੂਗਾ ਇਹਦੇ ਮਤਲਬ ਵੁਡਨ ਗਰਾਸ ਪੈਡ ਦੇ ਨਾਲ। ਇਹ ਫੂਸ ਦਾ ਇਸਤੇਮਾਲ ਕੀਤਾ ਜਾਂਦਾ ਇਹਦੇ ਵਿੱਚ। ਆਪਾਂ ਹੁਣ ਇੰਟਰਨਲ ਡਾਇਆਗ੍ਰਾਮ ਦੀ ਗੱਲ ਕਰੀਏ ਵੀ ਇਹ ਕੰਮ ਕਿਵੇਂ ਕਰਦਾ, ਇਹਦੀ ਵਰਕਿੰਗ ਪ੍ਰੋਸੈਸ ਕੀ ਹੈ, ਕਿਵੇਂ ਕੰਮ ਕਰਦਾ ਇਹ। ਦੇਖੋ ਵੀ ਪਹਿਲਾਂ ਆਪਾਂ ਸਾਰਾ ਪੜ੍ਹ ਚੁੱਕਿਆ, ਵਾਟਰ ਡਿਸਟ੍ਰੀਬਿਊਸ਼ਨ ਪੜ੍ਹ ਚੁੱਕਿਆ ਵੀ ਡਿਸਟ੍ਰੀਬਿਊਟਰ ਹੈ ਇਹ ਪਾਣੀ ਇਹਦੇ ਪੈਡਸ ਦੇ ਤੇ ਕੀਪ ਸ਼ੋ ਕੀਤੀ ਹੋਈ ਹੈ ਟੇਢੀ ਕਰਕੇ ਵੀ ਇਹਦੇ ਸੁਰਾਖ ਕੀਤੇ ਹੋਏ ਨੇ। ਜਿਹੜਾ ਇਹ ਪਾਣੀ ਹੈ ਇਹ ਪੈਡਸ ਤੇ ਪੈ ਰਿਹਾ ਹੈ। ਹੁਣ ਦੇਖੋ ਵੀ ਵਾਤਾਵਰਨ ਹੈ ਆਪਣਾ ਜੀ, ਹਵਾ ਹੈ ਆਪਣੀ ਗਰਮ ਹੈ, ਵਿਦਾਊਟ ਮੋਇਸਚਰ ਹੈ, ਥੋੜਾ ਮੋਟਾ ਮੋਇਸਚਰ ਹਵਾ ਦੇ ਵਿੱਚ ਹੈਗਾ। ਤੇ ਜਿਹੜਾ ਆਪਣਾ ਪਾਣੀ ਪੈ ਰਿਹਾ ਕੂਲਿੰਗ ਪੈਡ ਦੇ ਉੱਤੇ ਉਹ ਠੰਡਾ ਹੈ। ਜਦੋਂ ਹਵਾ ਇਸ ਕੂਲਿੰਗ ਪੈਡਾਂ ਨਾਲ ਟਕਰਾਉਂਦੀ ਹੈ ਤਾਂ ਸਾਰੀ ਹਵਾ ਠੰਡੀ ਹੋ ਜਾਂਦੀ ਹੈ। ਠੰਡੀ ਹੋਣ ਤੋਂ ਬਾਅਦ ਕੀ ਹੈ, ਜਿਹੜਾ ਪੱਖਾ ਹੈ ਅੰਦਰਲੀ ਹਵਾ ਨੂੰ ਖਿੱਚਦਾ ਹੈ, ਖਿੱਚ ਕੇ ਸਾਡੇ ਤੇ ਸਰਕੂਲੇਟ ਕਰਦਾ ਹੈ। ਜਿੱਥੇ ਆਪਾਂ ਟੈਂਪਰੇਚਰ ਲੈਣਾ ਸਰਾਊਂਡਿੰਗ ਏਰੀਆ ਜਾਂ ਹਿਊਮਨ ਬੋਡੀ ਦੇ ਉੱਤੇ ਤਾਂ ਸਾਨੂੰ ਠੰਡਕ ਮਹਿਸੂਸ ਹੁੰਦੀ ਹੈ, ਰਾਹਤ ਮਹਿਸੂਸ ਹੁੰਦੀ ਹੈ। ਕਿਉਂ ਹਵਾ ਜਿਹੜੀ ਗਰਮ ਸੀਗੀ ਉਹ ਇੱਕਦਮ ਮੋਇਸਚਰਾਈਜ਼ ਹੋ ਗਈ, ਉਹਦੇ ਅੰਦਰ ਪਾਣੀ ਭਰ ਗਿਆ ਤੇ ਆਪਣੇ ਤੱਕ ਜਦੋਂ ਉਹ ਆਈ ਇੱਕਦਮ ਠੰਡੇ ਰੂਪ ਦੇ ਵਿੱਚ ਆਈ ਤਾਂ ਆਪਾਂ ਨੂੰ ਠੰਡਕ ਮਹਿਸੂਸ ਹੋਈ। ਇਸੇ ਤਰ੍ਹਾਂ ਇਹ ਸਿਸਟਮ ਕੰਮ ਕਰਦਾ ਸਾਰਾ, ਜਿਹੜਾ ਆਪਣਾ ਡਕਟ ਦੇ ਰਾਹੀਂ ਹਵਾ ਨੂੰ ਸਪਲਾਈ ਕਰਦਾ। ਬਾਹਰੋਂ ਹਵਾ ਜਿਹੜੀ ਖੁਸ਼ਕ ਹੈ ਉਹਨੂੰ ਲੈ ਕੇ ਜਦੋਂ ਕੂਲਿੰਗ ਪੈਡਾਂ ਦੇ ਨਾਲ ਟਕਰਾਉਂਦੀ ਹੈ ਤਾਂ ਸਾਰੀ ਹਵਾ ਠੰਡੀ ਹੋ ਜਾਂਦੀ ਹੈ। ਠੰਡੀ ਹੋਣ ਤੋਂ ਬਾਅਦ ਜਿਹੜਾ ਮਤਲਬ ਕਿ ਆਪਣਾ ਮੋਟਰ ਲੱਗੀ ਹੋਈ ਹੈ ਉਹ ਜਿਹੜਾ ਡਕਟ ਹੈ, ਡਕਟ ਦੇ ਰਾਹੀਂ ਆਪਣੇ ਤੇ ਹਵਾ ਪਹੁੰਚਦੀ ਹੈ। ਗ੍ਰਿਲ ਰਾਹੀਂ ਲਾ ਲਓ, ਡਕਟ ਕਹਿਤਾ ਮੈਂ। ਜਦੋਂ ਪਹੁੰਚਦੀ ਹੈ ਤਾਂ ਆਪਾਂ ਨੂੰ ਆਟੋਮੈਟਿਕਲੀ ਜਦੋਂ ਹਵਾ ਆਪਣੀ ਬੋਡੀ ਨਾਲ ਟਕਰਾਉਂਦੀ ਹੈ ਤਾਂ ਆਪਾਂ ਨੂੰ ਠੰਡਕ ਮਹਿਸੂਸ ਹੁੰਦੀ ਹੈ। ਜਿਹੜਾ ਆਪਣਾ ਇਹ ਸਿਸਟਮ ਹੈ ਵਾਟਰ ਵੇਪਰ ਸਿਸਟਮ ਆਪਣਾ ਇਸ ਤਰ੍ਹਾਂ ਇਹ ਕੰਮ ਕਰਦਾ। ਜਦੋਂ ਹਵਾ ਦੇ ਵਿੱਚ ਮੋਇਸਚਰ ਦੀ ਮਾਤਰਾ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਹ ਜਿਹੜਾ ਸਿਸਟਮ ਹੈ ਘੱਟ ਕੂਲਿੰਗ ਇਫੈਕਟ ਪੈਦਾ ਕਰਨ ਲੱਗ ਜਾਂਦਾ ਹੈ। ਕਿਉਂ ਪੈਦਾ ਕਰਨ ਲੱਗ ਜਾਂਦਾ? ਕਿਉਂਕਿ ਹਵਾ ਦੇ ਵਿੱਚ ਤਾਂ ਪਹਿਲਾਂ ਹੀ ਮੋਇਸਚਰ ਹੈ। ਜਿਹੜੀ ਆਪਣੀ ਦੂਜੀ ਹਵਾ ਇਹਦੇ ਵਿੱਚ ਉਹ ਹਵਾ ਖੁਸ਼ਕ ਨਹੀਂ ਹੈਗੀ, ਆਪਦੇ ਅੰਦਰ ਮੋਇਸਚਰ ਨੂੰ ਅਬਜ਼ੌਰਬ ਕਰਨ ਦੀ ਖਮਤਾ ਉਹਦੇ ਅੰਦਰ ਘਟ ਜਾਂਦੀ ਹੈ। ਤੇ ਹਵਾ ਪਹਿਲਾਂ ਹੀ ਹਵਾ ਮੋਇਸਚਰਾਈਜ਼ ਹੈ, ਪਹਿਲਾਂ ਹੀ ਹਵਾ ਗਰਮ ਹੈ। ਜਦੋਂ ਉਹ ਪਾਣੀ ਦੇ ਉੱਤੇ ਪੈਂਦੀ ਹੈ ਤਾਂ ਹਵਾ ਉਹਨਾਂ ਟੈਂਪਰੇਚਰ ਜਿਹੜਾ ਪਾਣੀ ਹੈ ਠੰਡਾ ਨਹੀਂ ਕਰ ਪਾਉਂਦੇ ਫੂਸ ਪੈਡ,
ਕਿਉਂਕਿ ਪਾਣੀ ਹਵਾ ਦੇ ਵਿੱਚ ਪਹਿਲੇ ਮੋਇਸਚਰ ਜ਼ਿਆਦਾ, ਹਵਾ ਮੋਇਸਚਰ ਅਬਜ਼ੌਰਬ ਹੀ ਨਹੀਂ ਕਰ ਪਾਉਂਦੀ ਉਹਨਾਂ, ਜਿੰਨਾ ਕੁ ਅਬਜ਼ੌਰਬ ਕਰ ਪਾਉਂਦੀ ਹੈ ਤਾਂ ਆਪਦੇ ਡਿੱਗਦਾ, ਫਿਰ ਆਪਾਂ ਨੂੰ ਕੀ ਹੁੰਦਾ ਉਹਦੇ ਨਾਲ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ, ਆਪਾਂ ਸਫੋਕੇਸ਼ਨ ਮਹਿਸੂਸ ਕਰਨ ਲੱਗ ਜਾਂਦੇ ਹਾਂ, ਮਤਲਬ ਕਿ ਆਪਾਂ ਨੂੰ ਤੇਲੀਆਂ ਜਾਣ ਲੱਗ ਜਾਂਦੀਆਂ ਵੀ ਕੂਲਰ ਦੀ ਹਵਾ ਵੀ ਠੰਡੀ ਨਹੀਂ ਕਰਦੀ। ਇਹ ਬਸ ਸਿਰਫ ਮਤਲਬ ਕਿ 3 ਮਹੀਨਿਆਂ ਤੱਕ ਵਧੀਆ ਕੰਮ ਕਰਦਾ ਹੈ ਜਦੋਂ ਹਵਾ ਦੇ ਵਿੱਚ ਮੋਇਸਚਰ ਦੀ ਮਾਤਰਾ ਘੱਟ ਹੁੰਦੀ ਹੈ। ਜੇ ਆਪਾਂ ਅੱਜ ਦੇ ਮੌਸਮ ਵਿੱਚ ਲਾ ਕੇ ਚੱਲੀਏ, ਅੱਜ ਦੇ ਮੌਸਮ ਵਿੱਚ ਇਹ ਬਹੁਤ ਘੱਟ ਕੰਮ ਕਰਦਾ, ਕਿਉਂਕਿ ਹਵਾ ਦੇ ਵਿੱਚ ਮੋਇਸਚਰ ਦੀ ਰਿਕੁਆਇਰਮੈਂਟ ਹੀ ਇੰਨੀ ਹੈ, 70 ਤੋਂ 75% ਮੋਇਸਚਰ ਹੈ, ਤੇ ਆਪਾਂ ਕਿਵੇਂ ਕੰਮ ਕਰਾਂਗੇ, ਕਿਵੇਂ ਹਵਾ ਦੇ ਵਿੱਚ ਹੋਲਡ ਕਰੂਗਾ ਉਹ ਮੋਇਸਚਰ ਨੂੰ। ਮੀਂਹ ਦਾ ਮੌਸਮ ਹੋਵੇ ਤਾਂ ਮੀਂਹ ਦੇ ਵਿੱਚ ਕੂਲਰ ਲਾ ਲਈਏ ਤਾਂ ਮੀਂਹ ਦੇ ਵਿੱਚ ਤਾਂ 100% ਹੀ ਮੋਇਸਚਰ ਹੁੰਦਾ ਹੈ, ਜਦੋਂ ਆਪਾਂ ਕਰਾਂਗੇ ਤਾਂ ਆਪਾਂ ਨੂੰ ਕੂਲਿੰਗ ਆਣੀ ਨਹੀਂ ਗੀ। ਜਦੋਂ ਆਪਾਂ ਕੂਲਰ ਬੰਦ ਕਰ ਦਾਂਗੇ, ਮਤਲਬ ਕਿ ਪਾਣੀ ਬੰਦ ਕਰ ਦਾਂਗੇ, ਫਿਰ ਸਗੋਂ ਹੀ ਆਪਾਂ ਨੂੰ ਹਵਾ ਵਧੀਆ ਆ ਸਕਦੀ ਹੈ, ਫਿਰ ਆਪਾਂ ਥੋੜੀ ਕੂਲਿੰਗ ਦੀ ਰਾਹਤ ਮਹਿਸੂਸ ਕਰ ਸਕਦੇ ਹਾਂ, ਕਿਉਂਕਿ ਹਵਾ ਦੇ ਵਿੱਚ ਤਾਂ ਪਹਿਲਾਂ ਹੀ ਮੋਇਸਚਰ ਜ਼ਿਆਦਾ ਹੈ। ਜਦੋਂ ਹਵਾ ਦੇ ਵਿੱਚ ਮੋਇਸਚਰ ਜ਼ਿਆਦਾ, ਜਿਹੜੇ ਪੈਡ ਨੇ, ਜਦੋਂ ਆਪਾਂ ਪੰਪ ਬੰਦ ਕਰਤਾ ਤਾਂ ਕੀ ਹੋਊਗਾ, ਉਹ ਪੈਡ ਵੀ ਥੋੜਾ ਮੋਇਸਚਰ ਨਾਲ ਆਪਦੇ ਅੰਦਰ ਅਬਜ਼ੌਰਬ ਕਰੂਗਾ ਤੇ ਹਵਾ ਨੂੰ ਥੋੜੀ ਜਿਹੀ ਹਲਕੀ ਕਰਕੇ ਆਪਣੇ ਤੱਕ ਭੇਜੂਗਾ ਤਾਂ ਕਿ ਆਪਾਂ ਠੰਡਕ ਮਹਿਸੂਸ ਕਰ ਸਕੀਏ। ਇਹ ਆਪਣਾ ਵਾਟਰ ਵੇਪਰ ਸਿਸਟਮ ਹੈ, ਇਹ ਇਸੇ ਢੰਗ ਨਾਲ ਕੰਮ ਕਰਦਾ ਹੈ। ਮੋਟਰ, ਫੈਨ, ਪੰਪ ਸਾਰੇ ਦੇਖੇ ਹੋਏ ਨੇ, ਇਹਦੇ ਵਿੱਚ ਲੱਗੇ ਹੋਏ ਨੇ, ਠੀਕ ਹੈ ਵੀ। ਮੇਨ ਇਹਦਾ ਫੰਕਸ਼ਨ ਕੀ ਹੈ, ਜਦੋਂ ਹਵਾ ਖੁਸ਼ਕ ਹੁੰਦੀ ਹੈ, ਖੁਸ਼ਕ ਹਵਾ ਗਿੱਲੇ ਪੈਡਾਂ ਦੇ ਨਾਲ ਟਕਰਾਉਂਦੀ ਹੈ ਤਾਂ ਜਿਹੜੀ ਖੁਸ਼ਕ ਹਵਾ ਠੰਡੀ ਹੋ ਜਾਂਦੀ ਹੈ ਤੇ ਸਾਡੇ ਤੱਕ ਪਹੁੰਚਦੀ ਹੈ ਤਾਂ ਸਾਨੂੰ ਰਾਹਤ ਮਹਿਸੂਸ ਹੁੰਦੀ ਹੈ। ਇਹ ਆਪਣਾ ਵਾਟਰ ਵੇਪਰ ਸਿਸਟਮ ਹੈ, ਇਹ ਇਸ ਢੰਗ ਨਾਲ ਕੰਮ ਕਰਦਾ। ਇਹ ਕਿਸ ਦੀ ਕੁਐਰੀ ਆਪਾਂ ਅੱਗੇ ਡਿਸਕਸ ਕਰਾਂਗੇ। ਇਹ ਆਪਣਾ ਅੱਗੇ ਗੱਲ ਕਰਦੇ ਆਪਾਂ ਵੇਪਰ ਅਬਜ਼ੌਰਪਸ਼ਨ ਰੈਫ੍ਰਿਜਰੇਸ਼ਨ ਸਿਸਟਮ। ਇਹ ਵੇਪਰ ਅਬਜ਼ੌਰਪਸ਼ਨ ਰੈਫ੍ਰਿਜਰੇਸ਼ਨ ਸਿਸਟਮ ਕੀ ਹੈ? ਇਹ ਜਿਹੜਾ ਇਹ ਸਿਸਟਮ ਹੈ, ਜਦੋਂ ਇਲੈਕਟ੍ਰਿਸਿਟੀ ਦਾ ਸਿਸਟਮ ਘੱਟ ਸੀਗਾ, ਘੱਟ ਪ੍ਰਚਲਿਤ ਸੀਗਾ, ਤੇ ਇਹਨੂੰ ਇੱਕ ਦੀਵੇ ਦੇ ਨਾਲ ਚੱਲਣ ਵਾਲਾ ਸਿਸਟਮ ਬਣਾਇਆ ਗਿਆ ਸੀ। ਅੱਜ ਆਪਾਂ ਦੇਖਦੇ ਹਾਂ, ਆਪਾਂ ਅੱਜ ਇਹਦਾ ਹੀਟਰ ਵੀ ਲਾ ਸਕਦੇ ਹਾਂ। ਜੇ ਆਪਾਂ ਦੀਵਾ ਨਹੀਂ ਲਾ ਸਕਦੇ, ਹੀਟਰ ਵੀ ਲਾ ਸਕਦੇ। ਉਹ ਦੀਵਾ ਕੋਈ ਵੀ ਹੋ ਸਕਦਾ, ਮਿੱਟੀ ਦੇ ਤੇਲ ਦਾ ਵੀ ਹੋ ਸਕਦਾ, ਡੀਜ਼ਲ ਦਾ ਵੀ, ਕੋਈ ਵੀ, ਮਤਲਬ ਕਿ ਆਪਾਂ ਜਿਹੜਾ ਦੀਵਾ ਯੂਜ਼ ਕਰਨਾ ਇਹਦੇ ਥੱਲੇ ਯੂਜ਼ ਕਰ ਸਕਦੇ। ਇਹ ਅਬਜ਼ੌਰਪਸ਼ਨ ਰੈਫ੍ਰਿਜਰੇਸ਼ਨ ਸਿਸਟਮ ਹੈ, ਇਹਦੀ ਖੋਜ ਆਪਾਂ ਪਹਿਲਾਂ ਪੜ੍ਹੀ ਸੀਗਾ, ਠੀਕ ਹੈ ਵੀ। ਜਿਹੜਾ ਹੁਣ ਆਪਾਂ ਅੱਗੇ ਦੇਖ ਰਹੇ ਹਾਂ, ਅਬਜ਼ੌਰਪਸ਼ਨ ਰੈਫ੍ਰਿਜਰੇਸ਼ਨ ਸਿਸਟਮ ਕਿਵੇਂ ਕੰਮ ਕਰਦਾ, ਇਹਦੇ ਵਿੱਚ ਕੀ ਕੀ ਸਟਰਕਚਰ ਵਰਤਿਆ ਗਿਆ। ਇਹ ਇੱਕ ਤਾਂ ਫ੍ਰਿਜ ਦੀ ਤਰ੍ਹਾਂ ਹੀ ਹੈ, ਜਿਵੇਂ ਆਪਣਾ ਰੈਫ੍ਰਿਜਰੇਟਰ ਹੈ ਉਸੇ ਤਰ੍ਹਾਂ ਹੀ ਹੈ। ਆਪਾਂ ਇਹਦੇ ਸਾਈਜ਼ ਬਾਰੇ ਪੜ੍ਹਦੇ ਹਾਂ। ਇਹ 5 ਕਿਊਬਿਕ ਫਿਟ ਦਾ ਰੈਫ੍ਰਿਜਰੇਟਰ ਹੈ ਇੱਕ, ਜਿਵੇਂ ਫ੍ਰਿਜ ਦੀ ਬੋਡੀ ਬਣੀ ਹੁੰਦੀ ਹੈ ਉਸੇ ਤਰ੍ਹਾਂ ਹੀ ਆਪਣਾ ਅਬਜ਼ੌਰਪਸ਼ਨ ਰੈਫ੍ਰਿਜਰੇਸ਼ਨ ਸਿਸਟਮ ਬਣਿਆ ਹੁੰਦਾ। ਇਹਦੇ ਵਿੱਚ ਕੀ ਇਸਤੇਮਾਲ ਕੀਤਾ ਗਿਆ ਹੈ? 1 ਪਾਉਂਡ ਅਮੋਨੀਆ ਗੈਸ ਯੂਜ਼ ਕੀਤੀ ਗਈ ਹੈ, 2.5 ਪਾਉਂਡ ਪਾਣੀ ਇਸਤੇਮਾਲ ਕੀਤਾ ਗਿਆ ਹੈ, 0.3 ਹਾਈਡਰੋਜਨ ਗੈਸ ਇਸਤੇਮਾਲ। ਇਹ ਸਾਰਾ ਮਿਸ਼ਰਣ ਜਦੋਂ ਆਪਸ ਵਿੱਚ ਮਿਲ ਜਾਂਦਾ ਤਾਂ 200 ਪਾਉਂਡ ਦਾ ਪ੍ਰੈਸ਼ਰ ਕ੍ਰੀਏਟ ਕਰਦਾ ਸਿਸਟਮ ਦੇ ਵਿੱਚ। ਜੇ ਸਿਸਟਮ ਦੇ ਵਿੱਚ ਪ੍ਰੈਸ਼ਰ ਕ੍ਰੀਏਟ ਨਹੀਂ ਹੈਗਾ ਤਾਂ ਆਪਣਾ ਸਿਸਟਮ ਸਹੀ ਢੰਗ ਨਾਲ ਵਰਕਿੰਗ ਨਹੀਂ ਕਰ ਪਾਊਗਾ। ਇਸ ਕਰਕੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ, ਇੱਕ 5 ਕਿਊਬਿਕ ਫਿਟ ਦਾ ਰੈਫ੍ਰਿਜਰੇਟਰ ਹੈ, ਠੀਕ ਹੈ। ਇਹਦੇ ਵਿੱਚ 1 ਪਾਉਂਡ ਅਮੋਨੀਆ ਗੈਸ ਇਸਤੇਮਾਲ ਕੀਤੀ ਗਈ ਹੈ, 2.5 ਪਾਉਂਡ ਪਾਣੀ ਇਸਤੇਮਾਲ ਕੀਤਾ ਗਿਆ, 0.03 ਹਾਈਡਰੋਜਨ ਗੈਸ ਇਸਤੇਮਾਲ ਕੀਤੀ ਗਈ ਹੈ। ਇਹ ਸਾਰਾ ਸਿਸਟਮ ਮਿਲ ਕੇ 200 ਪਾਉਂਡ ਦਾ ਪ੍ਰੈਸ਼ਰ ਕ੍ਰੀਏਟ ਕਰਦਾ। ਜੇ ਆਪਾਂ ਹੁਣ 1 ਪਾਉਂਡ ਦੀ ਗੱਲ ਕਰੀਏ, 1 ਪਾਉਂਡ ਬਰਾਬਰ ਹੈ 4.3 ਕਿਲੋਗ੍ਰਾਮ। 2.5 ਪਾਉਂਡ ਹੋ ਗਿਆ 1.34। ਇਹਦੇ ਵਿੱਚ ਆਪਾਂ ਇੰਨੀ ਅਮੋਨੀਆ ਗੈਸ ਯੂਜ਼ ਕੀਤੀ ਹੈ ਤੇ 1.34 ਕੇਜੀ ਪਾਣੀ ਇਸਤੇਮਾਲ ਕੀਤਾ, ਇੰਨੇ ਲੀਟਰ ਪਾਣੀ ਇਸਤੇਮਾਲ ਕੀਤਾ ਗਿਆ। ਜੇ ਆਪਾਂ ਕਿਊਬਿਕ ਫਿਟ ਦੀ ਗੱਲ ਕਰੀਏ, 1 ਕਿਊਬਿਕ ਫਿਟ ਦੇ ਵਿੱਚ 28.32 ਲੀਟਰ ਹੁੰਦਾ ਹੈ ਤੇ 5 ਕਿਊਬਿਕ ਫਿਟ ਦਾ 141.58 ਲੀਟਰ। ਇਹ ਤੁਹਾਨੂੰ ਕਿਉਂ ਲੀਟਰਾਂ ਵਿੱਚ ਸਮਝਾਏਗੀ ਇਹ ਗੱਲ? ਜਦੋਂ ਆਪਾਂ ਕੋਈ ਰੈਫ੍ਰਿਜਰੇਟਰ ਦੀ ਡਿਮਾਂਡ ਕਰਦੇ ਹਾਂ ਮਾਰਕੀਟ ਦੇ ਵਿੱਚ, ਤਾਂ ਕੀ ਕਹਿ ਕੇ ਕਰਦੇ ਹਾਂ ਵੀ ਸਾਨੂੰ ਫ੍ਰਿਜ ਚਾਹੀਦਾ ਜੀ, ਅਗਲਾ ਕਹਿੰਦਾ ਕਿੰਨੇ ਲੀਟਰ ਦਾ ਚਾਹੀਦਾ, ਆਪਾਂ ਦੱਸਦੇ ਹਾਂ ਆਪਣੀ ਰਿਕੁਆਇਰਮੈਂਟ, ਸਾਨੂੰ 200 ਲੀਟਰ ਦਾ ਫ੍ਰਿਜ ਚਾਹੀਦਾ, ਰੈਫ੍ਰਿਜਰੇਟਰ ਚਾਹੀਦਾ ਜੀ, ਸਾਨੂੰ 250 ਲੀਟਰ ਦਾ, ਸਾਨੂੰ 300 ਲੀਟਰ ਦਾ। ਤੁਹਾਨੂੰ ਤਾਂ ਹੀ ਮਤਲਬ ਕਿ ਇਹਦੀ ਕਿਊਬਿਕ ਫਿਟ ਦੇ ਵਿੱਚ ਇਹਦੀ ਕੈਲਕੂਲੇਸ਼ਨ ਕਰਕੇ ਦੱਸੀ ਹੈ ਵੀ ਜਿਹੜਾ ਆਪਾਂ ਰੈਫ੍ਰਿਜਰੇਟਰ ਡਿਮਾਂਡ ਕਰਦੇ ਹਾਂ, ਆਪਾਂ ਕੀ ਕਰਦੇ ਹਾਂ, ਆਪਾਂ ਲੀਟਰਾਂ ਦੇ ਵਿੱਚ ਡਿਮਾਂਡ ਕਰਦੇ। ਰੈਫ੍ਰਿਜਰੇਟਰ ਦੀ ਕੈਪੈਸਿਟੀ ਹੈ ਲੀਟਰਾਂ ਦੇ ਵਿੱਚ ਹੀ ਮਾਪੀ ਜਾਂਦੀ ਹੈ, ਜਿੰਨਾ ਉਹਦਾ ਅੰਦਰਲਾ ਆਇਆ ਉਹਨੂੰ ਆਪਾਂ ਲੀਟਰਸ ਬੋਲਦੇ ਹਾਂ, ਅੰਦਰਲੇ ਸਿਸਟਮ ਨੂੰ, ਜਿੰਨਾ ਮਤਲਬ ਕਿ ਉਹਦੇ ਵਿੱਚ ਪਾਣੀ ਭਰਿਆ ਜਾ ਸਕਦਾ, ਠੀਕ ਹੈ ਵੀ। ਹੁਣ ਆਪਾਂ ਚੱਲੀਏ ਅੱਗੇ ਅਬਜ਼ੌਰਪਸ਼ਨ ਰੈਫ੍ਰਿਜਰੇਸ਼ਨ ਸਿਸਟਮ। ਜਿਹੜਾ ਇਹ ਸਿਸਟਮ ਹੈ, ਇਹ ਦੀਵੇ ਨਾਲ ਚੱਲਣ ਵਾਲਾ ਸਿਸਟਮ ਹੈ। ਇਹਦੇ ਵਿੱਚ ਕੋਈ ਮਕੈਨੀਕਲ ਪਾਰਟ ਦੀ ਵਰਤੋਂ ਕੀਤੀ ਨਹੀਂ ਗਈ। ਪਹਿਲਾਂ ਇਹਦੇ ਪਾਰਟਾਂ ਦੀ ਗੱਲ ਕਰ ਲਈਏ। ਪਹਿਲਾਂ ਆਪਾਂ ਨੇ ਕਿਹੜੇ ਕਿਹੜੇ ਮੇਨ ਪਾਰਟ ਨੇ ਜਿਹੜੇ ਇਹਦੇ ਵਿੱਚ ਕੰਮ ਕਰਦੇ ਨੇ। ਸਭ ਤੋਂ ਪਹਿਲਾਂ ਕੀ ਹੈ ਇਹਦੇ ਅੰਦਰ? ਅਬਜ਼ੌਰਬਰ। ਅਬਜ਼ੌਰਬਰ ਦਾ ਕੀ ਮਤਲਬ ਹੈ? ਕਿਸੇ ਚੀਜ਼ ਨੂੰ ਅਬਜ਼ੌਰਬ ਕਰਨਾ, ਆਪਦੇ ਅੰਦਰ ਸਮਾਉਣਾ। ਜਿਹੜਾ ਆਪਾਂ ਇਹਦੇ ਵਿੱਚ ਕੈਮੀਕਲ ਵਰਤਿਆ ਗਿਆ, ਇੱਕ ਅਮੋਨੀਆ ਵੀ ਬੋਲਦੇ ਆਪਾਂ ਉਸ ਕੈਮੀਕਲ ਨੂੰ, ਅਮੋਨੀਆ ਪਲੱਸ ਪਾਣੀ।
ਇਹਦੇ ਵਿੱਚ ਆਸ ਵਿੱਚ ਇੱਕ ਦੂਜੇ ਨੂੰ ਅਬਜ਼ੌਰਬ ਕਰਨ ਦੀ क्षमता ਹੈ, ਜਜ਼ਬ ਕਰਨ ਦੀ क्षमता ਹੈ। ਜਦੋਂ ਇਹਨਾਂ ਨੂੰ ਕਿਤੇ ਮਾੜੀ ਜਿਹੀ ਹੀਟ ਦਿੱਤੀ ਜਾਂਦੀ ਹੈ ਤਾਂ ਆਪਣੇ ਆਪ ਹੀ ਇਹ ਵੱਖ-ਵੱਖ ਹੋ ਜਾਂਦੇ ਨੇ। ਇਹ ਕਿਸੇ ਕੈਮੀਕਲ ਦੇ ਆਪਦੇ ਮਤਲਬ ਕਿ ਇੰਟਰਨਲ ਵਿਊਜ਼, ਇੰਟਰਨਲ ਉਹਦੇ ਮਤਲਬ ਕਿ ਸਿਸਟਮ ਲਾ ਲਓ, ਜੋ ਵੀ ਕੁਝ ਲਾ ਲਓ, ਵੀ ਜਦੋਂ ਕਿਸੇ ਪਾਰਟ ਨੂੰ ਗਰਮ ਕੀਤਾ ਜਾਂਦਾ ਤਾਂ ਉਹ ਆਪਣੇ ਆਪ ਹੀ ਵੱਖਰਾ ਵੱਖਰਾ ਹੋ ਜਾਂਦਾ। ਠੀਕ ਹੈ ਵੀ। ਅਬਜ਼ੌਰਬਰ ਦਾ ਕੀ ਕੰਮ ਹੈ? ਸਾਰੇ ਮਿਸ਼ਰਣ ਨੂੰ ਇਕੱਠਾ ਕਰਨਾ। ਇਹਦੇ ਵਿੱਚ ਸਾਰਾ ਮਿਸ਼ਰਣ ਇਕੱਠਾ ਹੋ ਜਾਂਦਾ। ਕੀ ਇਕੱਠਾ ਹੋ ਜਾਂਦਾ? ਅਮੋਨੀਆ ਵੇਪਰ ਵੀ ਇਕੱਠਾ ਹੋ ਜਾਂਦਾ ਤੇ ਹਾਈਡਰੋਜਨ ਗੈਸ ਵੀ ਇਕੱਠੀ ਹੋ ਜਾਂਦੀ ਹੈ। ਇਹ ਅਬਜ਼ੌਰਬਰ ਦਾ ਕੰਮ। ਦੂਜਾ ਨੰਬਰ 2 ਕੀ ਹੈ? ਜਨਰੇਟਰ। ਜਨਰੇਟਰ ਕੀ ਹੈ? ਕਿਸੇ ਚੀਜ਼ ਨੂੰ ਜਨਰੇਟ ਕਰਨਾ, ਕਿਸੇ ਚੀਜ਼ ਨੂੰ ਚਲਾਉਣਾ। ਉਹ ਕਿਹਦੇ ਦੁਆਰਾ ਚਲਾ ਰਿਹਾ? ਇੱਕ ਆਪਾਂ ਕੈਰੋਸਿਨ ਲੈਂਪ ਲੈ ਲਿਆ ਜਾਂ ਦੀਵਾ ਲੈ ਲਿਆ, ਜਿਹਦੇ ਵਿੱਚ ਭਰਿਆ ਹੋਇਆ ਆਪਣਾ ਕੈਰੋਸਿਨ ਆਇਲ, ਤੇ ਉਹ ਮਤਲਬ ਕਿ ਇਸ ਜਨਰੇਟਰ ਨੂੰ ਹੀਟ ਕਰ ਰਿਹਾ, ਜਨਰੇਟ ਕਰ ਰਿਹਾ ਇਸ ਸਿਸਟਮ ਨੂੰ, ਤਾਂ ਹੀ ਵਰਕਿੰਗ ਦੇ ਵਿੱਚ ਆਉ, ਤਾਂ ਹੀ ਮਤਲਬ ਅੱਗੇ ਸਿਸਟਮ ਚੱਲੂਗਾ। ਉਹ ਤੋਂ ਬਾਅਦ ਕੀ ਹੈ? ਸੈਪਰੇਟਰ। ਕਿਸੇ ਚੀਜ਼ ਨੂੰ ਵੱਖਰਾ ਵੱਖਰਾ ਕਰਨਾ। ਹੁਣ 2 ਕੈਮੀਕਲ ਮਿਕਸ ਕਰਤੇ, ਸੈਪਰੇਟਰ ਨੇ ਕੀ ਕੀਤਾ? ਉਹ ਸਿਸਟਮ ਨੂੰ ਅਲੱਗ-ਅਲੱਗ ਕਰਤਾ। ਇੱਕ ਟੈਕਨੋਲੋਜੀ ਹੈ, ਪ੍ਰਿੰਸੀਪਲ ਹੈ, ਜਿਹੜਾ ਕਿਹਾ ਸੀ ਆਪਾਂ ਨੂੰ ਪ੍ਰਿੰਸੀਪਲ ਕਿਸੇ ਸਿਧਾਂਤ ਤੇ ਬਣਿਆ ਹੋਇਆ। ਇਹ ਸਿਧਾਂਤ ਪਹਿਲਾਂ ਤਿਆਰ ਕੀਤਾ ਗਿਆ। ਸੈਪਰੇਟਰ ਉਹਨੇ ਕੀ ਕੀਤਾ? ਦੋਨੇ ਕੈਮੀਕਲਾਂ ਨੂੰ ਵੱਖਰਾ ਵੱਖਰਾ ਕਰਤਾ, ਪਾਣੀ ਨੂੰ ਅਲੱਗ ਕਰਤਾ ਤੇ ਅਮੋਨੀਆ ਗੈਸ ਨੂੰ। ਉਸ ਤੋਂ ਬਾਅਦ ਸੈਪਰੇਟਰ ਤੋਂ ਬਾਅਦ ਕਿੱਥੇ ਵੱਧ ਗਈ? ਕੰਡੈਂਸਰ ਦੇ ਵਿੱਚ ਵੱਧ ਗਈ। ਕੰਡੈਂਸਰ ਦਾ ਕੀ ਕੰਮ ਹੈ? ਕਿਸੇ ਚੀਜ਼ ਨੂੰ ਕੰਡੈਂਸ ਕਰਨਾ, ਠੰਡਾ ਕਰਨਾ। ਠੰਡਾ ਕਿਵੇਂ ਕਰ ਸਕਦਾ? ਉਹਦੀ ਗਰਮੀ ਹਵਾ 'ਚ ਵੀ ਛੱਡ ਸਕਦਾ, ਪਾਣੀ 'ਚ ਵੀ ਛੱਡ ਸਕਦਾ। ਇਹ ਕੰਡੈਂਸਰ। ਉਹ ਤੋਂ ਬਾਅਦ ਲਾਸਟ ਵਿੱਚ ਕਿੱਥੇ ਆ ਜਾਈਏ ਆਪਾਂ? ਵੈਪੋਰੇਟਰ ਤੇ ਆ ਜਾਈਏ। ਵੈਪੋਰੇਟਰ ਦਾ ਕੀ ਕੰਮ ਹੈ? ਜਿੱਥੇ ਆਪਾਂ ਠੰਡਕ ਪੈਦਾ ਕਰਨੀ ਹੈ, ਜਿੱਥੇ ਆਪਾਂ ਗਰਮ ਸਮਾਨ ਰੱਖਿਆ ਹੋਇਆ, ਜਿੱਥੇ ਵਾਸ਼ਪੀਕਰਨ ਹੋਣਾ, ਗਰਮੀ ਤੇ ਠੰਡਕ ਦਾ ਮੇਲ ਹੋਣਾ, ਉੱਥੋਂ ਆਪਾਂ ਨੂੰ ਕੀ ਕਹਿੰਦੇ ਆ? ਵੈਪੋਰੇਟਰ ਬੋਲਦੇ ਆ। ਉਹ ਤੋਂ ਬਾਅਦ ਇੱਕ ਯੈਲੋ ਲਾਈਨ ਆਪਾਂ ਨੂੰ ਦਿਖਾਈ ਦੇ ਗਈ। ਇਹ ਕੀ ਹੈ? ਰੈਫਰੀਜਰੈਂਟ ਕੰਟਰੋਲ ਡਿਵਾਈਸ, ਜਿਹਨੂੰ ਆਪਾਂ ਅੱਗੇ ਪੜਾਂਗੇ। ਇਹ ਹਾਈਡਰੋਜਨ ਗੈਸ ਹੈ, ਰੈਫਰੀਜਰੈਂਟ ਕੰਟਰੋਲ ਡਿਵਾਈਸ ਦਾ ਕੰਮ ਕਰਦੀ ਹੈ। ਇਹ ਗੈਸ ਹਲਕੀ ਹੁੰਦੀ ਹੈ। ਹਲਕੀ ਹੋਣ ਕਰਕੇ ਜਿਹੜਾ ਮਤਲਬ ਲਿਕੁਇਡ ਕੰਡੈਂਸਰ ਦੇ ਵਿੱਚ ਆਉਂਦਾ, ਕੀ ਕਰਦੀ? ਉਹਦੇ ਫਲੋ ਨੂੰ ਕੰਟਰੋਲ ਕਰਦੀ ਹੈ। ਉਹ ਉਨੀ ਮਾਤਰਾ ਦੇ ਵਿੱਚ ਭੇਜਦੀ ਹੈ ਜਿੰਨੀ ਮਾਤਰਾ ਵਿੱਚ ਵੈਪੋਰੇਟਰ ਨੂੰ ਰਿਕੁਆਇਰਮੈਂਟ ਹੈ। ਉਨੀ ਮਾਤਰਾ ਦੇ ਵਿੱਚ ਇਹ ਠੰਡਕ ਪੈਦਾ ਕਰਦੀ ਹੈ। ਹੁਣ ਆਪਾਂ ਇਹਦੇ ਕੱਲੇ ਪਾਰਟ ਬਾਰੇ ਪੜ੍ਹ ਲਿਆ। ਜਿਹੜੀ ਡਿਸਕ੍ਰਿਪਸ਼ਨ ਦਿੱਤੀਆਂ ਗਈਆਂ ਨੇ, ਇਹਦੇ ਵਿੱਚ ਲਿਖਿਆ ਹੋਇਆ, ਜਿਹੜਾ ਪਹਿਲਾ ਸਲੋਟ ਦੇਖ ਰਹੇ ਹਾਂ ਆਪਾਂ, ਇਹਦੇ ਵਿੱਚ ਅਮੋਨੀਆ ਤੇ ਪਾਣੀ ਮਿਕਸ ਕੀਤਾ ਗਿਆ। ਜਿਹੜਾ ਨੀਲਾ ਹੈ ਉਹ ਇਕੱਲਾ ਪਾਣੀ ਹੈ, ਜਿਹੜੀ ਪੀਲੀ ਹਾਈਡਰੋਜਨ ਗੈਸ ਹੈ, ਜਿਹੜੀ ਵਾਈਟ ਦਿਖਾ ਰਹੀ ਹੈ ਅਮੋਨੀਆ ਵੇਪਰ ਸੀ। ਇਹ ਸਾਰੇ ਅਮੋਨੀਆ ਵੇਪਰ। ਠੀਕ ਹੈ ਵੀ। ਹੁਣ ਸਿਸਟਮ ਇਹ ਹੁਣ ਕੰਮ ਕਿਵੇਂ ਕਰਦਾ? ਇਹ ਸਿਸਟਮ ਦੀ ਜਿਹੜੀ ਸਿਸਟਮ ਵਰਕਿੰਗ ਕਿਵੇਂ ਕਰਦਾ? ਇਹ ਸਾਰਿਆਂ ਪਹਿਲਾਂ ਕੀ ਹੋਇਆ? ਅਬਜ਼ੌਰਬਰ ਨੇ ਕੀ ਕੀਤਾ? ਜਿਹੜਾ ਸਾਰਾ ਮਿਸ਼ਰਣ ਹੈ ਆਪਦੇ ਅੰਦਰ ਅਬਜ਼ੌਰਬ ਕੀਤਾ ਹੋਇਆ, ਉਹਨੂੰ ਅੱਗੇ ਤੱਕ ਕੇ ਜਨਰੇਟਰ 'ਚ ਭੇਜਦਾ। ਜਨਰੇਟਰ ਨੇ ਜਦੋਂ ਜਨਰੇਟਰ ਦੇ ਵਿੱਚ ਗਿਆ, ਉੱਥੇ ਆਪਣਾ ਹੀਟਰ ਲੱਗਿਆ ਹੋਇਆ। ਹੀਟਰ ਨੇ ਕੀ ਕੀਤਾ? ਉਸ ਸਿਸਟਮ ਨੂੰ ਬੋਇਲ ਕੀਤਾ, ਬੋਲਿਆ। ਜਦੋਂ ਸਟੀਮ ਰੂਪ ਵਿੱਚ ਆ ਗਿਆ, ਭਾਫ ਰੂਪ ਵਿੱਚ ਆ ਗਿਆ, ਤਾਂ ਇੱਕਦਮ ਅੱਗੇ ਸੈਪਰੇਟਰ 'ਚ ਵਗ ਗਿਆ। ਜਦੋਂ ਸੈਪਰੇਟਰ 'ਤੇ ਗਿਆ, ਸੈਪਰੇਟਰ ਨੇ ਆਪਣਾ ਕੰਮ ਸ਼ੁਰੂ ਕਰਤਾ, ਵੀ ਕੰਮ ਆਪਣਾ ਵੱਖਰਾ ਵੱਖਰਾ ਕਰਨਾ ਸ਼ੁਰੂ ਕਰਤਾ। ਉਹਨੇ ਕੀ ਕੀਤਾ? ਜਿਹੜਾ ਪਾਣੀ ਸੀਗਾ, ਜਦੋਂ ਸੈਪਰੇਟਰ ਦੇ ਵਿੱਚ ਗਿਆ, ਪਾਣੀ ਭਾਰਾ ਹੁੰਦਾ, ਪਾਣੀ ਨੂੰ ਕਿਤੇ ਮਾੜੀ ਜਿਹੀ ਹੀਟ ਮਿਲ ਗਈ, ਮਾੜੀ ਮਤਲਬ ਕਿ ਉਹਨੂੰ ਠੰਡਕ ਮਿਲ ਗਈ, ਹਵਾ ਮਿਲ ਗਈ, ਤਾਂ ਕੀ ਹੋ ਗਿਆ? ਪਾਣੀ ਭਾਰਾ ਹੋਣ ਕਰਕੇ ਮਤਲਬ ਥੱਲੇ ਹੀ ਰਹਿ ਗਿਆ। ਉਹਦਾ ਅਮੋਨੀਆ ਵੇਪਰ ਸੀਗੇ, ਉਹ ਇੱਕਦਮ ਸਪੀਡ ਨਾਲ ਤਹਾਂ ਨੂੰ ਉੱਪਰ ਨੂੰ ਕੰਡੈਂਸਰ ਵੱਲ ਚੜ ਗਈ, ਕਿਉਂਕਿ ਅਮੋਨੀਆ ਗੈਸ ਹਲਕੀ ਸੀ, ਪਾਣੀ ਭਾਰੀ ਸੀ, ਪਾਣੀ ਥੱਲੇ ਰਹਿ ਗਿਆ ਤੇ ਅਮੋਨੀਆ ਵੇਪਰ ਤਹਾਂ ਚਲੇ ਗਏ। ਮਤਲਬ ਕਿ ਉਹ ਤੋਂ ਬਾਅਦ ਕੀ ਹੋਇਆ? ਜਿਹੜਾ ਪਾਣੀ ਸੀਗਾ, ਵਾਟਰ ਇਹ ਤੋਂ ਸੈਪਰੇਟਰ ਰਾਹੀਂ ਵੱਖ ਹੋ ਕੇ ਇੱਧਰਲੇ ਪਾਸੇ ਰੈਕਟੀਫਾਇਰ ਰਾਹੀਂ ਇੱਧਰ ਅਬਜ਼ੌਰਬਰ ਕਰਨੀ ਆਉਣ ਲੱਗ ਗਿਆ। ਤੇ ਜਿਹੜੇ ਅਮੋਨੀਆ ਵੇਪਰਸ ਨੇ ਉਹ ਅੱਗੇ ਸਿੱਧਾ ਇਹਦੇ ਵੱਲ ਨੂੰ ਹੋ ਗਏ, ਕੰਡੈਂਸਰ ਵੱਲ ਨੂੰ ਹੋ ਗਏ। ਕੰਡੈਂਸਰ ਕੀ ਕਰਦਾ ਹੈ? ਕੰਡੈਂਸਰ ਦੇ ਨਾਂ ਤੋਂ ਹੀ ਆਪਾਂ ਆਈਡੀਆ ਲਾ ਸਕਦੇ ਹਾਂ, ਕਿਸੇ ਚੀਜ਼ ਨੂੰ ਠੰਡਾ ਕਰਨਾ। ਇਹ ਕੰਡੈਂਸ ਕਰਦਾ ਹੈ, ਠੰਡਾ ਕਰਦਾ ਹੈ। ਕਿਹਨੂੰ? ਜਿਹੜੇ ਵੇਪਰਸ ਆਏ ਹੋਏ ਸੀਗੇ ਗੈਸ ਦੇ, ਉਹਨੂੰ ਕੀ ਕਰਤਾ? ਲਿਕੁਇਡ ਸਟੇਟ ਦੇ ਵਿੱਚ ਬਦਲਤਾ, ਉਹਦੀ ਗਰਮੀ ਹਵਾ ਜਾਂ ਪਾਣੀ ਵਿੱਚ ਛੱਡ ਦਿੱਤੀ। ਕੰਡੈਂਸਰ ਦਾ ਕੀ ਕੰਮ ਹੈ? ਜਦੋਂ ਕੋਈ ਵੇਪਰਸ ਆਉਂਦੇ ਹੈ, ਉਹਨੂੰ ਠੰਡਾ ਕਰਨਾ, ਠੰਡਾ ਕਰਕੇ ਲਿਕੁਇਡ ਸਟੇਟ ਦੇ ਵਿੱਚ ਚੇਂਜ ਕਰਨਾ। ਲਿਕੁਇਡ ਸਟੇਟ ਦੇ ਵਿੱਚ ਜਦੋਂ ਬਦਲਤੇ, ਉਸ ਤੋਂ ਬਾਅਦ ਕੀ ਹੋਇਆ? ਜਿਹੜੀ ਆਪਣੀ ਹਾਈਡਰੋਜਨ ਗੈਸ ਹੈ, ਹਾਈਡਰੋਜਨ ਗੈਸ ਨੇ ਇਹਦੇ ਪ੍ਰੈਸ਼ਰ ਨੂੰ ਰਿਲੀਜ਼ ਕਰਤਾ, ਘਟਾਤਾ, ਤੇ ਅੱਗੇ ਵੈਪੋਰੇਟਰ ਦੇ ਵਿੱਚ ਜਿਹੜਾ ਲਿਕੁਇਡ ਹੈ ਸਪਲਾਈ ਕਰਤਾ। ਹੁਣ ਵੈਪੋਰੇਟਰ ਦੇ ਵਿੱਚ ਕੀ ਰੱਖਿਆ ਹੋਇਆ ਆਪਾਂ? ਜਿਹੜਾ ਸਮਾਨ ਖਰਾਬ ਨਾ ਹੋਵੇ ਜਾਂ ਕਿਸੇ ਚੀਜ਼ ਨੂੰ ਠੰਡਾ ਕਰਨਾ ਹੈ, ਤਾਂ ਕੀ ਹੋਇਆ? ਉੱਥੇ ਜਦੋਂ ਆਪਣਾ ਲਿਕੁਇਡ ਰੈਫਰੀਜਰੈਂਟ ਹੈ ਉਹਦੇ ਅੰਦਰ ਆ ਗਿਆ, ਜਿਹੜਾ ਸਮਾਨ ਹੈ ਗਰਮ ਹੈ, ਜਦੋਂ ਗਰਮੀ ਦੇ ਠੰਡਕ ਦਾ ਮੇਲ ਹੋਇਆ ਤਾਂ ਵਾਸ਼ਪੀਕਰਨ ਹੋ ਗਿਆ।
ਤਾਂ ਜਿਹੜੀ ਰੈਫਰੀਜਰੈਂਟ ਸੀਗੀ ਉਹਨੇ ਜਿਹੜਾ ਮਤਲਬ ਕਿ ਗਰਮ ਸਮਾਨ ਰੱਖਿਆ ਉਹਦੀ ਹੀਟ ਆਪਣੇ ਅੰਦਰ ਅਬਜ਼ੌਰਬ ਕਰ ਲਈ ਤੇ ਉਹ ਸਮਾਨ ਨੂੰ ਠੰਡਾ ਕਰਤਾ। ਠੰਡਾ ਕਰਨ ਤੋਂ ਬਾਅਦ ਦੁਬਾਰਾ ਉਹ ਮਿਕਸ ਹੋ ਕੇ ਫਿਰ ਅਬਜ਼ੌਰਬਰ ਦੇ ਵਿੱਚ ਆ ਗਈ, ਕਿਉਂਕਿ ਅੰਦਰ ਇੱਕ ਪ੍ਰੈਸ਼ਰ ਕ੍ਰੀਏਟ ਹੋਇਆ 200 ਪਾਉਂਡ ਦਾ। ਜਿੰਨਾ ਚਿਰ ਉਹ 200 ਪਾਉਂਡ ਦਾ ਪ੍ਰੈਸ਼ਰ ਕ੍ਰੀਏਟ ਰਹੂਗਾ ਤਾਂ ਸਿਸਟਮ ਇਸੇ ਢੰਗ ਨਾਲ ਹੀ ਵਰਕਿੰਗ ਕਰੀ ਜਾਊਗਾ, ਠੰਡਾ ਕਰੀ ਜਾਊਗਾ। ਕਿਉਂਕਿ ਇਹ ਸਿਸਟਮ 200 ਪਾਉਂਡ ਤੱਕ ਥੋੜਾ ਜਿਹਾ ਸਲੋ ਸਿਸਟਮ ਹੈ, ਥੋੜੀ ਹੌਲੀ ਕੂਲਿੰਗ ਕਰਦਾ ਹੈ ਤੇ ਐਫੀਸ਼ੀਐਂਸੀ ਇਹਦੀ ਬਹੁਤ ਘੱਟ ਹੈ, ਸਿਰਫ ਠੰਡਾ ਹੀ ਕਰ ਸਕਦਾ। ਜੇ ਆਪਾਂ ਵਰਗ ਮਾਨ ਲੱਗੇ ਤਾਂ ਐ ਨਹੀਂ ਪਤਾ 8-10 ਘੰਟੇ ਲੱਗ ਜਾਣ ਆਪਾਂ ਨੂੰ, ਠੀਕ ਹੈ। ਇਹ ਸਾਰਾ ਸਾਈਕਲ ਜਿਹੜਾ ਚੱਲਦਾ ਐਂ ਰਹਿੰਦਾ ਹੈ। ਉਸ ਤੋਂ ਬਾਅਦ ਫਿਰ ਸਿਸਟਮ ਅਬਜ਼ੌਰਬਰ ਚ ਆ ਗਿਆ, ਅਬਜ਼ੌਰਬਰ ਤੋਂ ਜਨਰੇਟਰ ਚ ਆ ਗਿਆ, ਜਨਰੇਟਰ ਤੋਂ ਫਿਰ ਅੱਗੇ ਬਾਈ ਚਾਂਸ ਇਹ ਸਾਰਾ ਸਿਸਟਮ ਐਂ ਚੱਲਦਾ ਰਹਿੰਦਾ ਤੇ ਅੰਦਰਲਾ ਸਮਾਨ ਆਪਣਾ ਠੰਡਾ ਹੁੰਦਾ ਰਹਿੰਦਾ ਬਿਨਾਂ ਕਿਸੇ ਮਕੈਨੀਕਲ ਪਾਰਟ ਤੋਂ, ਬਿਨਾਂ ਕੋਈ ਮਕੈਨੀਕਲ ਪਾਰਟ ਯੂਜ਼ ਕੀਤੇ ਆਪਾਂ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦਾ ਇਸਤੇਮਾਲ ਕਰਦੇ ਹਾਂ। ਥੋੜੀ ਜਿਹੀ ਡਿਸਐਡਵਾਂਟੇਜ ਵੀ ਨੇ, ਕੋਈ ਡਿਸਐਡਵਾਂਟੇਜ ਤੁਹਾਨੂੰ ਦੱਸ ਦੇਣਾ, 2-4 ਜਿਹੜੀਆਂ ਹੈਗੀਆਂ ਨੇ। ਕਹਿੰਦਾ ਭਾਵ ਕੀ ਹੈ ਵੀ ਇੱਕ ਤਾਂ ਜਦੋਂ ਆਪਾਂ ਮਤਲਬ ਕਿ ਇਹਦੀ ਕੂਲਿੰਗ ਹੈ ਉਹ ਥੋੜੀ ਸਲੋ ਹੈ। ਇੱਕ ਜਿਹੜਾ ਆਪਾਂ ਦੀਵਾ ਲਾਇਆ ਹੋਇਆ ਜਾਂ ਬੱਤੀ ਲਾਈ ਹੋਈ ਉਹਦੀ ਸਮੈਲ ਹੈ ਉਹ ਘਰ ਦੇ ਵਿੱਚ ਪੈਦਾ ਹੋ ਜਾਂਦੀ ਹੈ। ਪੈਦਾ ਹੋਣ ਤੋਂ ਬਾਅਦ ਇਹਨੂੰ ਕਿਸੇ ਦੂਰ ਜਗ੍ਹਾ ਤੇ ਰੱਖਿਆ ਜਾਂਦਾ ਹੈ, ਕਿਉਂਕਿ ਕਹਿੰਦਾ ਭਾਵ ਕਿ ਅੱਜ ਕੱਲ੍ਹ ਜਿਹੜੇ ਰੈਫਰੀਜਰੇਟਰ ਆਪਾਂ ਕਿਚਨਾਂ ਦੇ ਵਿੱਚ ਹੀ ਰੱਖਦੇ ਹਾਂ, ਰਸੋਈ ਦੇ ਵਿੱਚ ਹੀ ਰੱਖਦੇ ਹਾਂ ਵੀ ਆਪਾਂ ਕਿਚਨ ਦੇ ਵਿੱਚ ਹੀ ਕੰਮ ਕਰਨਾ ਹੈ, ਉੱਥੇ ਹੀ ਚੱਕਿਆ ਨਾਲ ਦੀਆਂ ਸਮਾਨ ਆਪਾਂ ਯੂਜ਼ ਕਰ ਸਕੀਏ, ਜਾਂ ਕਿਚਨ ਤੋਂ ਬਾਹਰ ਥੋੜਾ ਜਿਹਾ ਡਿਸਟੈਂਸ ਰੱਖਦੇ ਹਾਂ। ਜਦੋਂ ਨੂੰ ਆਪਾਂ ਕਿਤੇ ਦੂਰ ਰੱਖ ਕੇ ਆਵਾਂਗੇ ਬਾਈ ਚਾਂਸ ਇਹਦਾ ਦੀਵਾ ਬੁਝ ਗਿਆ ਤਾਂ ਕੂਲਿੰਗ ਇਫੈਕਟ ਕੀ ਆ ਡਾਊਨ ਹੋ ਜਾਊਗਾ ਤੇ ਆਪਣਾ ਸਿਸਟਮ ਖੜ ਜਾਊਗਾ, ਆਪਾਂ ਨੂੰ ਪਤਾ ਨਹੀਂ ਲੱਗਣਾ। ਇਸ ਕਰਕੇ ਇਹਦੀ ਕੇਅਰ ਬਹੁਤ ਔਖੀ ਹੈ, ਮੇਨਟੇਨੈਂਸ ਬਹੁਤ। ਉਸ ਤੋਂ ਬਾਅਦ ਜੇ ਗੱਲ ਕਰੀਏ ਸਿਸਟਮ ਜੇ ਖਰਾਬ ਹੋ ਜੇ, ਜੇ ਸਿਸਟਮ ਕੂਲਿੰਗ ਕਰਨਾ ਹੀ ਬੰਦ ਕਰ ਦੇ ਤਾਂ ਆਪਾਂ ਕੀ ਕਰਾਂਗੇ ਇਹਨੂੰ? ਇਹਦੇ ਵਿੱਚ ਦੇਖੋ ਕੋਈ ਮਕੈਨੀਕਲ ਪਾਰਟ ਨਹੀਂ, ਕੋਈ ਰਿਪੇਅਰ ਨਹੀਂ। ਇਹਦੇ ਵਿੱਚ ਅਮੋਨੀਆ ਗੈਸ ਤੇ ਆਪਾਂ ਕਿਹਦਾ ਇਸਤੇਮਾਲ ਕੀਤਾ ਗਿਆ? ਅਮੋਨੀਆ ਤੇ ਪਾਣੀ ਦਾ ਇਸਤੇਮਾਲ ਕੀਤਾ ਗਿਆ। ਇਹਦੇ ਵਿੱਚ ਜਿਹੜੀਆਂ ਆਪਾਂ ਪਾਈਪ ਯੂਜ਼ ਕਰਨੀਆਂ ਨੇ ਉਹ ਕਿਹੜੀਆਂ ਕਰਨੀਆਂ ਨੇ? ਸਟੀਲ ਪਾਈਪ ਯੂਜ਼ ਕਰਨੀਆਂ ਨੇ, ਕਿਉਂਕਿ ਜੇ ਆਪਾਂ ਹੋਰ ਯੂਜ਼ ਕਰਨੇ ਕਾਪਰ ਕਰ ਲਈ, ਐਲੂਮੀਨੀਅਮ ਕਰ ਲਈ ਤਾਂ ਇਹਨਾਂ ਦਾ ਆਪਸ ਵਿੱਚ ਐਂਟੀ ਰਿਐਕਸ਼ਨ ਹੈ, ਤਾਂ ਉਹ ਪਾਈਪ ਨੂੰ ਖੋਰ ਦੇਣਗੀਆਂ, ਖਰਾਬ ਕਰ ਦੇਣਗੀਆਂ। ਇਸ ਕਰਕੇ ਜਿੱਥੇ ਅਮੋਨੀਆ ਗੈਸ ਯੂਜ਼ ਹੋਊਗੀ, ਗੱਲ ਧਿਆਨ ਰੱਖਣੀ ਹੈ, ਉੱਥੇ ਕਿਹੜੀ ਮਤਲਬ ਪਾਈਪਸ ਇਸਤੇਮਾਲ ਕੀਤੀਆਂ ਜਾਣਗੀਆਂ? ਸਟੀਲ ਦੀਆਂ ਪਾਈਪਾਂ ਇਸਤੇਮਾਲ ਕੀਤੀਆਂ ਜਾਣਗੀਆਂ। ਉਹਦੇ ਵਿੱਚ ਆਪਾਂ ਸਟੀਲ ਦੀਆਂ ਪਾਈਪਾਂ ਦੀ ਵਰਤੋਂ ਕਰਾਂਗੇ, ਠੀਕ ਹੈ ਵੀ। ਹੁਣ ਆਪਾਂ ਇਹਦੀ ਥੋੜੀ ਜਿਹੀ ਡਿਸਐਡਵਾਂਟੇਜ ਦੀ ਗੱਲ ਕਰੀ ਸੀ ਵੀ ਉਹ ਸਮੈਲ ਪੈਦਾ ਹੋ ਜੂ, ਆਪਾਂ ਨੂੰ ਪਤਾ ਨਹੀਂ ਲੱਗਣਾ ਸਿਸਟਮ ਦੇ ਵਿੱਚ। ਬਾਈ ਚਾਂਸ ਜੇ ਸਿਸਟਮ ਇਹ ਖਰਾਬ ਹੋ ਗਿਆ, ਮਤਲਬ ਆਪਣੀ ਕੂਲਿੰਗ ਘਟਾ ਲਿਆ, ਤਾਂ ਆਪਾਂ ਕੀ ਕਰਨਾ? ਇਹਨੂੰ ਇੱਕ ਦਿਨ ਲਈ ਉਲਟਾ ਕਰਕੇ ਰੱਖ ਦੇਣਾ ਹੈ। ਜਦੋਂ ਇੱਕ ਦਿਨ ਲਈ ਉਲਟਾ ਕਰਕੇ ਰੱਖ ਦਾਂਗੇ ਤਾਂ ਜਿਹੜਾ ਇਹਦਾ ਮਿਸ਼ਰਣ ਦਾ ਸਿਸਟਮ ਹੈ ਸਾਰਾ ਐਕੂਰੇਟ ਹੋ ਜਾਊਗਾ। ਦੁਬਾਰਾ ਸਿੱਧਾ ਕਰ ਦਾਂਗੇ, ਅਗਲੇ ਦਿਨ ਫੇਰ ਚਲਾਵਾਂਗੇ ਤਾਂ ਸਹੀ ਢੰਗ ਨਾਲ ਇਹ ਕੰਮ ਕਰਨਾ ਸ਼ੁਰੂ ਕਰ ਦੂਗਾ। ਉਹ ਕਿਉਂ ਕਰਦਾ? ਕਿਉਂਕਿ ਜਦੋਂ ਸਿਸਟਮ ਲਗਾਤਾਰ ਚੱਲੀ ਜਾਂਦਾ, ਬੱਤੀਆਂ ਚੱਲੀ ਜਾਂਦੀਆਂ, ਕੋਈ ਨਾ ਕੋਈ ਕੈਮੀਕਲ ਰਿਐਕਸ਼ਨ ਹੋ ਕੇ ਇਹਦਾ ਪ੍ਰੈਸ਼ਰ ਡਾਊਨ ਹੋ ਜਾਂਦਾ ਹੈ ਤੇ ਇਹਦੀ ਕੂਲਿੰਗ ਘਟ ਜਾਂਦੀ ਹੈ, ਜਾਂ ਗੈਸਾਂ ਦਾ ਸਿਸਟਮ ਇੱਧਰ ਉੱਧਰ ਹੋ ਜਾਂਦਾ ਥੋੜਾ ਜਿਹਾ, ਉਹ ਸਿਰਫ ਕੂਲਿੰਗ ਘਟ ਜਾਂਦੀ ਹੈ। ਉਸ ਤੋਂ ਬਾਅਦ ਦੁਬਾਰਾ ਫਿਰ ਸਿੱਧਾ ਕਰਦਾ, ਦੁਬਾਰਾ ਫਿਰ ਇਹ ਆਪਦੇ ਸਿਸਟਮ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦੂਗਾ, ਵਰਕਿੰਗ ਕਰਨਾ ਸ਼ੁਰੂ ਕਰ। ਠੀਕ ਹੈ ਵੀ, ਇਹ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਹੈ ਆਪਣਾ। ਜੇ ਕਿਸੇ ਦਾ ਕੋਈ ਡਾਊਟ ਹੈ ਅੱਗੇ ਡੀਲ ਕਰ ਲਾਂਗੇ ਆਪਾਂ। ਉਸ ਤੋਂ ਬਾਅਦ ਆ ਗਿਆ ਮਕੈਨੀਕਲ ਰੈਫਰੀਜਰੇਸ਼ਨ ਸਿਸਟਮ। ਮਕੈਨੀਕਲ ਰੈਫਰੀਜਰੇਸ਼ਨ ਸਿਸਟਮ ਕੀ ਹੈ? ਇਹ ਜੈਕਬ ਪਾਰਕਿੰਗ ਦੀ ਦੇਣ ਹੈ, ਜਿਹੜਾ ਅੱਜ ਦੇ ਸਿਸਟਮ ਵਿੱਚ ਚੱਲ ਰਿਹਾ ਹੈ। ਇਹਨੇ ਮਤਲਬ ਕਿ ਇਹਦੇ ਵਿੱਚ ਕੀ ਹੈ? ਮਕੈਨੀਕਲ ਪਾਰਟ ਦੀ ਇਸਤੇਮਾਲ ਕੀਤੀ ਗਈ ਹੈ, ਕੰਪਰੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਜਿਵੇਂ ਆਪਣੇ ਸੀ ਦੇ ਅੰਦਰ ਹਾਰਡ ਕੰਮ ਕਰਦਾ, ਉਸੇ ਤਰ੍ਹਾਂ ਇਸੇ ਅੰਦਰ ਕੰਪਰੈਸਰ ਕੰਮ ਕਰਦਾ ਹੈ, ਜਿਹੜੇ ਸਾਰੇ ਸਿਸਟਮ ਨੂੰ ਅਪਡੇਟ ਕਰਦਾ ਹੈ। ਜਿਵੇਂ ਹਾਰਡ ਆਪ ਨੂੰ ਅਪਡੇਟ ਰੱਖਦਾ, ਉਵੇਂ ਕੰਪਰੈਸਰ ਸਾਰੇ ਸਿਸਟਮ ਨੂੰ ਅਪਡੇਟ ਰੱਖਦਾ ਹੈ। ਇਹਦੇ ਵਿੱਚ ਜਿਹੜੀਆਂ ਕਿਰਿਆਵਾਂ ਹੁੰਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ? ਕੰਪਰੈਸ਼ਨ ਹੁੰਦਾ ਹੈ, ਕੰਡੈਂਸਰ ਦੇ ਵਿੱਚ ਕੰਡੈਂਸੇਸ਼ਨ ਹੁੰਦੀ ਹੈ, ਐਕਸਪੈਂਸ਼ਨ ਹੁੰਦੀ ਹੈ ਐਕਸਪੈਂਸ਼ਨ ਵਾਲ ਦੇ ਵਿੱਚ, ਤੇ ਵੈਪੋਰਾਈਜੇਸ਼ਨ ਕਿੱਥੇ ਹੁੰਦੀ ਹੈ? ਵੈਪੋਰੇਟਰ ਦੇ ਵਿੱਚ ਆਪਾਂ ਜਿੱਥੇ ਠੰਡਕ ਪੈਦਾ ਕਰਦੇ ਹਾਂ। ਹੁਣ ਆਪਾਂ ਅਗਲੀ ਗੱਲ ਕਰਦੇ ਹਾਂ, ਜਿਹੜਾ ਸਾਨੂੰ ਪਹਿਲਾਂ ਆਪਣਾ ਕੰਪਰੈਸਰ ਹੈ। ਕੰਪਰੈਸਰ ਕੀ ਕਰਦਾ ਹੈ? ਲੋ ਪ੍ਰੈਸ਼ਰ ਲੋ ਟੈਂਪਰੇਚਰ ਵਾਲੀ ਗੈਸ ਨੂੰ ਕੰਪਰੈਸ ਕਰਦਾ ਸੈਕਸ਼ਨ ਲੈਣ ਰਾਹੀਂ। ਉਹ ਤੋਂ ਬਾਅਦ ਆਪਣੇ ਪ੍ਰੈਸ਼ਰ ਦੇ ਨਾਲ ਉਹਨੂੰ ਪ੍ਰੈਸ਼ਰਾਈਜ਼ ਕਰਦਾ, ਉਹਦਾ ਟੈਂਪਰੇਚਰ ਤੇ ਪ੍ਰੈਸ਼ਰ ਦੋਨੇ ਵਧਾ ਦਿੰਦਾ। ਦੋਨੇ ਵਧਾ ਕੇ ਕਿੱਥੇ ਭੇਜ ਦਿੰਦਾ? ਉਹ ਕੰਡੈਂਸਰ ਦੇ ਵਿੱਚ ਭੇਜ ਦਿੰਦਾ ਹੈ। ਕੰਡੈਂਸਰ ਦਾ ਕੀ ਕੰਮ ਹੈ? ਕੰਡੈਂਸੇਸ਼ਨ। ਇੱਥੇ ਕੀ ਹੁੰਦਾ? ਠੰਡਕ ਪੈਦਾ ਹੁੰਦੀ ਹੈ। ਕਿਵੇਂ ਪੈਦਾ ਹੁੰਦੀ ਹੈ? ਜਿਹੜੀ ਇਹਦੀ ਹਵਾ ਹੈ, ਜਿਹੜੀ ਇਹਦੀ ਗਰਮੀ ਹੈ, ਹਵਾ ਜਾਂ ਪਾਣੀ ਵਿੱਚ ਛੱਡ ਕੇ, ਜਿਹੜਾ ਮਤਲਬ ਕੰਡੈਂਸਰ ਦੇ ਅੰਦਰ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਵਾਲਾ ਵੇਪਰ ਸੀਗੇ, ਉਹਨੂੰ ਕਿੱਥੇ ਕਰਤਾ? ਉਹਨੇ ਕੰਡੈਂਸੇਸ਼ਨ ਕਰਤਾ, ਠੰਡਕ ਕਰਕੇ ਉਹਨੂੰ ਉਹਦਾ ਰੂਪ ਬਦਲਤਾ। ਵੇਪਰ ਤੋਂ ਉਹਨੂੰ ਕੀ ਕਰਤਾ? ਲਿਕੁਇਡ ਸਟੇਟ ਦੇ ਵਿੱਚ ਬਦਲਤਾ। ਦੇਖੋ ਵੀ ਜਿਹੜਾ ਕੰਡੈਂਸਰ ਦਾ ਕੀ ਕੰਮ ਹੈ? ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਵਾਲੀ ਗੈਸ ਆ ਰਹੀ ਹੈ, ਉਹਨੂੰ ਕੀ ਕੀਤਾ? ਉਹਨੇ ਠੰਡਾ ਕਰਤਾ। ਠੰਡਾ ਕਰਕੇ ਕੀ ਹੈ? ਵੇਪਰ ਤੋਂ ਲਿਕੁਇਡ ਰੂਪ ਵਿੱਚ ਬਦਲ। ਉਸ ਤੋਂ ਬਾਅਦ ਕੀ ਹੈ? ਰਿਸੀਵਰ ਹੈ, ਜਿੱਥੇ ਸਾਰੇ ਆਪਾਂ ਮਤਲਬ ਕਿ ਲਿਕੁਇਡ ਨੂੰ ਸਟੋਰ ਕਰਦੇ ਹਾਂ। ਉਸ ਤੋਂ ਬਾਅਦ ਕੀ ਆ ਗਿਆ ਆਪਣਾ? ਐਕਸਪੈਂਸ਼ਨ ਡਿਵਾਈਸ। ਇੱਥੇ ਕੀ ਹੁੰਦਾ? ਐਕਸਪੈਂਸ਼ਨ ਹੁੰਦੀ ਹੈ, ਇੱਥੇ ਜਿਹੜਾ ਰੈਫਰੀਜਰੈਂਟ ਦੇ ਫਲੋ ਨੂੰ ਕੰਟਰੋਲ ਕੀਤਾ ਜਾਂਦਾ ਹੈ। ਜਿੰਨੀ ਮਾਤਰਾ ਵਿੱਚ ਵੈਪੋਰੇਟਰ ਨੂੰ ਲੋੜ ਹੈ, ਉਨੀ ਮਾਤਰਾ ਦੇ ਵਿੱਚ ਵੈਪੋਰੇਟਰ ਨੂੰ ਭੇਜਿਆ ਜਾਂਦਾ ਹੈ। ਲਿਕੁਇਡ ਰੈਫਰੀਜਰੈਂਟ ਸਪਰੇਅ ਹੁੰਦਾ ਹੋਵੇ,
ਇੱਥੇ ਠੰਡਕ ਪੈਦਾ ਹੁੰਦੀ ਹੈ। ਉਸ ਤੋਂ ਬਾਅਦ ਕੀ ਆ, ਵੈਪੋਰੇਟਰ ਹੈ। ਇੱਥੇ ਵਿੱਚ ਕੀ ਹੁੰਦਾ, ਇੱਥੇ ਵਾਸ਼ਪੀਕਰਨ ਹੁੰਦਾ। ਇੱਥੇ ਆਪਾਂ ਗਰਮ ਸਮਾਨ ਰੱਖਦੇ ਹਾਂ। ਕੀ ਹੈ, ਜਦੋਂ ਗਰਮ ਸਮਾਨ ਰੱਖਣਾ, ਗਰਮ ਸਮਾਨ ਨੂੰ ਠੰਡਾ ਕਰਨ ਦੇ ਲਈ ਵੈਪੋਰਾਈਜੇਸ਼ਨ ਕੀਤੀ ਜਾਂਦੀ ਹੈ। ਜਿਹੜੀ ਗੈਸ ਹੈ ਉਹ ਠੰਡੀ ਹੈ, ਸਮਾਨ ਹੈ ਗਰਮ ਹੈ। ਗੈਸ ਉਹਦਾ ਟੈਂਪਰੇਚਰ ਆਪਦੇ ਅੰਦਰ ਅਬਜ਼ੌਰਬ ਕਰ ਲੈਂਦੀ ਹੈ। ਉਸ ਤੋਂ ਬਾਅਦ ਕੀ ਹੈ, ਸਮਾਨ ਠੰਡਾ ਹੋ ਜਾਂਦਾ ਤੇ ਗੈਸ ਦੁਬਾਰਾ ਗਰਮ ਹੋ ਕੇ ਫਿਰ ਆਪਦੇ ਸਕਸ਼ਨ ਲੈਣ ਰਾਹੀਂ ਕੰਪਰੈਸਰ ਦੇ ਵਿੱਚ ਆ ਜਾਂਦੀ ਹੈ। ਮਕੈਨੀਕਲ ਰੈਫ੍ਰਿਜਰੇਸ਼ਨ ਸਿਸਟਮ ਹੈ ਜਿਹੜਾ ਇਹ ਸਾਰਾ ਟੋਟਲੀ ਕੰਮ ਕਰਦਾ ਹੈ। ਹੁਣ ਮਕੈਨੀਕਲ ਰੈਫ੍ਰਿਜਰੇਸ਼ਨ ਸਿਸਟਮ ਦੇ ਪਾਰਟ ਦੀ ਗੱਲ ਕਰ ਲਈ ਆਪਾਂ ਨੇ, ਕੰਪਰੈਸਰ ਦੀ ਗੱਲ ਕਰਦੇ ਹਾਂ ਆਪਾਂ। ਕੰਪਰੈਸਰ ਤੁਹਾਨੂੰ ਦੱਸ ਹੀ ਦਿੱਤਾ, ਇਹ ਸਕਸ਼ਨ ਲੈਣ ਰਾਹੀਂ ਜਿਹੜੀ ਲੋ ਪ੍ਰੈਸ਼ਰ ਲੋ ਟੈਂਪਰੇਚਰ ਵਾਲੀ ਗੈਸ ਆ ਰਹੀ ਹੈ, ਠੀਕ ਹੈ, ਉਹਨੂੰ ਕੰਪਰੈਸ ਕਰਕੇ ਅੱਗੇ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਬਣਾ ਕੇ ਅੱਗੇ ਕੰਡੈਂਸਰ ਵਿੱਚ ਭੇਜਦਾ। ਕੰਡੈਂਸਰ ਕੀ ਹੈ, ਉਹਦੀ ਪੋਜੀਸ਼ਨ ਨੂੰ ਚੇਂਜ ਕਰ ਦਿੰਦਾ। ਜਿਹੜੀ ਉਹ ਹਾਈ ਪ੍ਰੈਸ਼ਰ ਹਾਈ ਟੈਂਪਰੇਚਰ ਗੈਸ ਆ ਰਹੀ ਹੈ, ਉਹਦੀ ਗਰਮੀ ਹਵਾ ਜਾਂ ਪਾਣੀ ਵਿੱਚ ਛੱਡ ਕੇ ਉਹਨੂੰ ਲਿਕੁਇਡ ਸਟੇਟ ਦੇ ਵਿੱਚ ਬਦਲ ਦਿੰਦਾ ਹੈ। ਉਹ ਤੋਂ ਬਾਅਦ ਰਿਸੀਵਰ ਹੈ, ਰਿਸੀਵਰ ਸਾਰੀ ਗੈਸ ਨੂੰ ਸਟੋਰ ਕਰਨ ਦੇ ਕੰਮ ਆਉਂਦਾ। ਜਦੋਂ ਕਦੇ ਸਿਸਟਮ ਖਰਾਬ ਹੋ ਜਾਂਦਾ ਤਾਂ ਰਿਸੀਵਰ ਦੇ ਵਿੱਚ ਸਾਰੀ ਗੈਸ ਨੂੰ ਸਟੋਰ ਕਰਕੇ ਯੂਜ਼ ਵੀ ਕਰ ਸਕਦੇ ਹਾਂ। ਜੇ ਕੋਈ ਮਕੈਨੀਕਲ ਪਾਰਟ ਰਿਪੇਅਰ ਕਰਨਾ ਵੀ ਪੈ ਗਿਆ ਆਪਾਂ ਨੂੰ, ਕੰਪਰੈਸਰ ਰਿਪੇਅਰ ਕਰਨਾ ਪਏਗਾ। ਉਹ ਤੋਂ ਬਾਅਦ ਜਿਹੜਾ ਐਕਸਪੈਂਸ਼ਨ ਡਿਵਾਈਸ ਹੈ, ਐਕਸਪੈਂਸ਼ਨ ਡਿਵਾਈਸ ਵੀ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ, 6 ਤਰ੍ਹਾਂ ਦੇ 7 ਤਰ੍ਹਾਂ ਦੇ ਐਕਸਪੈਂਸ਼ਨ ਡਿਵਾਈਸ ਨੇ। ਜੇ ਆਪਾਂ ਇਹਦਾ ਜ਼ਿਕਰ ਕਰਾਂਗੇ ਤਾਂ ਬੜਾ ਲੰਬਾ ਚੈਪਟਰ ਹੋ ਜੂ ਆਪਣਾ, ਠੀਕ ਹੈ। ਐਕਸਪੈਂਸ਼ਨ ਦਾ ਕੀ ਮਤਲਬ ਹੈ, ਕਿਸੇ ਰੈਫ੍ਰਿਜਰੈਂਟ ਦੇ ਫਲੋ ਨੂੰ ਘਟਾਉਣਾ। ਇਹ ਘਟਾ ਕੇ ਉਨੀ ਮਾਤਰਾ ਵਿੱਚ ਭੇਜਦਾ ਜਿੰਨੀ ਮਾਤਰਾ ਵਿੱਚ ਵੈਪੋਰੇਟਰ ਨੂੰ ਲੋੜ ਹੈ। ਇਹ ਡਿਵਾਈਸ ਆਪਾਂ ਤਾਂ ਹੀ ਯੂਜ਼ ਕੀਤੀ ਹੈ, ਉਨੀ ਮਾਤਰਾ ਵਿੱਚ ਆਪਾਂ ਨੂੰ ਪਤਾ ਵੀ ਨਹੀਂ ਇੰਨੀ ਮਾਤਰਾ ਵਿੱਚ ਵੈਪੋਰੇਟਰ ਨੂੰ ਲਿਕੁਇਡ ਚਾਹੀਦਾ, ਉਸ ਹਿਸਾਬ ਨਾਲ ਇਹ ਰੈਫ੍ਰਿਜਰੈਂਟ ਕੰਟਰੋਲ ਡਿਵਾਈਸ ਯੂਜ਼ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਜਿਹੜੀ ਰੈਫ੍ਰਿਜਰੈਂਟ ਉਹ ਠੰਡੀ ਹੈ ਤੇ ਜਿਹੜਾ ਸਮਾਨ ਹੈ ਉਹ ਗਰਮ ਹੈ, ਤੇ ਜਿਹੜੀ ਰੈਫ੍ਰਿਜਰੈਂਟ ਹੈ ਉਹ ਸਮਾਨ ਦੀ ਗਰਮੀ ਆਪਦੇ ਅੰਦਰ ਅਬਜ਼ੌਰਬ ਕਰਦੀ ਹੈ। ਅਬਜ਼ੌਰਬ ਕਰਨ ਤੋਂ ਬਾਅਦ ਕੀ ਕਰਦੀ ਹੈ, ਉਹ ਦੁਬਾਰਾ ਵੇਪਰ ਰੂਪ ਦੇ ਵਿੱਚ ਆ ਜਾਂਦੀ ਹੈ। ਲੋ ਪ੍ਰੈਸ਼ਰ ਤੇ ਲੋ ਟੈਂਪਰੇਚਰ ਵਾਲੇ ਪਾਸੇ ਸਥਿਤੀ ਚੇਂਜ ਹੋ ਜਾਂਦੀ ਹੈ, ਲੋ ਪ੍ਰੈਸ਼ਰ ਲੋ ਟੈਂਪਰੇਚਰ ਹੋ ਜਾਂਦਾ। ਅੱਗੇ ਫਿਰ ਕੰਪਰੈਸਰ ਉਹ ਸਿਸਟਮ ਨੂੰ ਗੈਸ ਨੂੰ ਕੰਪਰੈਸ ਕਰਦਾ ਤੇ ਅੱਗੇ ਧੱਕਦਾ ਰਹਿੰਦਾ। ਇਹੀ ਸਿਸਟਮ ਆਪਣਾ ਲਗਾਤਾਰ ਹਾਈ ਰੈਫ੍ਰਿਜਰੇਸ਼ਨ ਸਾਈਕਲ ਹੈ, ਇਹ ਚੱਲਦਾ ਰਹਿੰਦਾ, ਠੰਡਕ ਪੈਦਾ ਹੁੰਦੀ ਰਹਿੰਦੀ ਹੈ। ਦੇਖੋ ਵੀ ਜਿਹੜਾ ਅੱਜ ਦਾ ਸਿਸਟਮ ਸੀਗਾ ਆਪਣਾ ਮਕੈਨੀਕਲ ਰੈਫ੍ਰਿਜਰੇਸ਼ਨ ਸਿਸਟਮ ਨੇ ਸਾਰੇ ਤੁਹਾਨੂੰ ਚੰਗੀ ਤਰ੍ਹਾਂ ਦੱਸਦੇ ਨੇ। ਜੇ ਕਿਸੇ ਦੀ ਕੋਈ ਕੁਐਰੀਜ਼ ਹੈਗੀਆਂ ਨੇ ਤਾਂ ਆਪਣੀਆਂ ਪੁੱਛ ਸਕਦਾ ਹੈ, ਨਹੀਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੇ ਕੋਈ ਕਿਸੇ ਦੀ ਕੁਐਰੀ ਹੈ, ਮੇਰਾ ਮੋਬਾਈਲ ਨੰਬਰ ਵੀ ਹੈਗਾ 98763 19347 ਤੇ ਮੇਰੇ ਨਾਲ ਗੱਲ ਵੀ ਕਰ ਸਕਦਾ ਹੈ। ਕੋਈ ਚੀਜ਼ ਪੁੱਛਣੀ ਹੈ, ਕੋਈ ਨਹੀਂ ਸਮਝ ਆਈ ਹੈਗੀ, ਠੀਕ ਹੈ। ਵੀ ਇੱਕ ਸਾਡੇ ਡਿਪਾਰਟਮੈਂਟ ਜਿਹੜੇ ਐਫਰਟਸ ਕੀਤੇ ਨੇ, ਸਾਡਾ YouTube ਚੈਨਲ ਹੈ ITIS ਪੰਜਾਬ, ਇਹਨੂੰ ਸਾਰਿਆਂ ਨੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਲਾਈਕ ਕਰਨਾ ਹੈ ਤੇ ਸਾਰੇ ਇੰਸਟ੍ਰਕਟਰਾਂ ਦਾ ਹੌਸਲਾ ਵਧਾਉਣਾ ਹੈ, ਕਿਉਂਕਿ ਇਹਦੇ ਉੱਤੇ ਮਤਲਬ ਕਿ ਬਹੁਤ ਪ੍ਰੈਕਟੀਕਲ ਵੀਡੀਓਜ਼ ਪਈਆਂ ਹੋਈਆਂ ਨੇ। ਦੇਖ ਕੇ ਆਪਾਂ ਇਸ ਚੀਜ਼ ਤੋਂ ਫਾਇਦਾ ਉਠਾਈਏ ਤੇ ਜਿਹੜਾ ਅੱਜ ਆਪਣਾ ਕੋਵਿਡ ਦਾ ਸਿਸਟਮ ਚੱਲਿਆ ਹੋਇਆ ਹੈ ਉਹਨੂੰ ਵੀ ਆਪਾਂ ਕੰਟਰੋਲ ਕਰਨਾ ਹੈ। ਆਪਾਂ ਸਰ ਬਹੁਤ ਵਧੀਆ ਜੀ, ਬਹੁਤ ਮਤਲਬ ਕਿ ਆਪਾਂ ਬਚਾਉਣਾ ਹੈ ਸਿਸਟਮ ਨੂੰ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਕਿਸ ਦੀ ਕੁਐਰੀ ਹੈ ਚੈਨਲ ਕਿਹੜਾ ਦੱਸਿਆ ਜੀ ਤੁਹਾਨੂੰ? ਬਹੁਤ ਬਹੁਤ ਵਧੀਆ ਸਰ ਜੀ, ਬਹੁਤ ਵਧੀਆ, ਧੰਨਵਾਦ ਜੀ, ਬਹੁਤ ਬਹੁਤ। ਆਪਣੇ ਕੋਲ ਗਰੀਬੀ ਆਈ। ਹੈਲੋ ਸਰ ਜੀ, ਚੈਨਲ ਕਿਹੜਾ ਦੱਸਿਆ ਤੁਹਾਨੂੰ ਜੀ? IT ਪੰਜਾਬ ਸਕਿੱਲਸ ਜੀ, ਆ ਸਕਰੀਨ ਤੇ ਆ ਰਿਹਾ ਸਰ, ਸਕਰੀਨ ਤੇ ਆ ਰਿਹਾ ਜੀ IT ਪੰਜਾਬ ਸਕਿੱਲਸ, ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਦਾ ਕੰਪਲੀਟ ਹੈ ਰੋਟੀਆਂ ਉੱਥੇ ਆ ਜਾਂਦੀਆਂ। ਕਿਸੇ ਦੀ ਕੋਈ ਕੁਐਰੀ, ਕਿਸ ਦਾ ਕੋਈ ਕੁਐਸਚਨ ਪੁੱਛ ਸਕਦਾ ਵੀ। ਬਾਕੀ ਮੇਰੇ ਵੱਲੋਂ ਮੇਰਾ ਚੈਪਟਰ ਕੰਪਲੀਟ ਆ ਸਾਰਾ। ਸਰ ਜੀ ਇਹ ਲੈਕਚਰ ਦੀ ਰਿਕਾਰਡਿੰਗ ਮਿਲ ਸਕਦੀ? ਇਹ ਲੈਕਚਰ ਰਿਕਾਰਡਿੰਗ ਸਾਰੇ ਚੈਨਲ ਤੇ ਅਵੇਲੇਬਲ ਹੋਗੀ। ਤੁਸੀਂ ਨਿਮੀ ਚੈਨਲ ਤੇ ਬਣ ਗਏ ਜੀ, ਇਹਦੇ ਉੱਤੇ ਪੰਜਾਬੀ ਦੇ ਉੱਤੇ ਜੀ, ਠੀਕ ਹੈ ਸਰ। ਤੇ ਜਦੋਂ ਆ ਗਿਆ ਤੁਸੀਂ ਮੈਨੂੰ WhatsApp ਤੇ ਪੁੱਛ ਸਕਦੇ ਹੋ, ਤੁਹਾਨੂੰ ਦੱਸ ਦੂਗਾ ਵੀ ਕਿਹੜੇ ਪ੍ਰਭਜੋਤ ਸਿੰਘ ਕਿਹੜੇ ਚੈਨਲ ਤੇ ਪਿਆ ਹੈ ਜੀ, ਮਾੜਾ ਦੱਸ ਦਿਓ ਇਹਨਾਂ ਨੂੰ। ਹੈਲੋ ਜੀ, ਜੁੜੇ ਹੋਏ ਨੇ ਮੇਰੇ ਨਾਲ ਜਸਪਾਲ ਜੀ, ਸਰ ਤੁਸੀਂ ਦੱਸ ਦਿਓ ਇਹਨਾਂ ਨੂੰ ਵੀ ਇਹ ਆਪਣੀ ਵੀਡੀਓਜ਼ ਕਦੋਂ ਤੱਕ ਇਹ ਮਤਲਬ ਕਿ ਅਵੇਲੇਬਲ ਹੋ ਜਾਣਗੀਆਂ ਕਿਸ ਚੈਨਲ ਦੇ ਉੱਤੇ ਜੀ? ਹਾਂਜੀ ਸਰ, ਇਹ ਨਿੰਮੀ ਚੈਨਲ ਤੇ YouTube ਚੈਨਲ ਤੇ ਪਿਆ, ਨਿੰਮੀ ਦੇ YouTube ਚੈਨਲ ਦੇ ਉੱਤੇ ਵੀਡੀਓ ਪਈਆਂ ਸਾਰੀਆਂ। ਇਹ ਸਰ ਨੇ ਤੁਹਾਨੂੰ ਦੱਸਤਾ, ਨਿੰਮੀ ਦੇ YouTube ਚੈਨਲ ਉੱਤੇ ਸਾਰੀਆਂ ਵੀਡੀਓਜ਼ ਅਵੇਲੇਬਲ ਨੇ, ਤੁਸੀਂ ਉੱਥੋਂ ਲੈ ਸਕਦੇ ਹੋ ਤੇ ਆਪਣਾ ਫਾਇਦਾ ਉਠਾ ਸਕਦੇ ਹੋ, ਕਿਉਂਕਿ ਇਹ ਸਿਸਟਮ ਵਾਰੀ ਕ੍ਰੀਏਟ ਨਹੀਂ ਹੋਣਾ। ਡਿਪਾਰਟਮੈਂਟ ਦਾ ਬਹੁਤ ਵੱਡਾ ਉਪਰਾਲਾ, ਜਿਨ੍ਹਾਂ ਨੂੰ ਸਾਨੂੰ ਇਹ ਸਿਸਟਮ ਦੇ ਵਿੱਚ ਇਨਵੋਲਵ ਕਰਕੇ ਇੱਥੇ ਲਿਆਤਾ ਇਸ ਪਲੇਟਫਾਰਮ ਦੇ ਉੱਤੇ।
ਇਹ ਸਦਾ ਲਈ ਅਸੀਂ ਰਹੀਏ ਨਾ ਰਹੀਏ, ਲੇਕਿਨ ਸਾਡੇ ਚੈਨਲ ਦੇ ਉੱਤੇ ਸਾਡੀ ਮਤਲਬ ਕਿ ਸਾਨੂੰ ਯਾਦ ਕੀਤਾ ਜੋ ਸ਼ਿਵ ਕੁਮਾਰ ਨੇ ਲੈਕਚਰ ਦਿੱਤਾ ਸੀ, ਜਾਂ ਜੋ ਵੀ ਇੰਸਟ੍ਰਕਟਰ ਹੈ ਜਿਹਨਾਂ ਨੇ ਲੈਕਚਰ ਦਿੱਤਾ, ਉਹ ਸਦਾ ਲਈ ਇਸ ਦੁਨੀਆ ਤੇ ਚੇਤੇ ਰਹਿਣਗੇ। ਇਹ ਕੋਵਿਡ ਦੀ ਦੇਣ ਲਾ ਲਓ, ਕੁਛ ਮਰਜ਼ੀ ਲਾ ਲਓ ਜੀ, ਜਿਹੜਾ ਅੱਜ ਕੱਲ੍ਹ ਸਿਸਟਮ ਸਰ ਇਹ ਨਾ ਹੈਲੋ ਸ਼ਿਵ ਸਰ, ਹਾਂਜੀ ਸ਼ਿਵ ਸਰ ਦੀ ਪਈ ਹੈ ਜੀ ਨਿੰਮੀ ਤੇ ਨਾ ਜਿਹੜੀ ਜਿੱਥੋਂ ਇਹਨਾਂ ਨੇ ਆਪਾਂ ਲੌਗਇਨ ਕੀਤਾ ਜੀ, ਇਹਦੇ ਵਿੱਚ ਹੀ ਵੀਡੀਓਜ਼ ਹੈ, ਨੈਕਸਟ ਵੀਕ ਆ ਜਾਣਗੀਆਂ। ਨੈਕਸਟ ਵੀਕ ਆ ਜਾਣਗੀਆਂ, ਠੀਕ ਹੈ ਜੀ। ਨੈਕਸਟ ਵੀਕ ਵੀਡੀਓ ਤੁਹਾਨੂੰ ਸਾਰਿਆਂ ਨੂੰ ਮਿਲ ਜਾਣਗੀਆਂ ਜੀ, ਤੇ ਇਸ ਚੀਜ਼ ਦਾ ਫਾਇਦਾ ਜ਼ਰੂਰ ਉਠਾਉਣਾ ਹੈ, ਤੇ ਟੀਚਰਾਂ ਦਾ ਹੌਸਲਾ ਵੀ ਵਧਾਉਣਾ ਸਾਰਿਆਂ ਦਾ। ਸਬਸਕ੍ਰਾਈਬ ਕਰਨਾ, ਠੀਕ ਹੈ ਸਰ ਜੀ, ਥੈਂਕ ਯੂ, ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਵੈਲਕਮ।